ਸੋ ਪ੍ਰੋਗਰਾਮ ਸਾਂਝ ਦੇ ਵਿੱਚ ਅੱਜ ਆਪਾਂ ਵਿਚਾਰ ਚਰਚਾ ਕਰਨੀ ਆ ਕਿ ਬੱਚਿਆਂ ਦੀ ਅਸੀਂ ਹਮੇਸ਼ਾ ਗੱਲ ਕਰਦੇ ਹਾਂ ਇਸ ਹਫਤੇ ਦੇ ਵਿੱਚ ਸ਼ੁਰੂਆਤ ਦੇ ਵਿੱਚ ਹਫਤੇ ਦੇ ਵਿੱਚ ਕਿ ਕੈਰੀਅਰ ਕਾਉਂਸਲਿੰਗ ਭਾਵ ਕਿ ਬੱਚਿਆਂ ਦੀ ਇਹੋ ਜਿਹੀ ਕਿਹੜੀ ਪੜ੍ਹਾਈ ਤੇ ਖਾਸ ਧਿਆਨ ਦਿੱਤਾ ਜਾਵੇ ਕਿ ਬੱਚੇ ਜਿਹੜੇ ਆਪਣੇ ਫਿਊਚਰ ਨੂੰ ਹੋਰ ਵਧੀਆ ਤਰੀਕੇ ਦੇ ਨਾਲ ਕਰ ਸਕਣ ਹੈ ਨਾ ਕਿਹੜੀ ਲਾਈਨ ਨੂੰ ਜਾਣਾ ਹੈ ਤੇ ਕਿਹੜੀ ਐਜੂਕੇਸ਼ਨ ਉਹਦੇ ਲਈ ਜ਼ਰੂਰੀ ਆ ਤੇ ਜੇ ਉਹਨੇ ਮਤਲਬ ਪੁਲਿਸ 'ਚ ਜਾਣਾ ਆ ਤਾਂ ਫਿਰ ਕਿਹੜੀ ਹੈ ਤੇ ਜੇ ਡੀਪੀ ਟੀਚਰ ਬਣਨਾ ਆ ਤਾਂ ਫਿਰ ਉਹਨੇ ਕਿਹੜੀ ਸਟੱਡੀ ਕਰਨੀ ਆ। ਇਹ ਸਾਰੀਆਂ ਗੱਲਾਂ ਆਪਾਂ ਪਿਛਲੇ ਹਫਤਿਆਂ ਤੋਂ ਕਰਦੇ ਆ ਰਹੇ ਹਾਂ ਤੇ ਇਸ ਵਾਰ ਵੀ ਕਰ ਰਹੇ ਹਾਂ। ਅੱਜ ਦੇ ਖਾਸ ਪ੍ਰੋਗਰਾਮ ਦੇ ਵਿੱਚ ਮੇਰੇ ਨਾਲ ਸ਼੍ਰੀ ਸਤਪਾਲ ਸਿੰਘ ਗਿੱਲ ਜੀ ਸਾਡੇ ਨਾਲ ਰੂਬਰੂ ਨੇ ਤੇ ਅਸੀਂ ਹਮੇਸ਼ਾ ਹੀ ਗੱਲ ਕਰਦੇ ਹਾਂ ਕਿ ਬੱਚਿਆਂ ਨੇ ਕਿਹੜੀ ਲਾਈਨ ਨੂੰ ਜਾਣਾ ਤੇ ਸਬਜੈਕਟਾਂ ਦੀ ਚੋਣ ਕਿਵੇਂ ਕੀਤੀ ਜਾ ਸਕਦੀ ਹੈ। ਸੋ ਇਸ ਵਾਰ ਕਹਿੰਦੇ ਨੇ ਕਿ ਜਿਹੜੀ ਵਿਸ਼ੇ ਦੀ ਅਸੀਂ ਗੱਲ ਕਰਨ ਲੱਗੇ ਆ ਨਾ ਉਹਦੇ ਵਿੱਚ ਅਸੀਂ ਬੜਾ ਕੁਝ ਮੇਨਟੇਨ ਕਰਨਾ ਆ। ਕਿਸੇ ਨੇ ਬੈਂਕਿੰਗ ਵੱਲ ਜਾਣਾ ਆ, ਕਿਸੇ ਨੇ ਕਿਸੇ ਬੰਨੇ ਵੀ ਜਾਣਾ ਹੈ ਨਾ, ਕਾਰੋਬਾਰ ਬਾਰੇ ਜਾਣਾ। ਉਹ ਸਾਰੀ ਹੀ ਸਟੱਡੀ ਜਿਹੜੀ ਆ ਉਹ ਕਮਰਸ ਤੇ ਨਿਰਭਰ ਕਰਦੀ ਆ। ਭਾਵ ਤੁਸੀਂ +1 +2 ਦੇ ਵਿੱਚ ਕਿਹੜੀ ਵਿਸ਼ਿਆਂ ਦੀ ਚੋਣ ਕਰਨੀ ਹੈ ਤੇ ਕਿਹੜੀ ਲਾਈਨ ਨੂੰ ਜਾਣਾ ਉਹ ਤੁਹਾਡੇ ਪਹਿਲਾਂ ਮੈਮਰੀ ਦੇ ਵਿੱਚ ਹੁੰਦਾ ਆ। ਸੋ ਆਓ ਸਰ ਹੁਣਾਂ ਨੂੰ ਤੁਹਾਡੇ ਨਾਲ ਰੂਬਰੂ ਕਰਦੇ ਆ ਤੇ ਫਿਰ ਵਿਚਾਰ ਚਰਚਾ ਅੱਗੇ ਲੈ ਕੇ ਜਾਂਦੇ ਆ। ਸਰ ਜੀ ਬਹੁਤ ਬਹੁਤ ਸਵਾਗਤ ਹੈ ਜੀ ਅਵਤਾਰ ਰੇਡੀਓ ਦੇ ਵਿਹੜੇ ਦੇ ਵਿੱਚ। ਹਾਂਜੀ ਥੈਂਕ ਯੂ ਜੀ, ਤੁਹਾਡਾ ਵੀ ਅਮਨ ਭੈਣ ਜੀ ਬਹੁਤ ਬਹੁਤ ਧੰਨਵਾਦ ਹੈ। ਜਿੰਨੇ ਵੀ ਸਾਡੇ ਸਰੋਤੇ ਦੇਖ ਰਹੇ ਹੈ ਇਸ ਪ੍ਰੋਗਰਾਮ ਨੂੰ, ਤੁਹਾਡਾ ਸਾਰਿਆਂ ਦਾ ਹੀ ਬਹੁਤ ਬਹੁਤ ਧੰਨਵਾਦ। ਤੇ ਅੱਜ ਜਿੱਦਾਂ ਤੁਸੀਂ ਪਹਿਲਾਂ ਦੱਸ ਹੀ ਦਿੱਤਾ ਜੀ, ਅੱਜ ਆਪਾਂ ਬੜੇ ਇੱਕ ਵੱਖਰੇ ਵਿਸ਼ੇ ਤੇ ਗੱਲ ਕਰਨੀ ਹੈ ਤੇ ਉਮੀਦ ਕਰਦੇ ਹਾਂ ਤੁਹਾਨੂੰ ਸਾਰਿਆਂ ਨੂੰ ਪਸੰਦ ਆਊਗਾ। ਬਿਲਕੁਲ ਜੀ। ਤੇ ਹੁਣ ਅਸੀਂ ਵਿਸ਼ੇ ਵੱਲ ਚੱਲਦੇ ਹਾਂ। ਵਿਸ਼ਾ ਕਿਹੜਾ ਆ ਤੇ ਕਮਰਸ ਦੇ ਨਾਲ ਨਾਲ ਇੱਕ ਕਮਰਸ ਸ਼ਬਦ ਤਾਂ ਹੀ ਸਾਰਿਆਂ ਨੇ ਸੁਣਿਆ ਹੋਇਆ ਨਾ, ਪਰ ਉਹਨਾਂ ਦੀਆਂ ਸ਼ਾਰਟ ਫਾਰਮ ਦੇ ਵਿੱਚ ਭਾਵ ਇੱਕ ਅੱਖਰ ਦੋ ਅੱਖਰ ਦੇ ਵਿੱਚ ਨਾਂ ਲਿਖੇ ਹੁੰਦੇ ਨਾ। CS ਕੀ ਹੁੰਦਾ ਆ ਹਨਾ, ਮਤਲਬ ਇਹਦੇ ਵਿੱਚ ਬੜਾ ਬੈਕ ਦੇ ਵਿੱਚ ਹੁੰਦਾ ਆ ਕਿੰਨੀਆਂ ਚੀਜ਼ਾਂ ਹੈ। ਇਹਨੂੰ ਥੋੜਾ ਕਲੀਅਰ ਕਰੋ, ਬੱਚਿਆਂ ਨੇ ਕਈ ਵਾਰ ਕਿਸੇ ਨੇ ਨਾਮ ਨਹੀਂ ਸੁਣਿਆ ਹੋਣਾ। ਬਿਲਕੁਲ ਜੀ, ਮੈਂ ਨਾ ਇਸ ਮਾਧਿਅਮ ਦੇ ਥਰੂ ਇਹ ਦੱਸਣਾ ਚਾਹੁੰਦਾ ਆ ਜਦੋਂ ਵੀ ਅਸੀਂ ਨਾ ਮੈਂ ਕੋਈ ਵਿਸ਼ਾ ਲੈ ਕੇ ਆਉਣਾ ਹੁੰਦਾ ਤੁਹਾਡੇ ਕੋਲ ਨਾ ਜੀ, ਪਹਿਲਾਂ ਉਹਦੇ ਬਾਰੇ ਤੁਹਾਨੂੰ ਵੀ ਸਾਰਿਆਂ ਨੂੰ ਪਤਾ ਜਿਹੜੇ ਸਮਝਣ ਵਾਲੇ ਆ ਕਿ ਉਹਦੇ ਬਾਰੇ ਪਹਿਲਾਂ ਖੋਜ ਕੀਤੀ ਜਾਂਦੀ ਹੈ ਜੀ, ਹੈ ਨਾ। ਜਿਹੜਾ ਇਹ ਅੱਜ ਆਪਾਂ ਗੱਲਬਾਤ ਕਰਾਂਗੇ ਇਹਦੇ ਬਾਰੇ ਚ ਮੈਂ ਨਾ ਬਹੁਤ ਸਾਰੇ ਬੱਚਿਆਂ ਨਾਲ ਪਹਿਲਾਂ ਵੀ ਗੱਲਬਾਤ ਕੀਤੀ ਆ ਤੇ ਬਹੁਤ ਘੱਟ ਨੂੰ ਪਤਾ ਹੁੰਦਾ ਇਸ ਚੀਜ਼ ਬਾਰੇ, ਹੈ ਨਾ। ਹੁਣ ਜਿਹੜਾ ਤੁਸੀਂ ਕੁਐਸਚਨ ਪੁੱਛਿਆ ਵੀ CS ਕੀ ਹੁੰਦਾ ਨਾ ਜੀ, ਇਹ ਜਿਹੜਾ ਵਾ ਨਾ ਕੰਪਨੀ ਸੈਕਟਰੀ ਦਾ ਮਤਲਬ ਹੁੰਦਾ ਅਸਲ ਦੇ ਵਿੱਚ ਜੀ, ਠੀਕ ਹੈ। ਹੁਣ ਜੇ ਮੈਂ 10 ਬੱਚਿਆਂ ਨੂੰ ਪੁੱਛਿਆ ਨਾ ਉਹਨਾਂ ਵਿੱਚੋਂ ਇੱਕ ਵੀ ਬੱਚੇ ਨੂੰ ਇਸ ਚੀਜ਼ ਬਾਰੇ ਨਹੀਂ ਸੀ ਪਤਾ, ਠੀਕ ਹੈ। ਹੁਣ ਜਿਹੜਾ ਇਹ ਨਾ CS ਦਾ ਪੇਪਰ ਹੁੰਦਾ ਬੇਟੇ, ਐਗਜ਼ਾਮ ਹੁੰਦਾ ਆ ਜੀ, ਇਹ ਤੁਸੀਂ ਇਹ ਨਾ +2 ਕਮਰਸ ਤੋਂ ਬਾਅਦ ਵੀ ਕਰ ਸਕਦੇ ਆ, ਤੁਸੀਂ BCom ਤੋਂ ਬਾਅਦ ਹਾਂਜੀ BCom ਤੋਂ ਬਾਅਦ ਵੀ ਦੇ ਸਕਦੇ ਆ ਜੀ, MCom ਤੋਂ ਬਾਅਦ ਵੀ ਦੇ ਸਕਦੇ ਆ। ਪਰ ਮੈਂ ਐਜ਼ ਏ ਪ੍ਰਿੰਸੀਪਲ ਜੇ ਮੈਂ ਤੁਹਾਨੂੰ ਰეკਮੈਂਡ ਕਰਾਂ ਤੇ ਮੈਂ ਤੁਹਾਨੂੰ ਇਹ ਕਹੂੰਗਾ ਕਿ ਬੇਟੇ ਤੁਸੀਂ ਇਹ ਜਿਹੜਾ ਐਗਜ਼ਾਮ ਆ ਇਹਨੂੰ ਤੁਸੀਂ BCom ਤੋਂ ਬਾਅਦ ਚ ਦਿਓ ਜੀ। ਹਾਂਜੀ ਸੁਣ ਲਓ ਬੇਟਾ, ਮੈਂ ਬਹੁਤ ਅੱਛੇ ਢੰਗ ਦੇ ਨਾਲ ਮੈਂ ਤੁਹਾਨੂੰ ਦੱਸੂਗਾ ਅਸਲ ਦੇ ਵਿੱਚ ਹੁੰਦਾ ਕੀ ਆ ਜੀ। CS ਦਾ ਨਾ ਇੱਕ ਐਗਜ਼ੈਕਟਿਵ ਜਿਹੜਾ ਨਾ ਟੈਸਟ ਹੁੰਦਾ ਬੇਟੇ, ਇੰਟਰ ਟੈਸਟ ਹੁੰਦਾ ਹੈ ਜੀ। ਇਹ ਪਹਿਲਾਂ ਸਾਲ ਚ 2 ਵਾਰੀ ਹੁੰਦਾ ਸੀ, ਲੇਕਿਨ ਜਿਹੜੀਆਂ ਸਾਡੀਆਂ ਕਮਰਸ ਸੰਸਥਾਵਾਂ ਨੇ, ਸਾਡੀਆਂ ਮੈਨੇਜਮੈਂਟ ਦੀਆਂ ਸੰਸਥਾਵਾਂ ਨੇ, ਉਹਨਾਂ ਨੇ ਹੁਣ ਇਹਨੂੰ ਇਹ ਅਗਲੇ ਸਾਲ ਤੋਂ ਸਾਲ ਚ 4 ਵਾਰੀ ਹੋਇਆ ਕਰੇਗਾ, ਠੀਕ ਹੈ ਜੀ। ਇਹ ਜਿਹੜਾ ਪੇਪਰ ਆ ਇਹਦੇ 4 ਪਾਰਟ ਹੁੰਦੇ ਆ। ਐਗਜ਼ੈਕਟਿਵ ਟਾਈਪ ਇਹ ਸਾਰਾ ਪੇਪਰ ਹੁੰਦਾ ਵਾ, ਟਿਕ ਮਾਰਕਿੰਗ ਹੁੰਦੀ ਆ, ਠੀਕ ਹੈ। MRS ਸ਼ੀਟ ਹੁੰਦੀ ਹੈ ਜਿੱਤੇ ਤੁਸੀਂ ਇਹ ਪੇਪਰ ਕਰਨਾ, ਜਿਵੇਂ 5ਵੀਂ ਕਲਾਸ ਦੀ ਬੋਰਡ ਦੀ ਕਲਾਸ ਦੇ ਵਿੱਚ ਵੀ ਹੁੰਦਾ ਉਹ ਟਿਕ ਮਾਰਕਿੰਗ ਹਾਂ ਉਹਦੇ ਤੇ ਗੋਲੇ ਬੰਦੇ ਦੇ ORM ਸ਼ੀਟ ਅਸੀਂ ਉਹਨੂੰ ਕਹਿੰਦੇ ਆ, ਕੰਪਿਊਟਰਾਈਜ਼ਡ ਸ਼ੀਟ ਹੁੰਦੀ ਹੈ। ਇਹਦਾ ਰਿਜ਼ਲਟ ਵੀ ਬਹੁਤ ਜਲਦੀ ਆ ਜਾਂਦਾ ਹੈ ਜੀ, ਠੀਕ ਹੈ। ਤੇ ਬੇਟੇ ਇਹਦੇ 4 ਪਾਰਟ ਹੁੰਦੇ ਆ, ਠੀਕ ਹੈ। ਪਹਿਲਾਂ ਸੁਣ ਲਓ ਇੱਕ ਵਾਰੀ, CS ਕੀ ਹੁੰਦਾ ਹੈ, ਕੰਪਨੀ ਸੈਕਟਰੀ, ਠੀਕ ਹੈ। ਇਹ ਇੱਕ ਨਾ ਕੰਪਨੀ ਦੇ ਵਿੱਚ ਇੱਕ ਬਿਜ਼ਨਸ ਯੂਨਿਟ ਦੇ ਵਿੱਚ ਇੱਕ ਆਫਿਸਰ ਹੁੰਦਾ ਆ, ਠੀਕ ਹੈ। ਉਹ ਇੱਕ ਅਫਸਰ ਲੈਵਲ ਦਾ ਬੰਦਾ ਹੁੰਦਾ ਆ, ਇੱਕ ਪੋਸਟ ਹੁੰਦੀ ਬੇਟੇ ਵੀ ਜਿਹਨੇ ਵੀ ਉਹ ਟੈਸਟ ਕਲੀਅਰ ਕੀਤਾ ਹੋਵੇ ਉਹ ਬੰਦੇ ਨੂੰ ਹੀ ਉਹਦੇ ਤੇ ਰੱਖਿਆ ਜਾਂਦਾ। ਇਹਦੇ ਨਾ ਇਸ ਪੇਪਰ ਦੇ 4 ਪਾਰਟ ਹੁੰਦੇ ਆ। ਇਹਦਾ ਪਹਿਲਾ ਪਾਰਟ ਹੁੰਦਾ ਬਿਜ਼ਨਸ ਕਮਿਊਨੀਕੇਸ਼ਨ ਜੀ, ਉਹ ਵੀ 50 ਨੰਬਰ ਦਾ ਹੁੰਦਾ। ਫਿਰ ਅੱਗੇ ਲੌਜਿਕ ਹੁੰਦਾ ਆ, ਐਪਟੀਟਿਊਡ ਹੁੰਦਾ ਆ, ਲੌਜਿਕ ਐਪਟੀਟਿਊਡ ਐਂਡ ਲੌਜੀਕਲ ਰੀਜ਼ਨਿੰਗ, ਠੀਕ ਹੈ। ਇਹਦੇ ਵਿੱਚ ਫਿਰ ਇੱਕ ਹੁੰਦਾ ਜਿਹੜਾ ਤੀਸਰਾ ਪਾਰਟ ਹੁੰਦਾ ਵਾ ਇਕਨੋਮਿਕਸ ਐਂਡ ਬਿਜ਼ਨਸ। ਫਿਰ ਇਹਦਾ ਲਾਸਟ ਪੁਆਇੰਟ ਜਿਹੜਾ ਹੁੰਦਾ, ਲਾਸਟ ਪਾਰਟ ਹੁੰਦਾ, ਉਹ ਹੁੰਦਾ ਕਰੰਟ ਅਫੇਅਰ, ਕਮਿਊਨੀਕੇਸ਼ਨ ਤੇ ਵਾਈਵਾ। ਇਹ ਬੇਟੇ ਕੰਪਿਊਟਰ ਬੇਸਡ ਹੁੰਦਾ ਹੈ, ਠੀਕ ਹੈ। ਇੱਕ ਮੈਂ ਤੁਹਾਨੂੰ ਹੋਰ ਗੱਲ ਦੱਸ ਦਵਾਂ, ਇਹ ਆਨਲਾਈਨ ਪੇਪਰ ਹੁੰਦਾ ਬੇਟੇ, ਕੰਪਿਊਟਰ ਦੇ ਉੱਪਰ ਹੀ ਤੁਸੀਂ ਦੇਣਾ ਹੁੰਦਾ। ਤੇ ਉਹ ਫਿਰ ਇਹ 4 ਪਾਰਟ ਹੁੰਦੇ ਇਹਦੇ,
ਔਰ ਇਹਦੇ ਵਿੱਚ ਕੋਈ ਵੀ 네ਗੇਟਿਵ ਮਾਰਕਿੰਗ ਨਹੀਂ ਹੁੰਦੀ। ਮਤਲਬ ਜੇ ਤੁਸੀਂ ਗਲਤ ਜਵਾਬ ਵੀ ਦੇ ਦਿੰਦੇ ਨਾ, ਉਹ ਤੁਹਾਡੇ ਮਾਰਕਸ ਕੱਟੇ ਨਹੀਂ ਜਾਂਦੇ ਜੀ, ਠੀਕ ਹੈ, ਤੁਹਾਨੂੰ ਪੂਰੇ ਮਾਰਕਸ ਮਿਲਦੇ ਆ। ਇਹ 4 ਪਾਰਟ ਹੁੰਦੇ, ਇਹਦੇ 50 ਨੰਬਰ ਦਾ ਮਤਲਬ 200 ਨੰਬਰ ਦਾ ਪੇਪਰ ਹੋ ਗਿਆ ਕੁੱਲ, ਤੇ ਇਹਦੇ ਵਿੱਚੋਂ ਤੁਸੀਂ ਪਾਸ ਹੋਣ ਦੇ ਲਈ ਤੁਹਾਡੇ 50% ਮਾਰਕਸ ਹੋਣੇ ਚਾਹੀਦੇ ਆ। ਕਹਿਣ ਤੋਂ ਭਾਵ ਕਿ 200 ਨੰਬਰ ਦਾ ਪੇਪਰ ਆ, ਤੁਹਾਡਾ 100 ਨੰਬਰ ਹੋਣਾ ਚਾਹੀਦਾ। ਫਿਰ ਤੁਸੀਂ ਜਿਹੜਾ ਵਾ CS ਜਿਹੜਾ ਐਗਜ਼ਾਮ ਆ ਤੁਸੀਂ ਕਲੀਅਰ ਕਰ ਲੈਂਦੇ ਆ, ਜਿਹਦੇ ਨਾਲ ਬਹੁਤ ਅੱਛੀ ਤੁਹਾਨੂੰ ਜੌਬ ਮਿਲ ਸਕਦੀ ਆ। ਤੇ +2 ਤੋਂ ਬਾਅਦ ਨਾ ਕਰੋ, ਕਿਉਂਕਿ ਫਿਰ ਤੁਹਾਨੂੰ ਫਾਊਂਡੇਸ਼ਨ ਕੋਰਸ ਕਰਨਾ ਪੈਂਦਾ, ਫਿਰ ਜਾ ਕੇ ਤੁਸੀਂ ਬੈਚਲਰ ਚਾਹੁੰਦੇ ਆ। ਤੇ ਮੈਂ ਤਾਂ ਰეკਮੈਂਡ ਇਹੀ ਕਰੂੰਗਾ ਕਿ ਤੁਸੀਂ ਇਹ ਨਾ BCom ਤੋਂ ਬਾਅਦ ਹੀ ਕਰੋ। ਗ੍ਰੈਜੂਏਸ਼ਨ ਜਿਹੜੀ ਤੁਸੀਂ BCom ਜਦੋਂ ਕਰ ਲੈਂਦੇ ਆ, ਫਿਰ ਉਸ ਤੋਂ ਬਾਅਦ ਹੀ ਇਹ ਐਗਜ਼ਾਮ ਕਰੋ। ਬੇਟੇ ਬਹੁਤ ਅੱਛਾ ਆ, ਔਰ ਧਿਆਨ ਦਿਓ ਸਾਰੇ ਬੱਚੇ, ਜਿੰਨੇ ਵੀ ਕਾਮਰਸ ਵਾਲੇ ਬੱਚੇ ਮੈਨੂੰ ਸੁਣ ਰਹੇ ਆ ਜਾਂ ਜਿੰਨੇ ਵੀ ਸੁਣਨ ਵਾਲੇ ਆ, ਇਸ ਗੱਲ ਨੂੰ ਤੁਸੀਂ ਧਿਆਨ 'ਚ ਰੱਖੋ ਕਿ ਇਹ ਐਗਜ਼ਾਮ ਹੁੰਦਾ ਹੈ ਜੀ। ਤੇ ਸਰ ਜੀ +2 ਤੇ ਕਮਰਸ ਦੀ ਰੱਖਣਗੇ ਤਾਂ ਫਿਰ ਹੀ ਇਹ ਜਾ ਕੇ ਬਿਲਕੁਲ ਜੀ, ਕਰਨਗੇ, ਹੈ ਨਾ, ਕਿਉਂਕਿ ਇਹਨੂੰ ਕਲੀਅਰ ਕਰ ਦਈਏ ਕਿ ਇਹ ਨਾ ਹੋਵੇ ਕਿ +2 ਤੋਂ ਬਾਅਦ ਵਿੱਚ ਦੂਜੀ ਗ੍ਰੈਜੂਏਸ਼ਨ ਆਮ ਕਰ ਲਵੇ ਆਰਟਸ ਵਾਲੀ। ਨਹੀਂ ਹੈ ਨਾ, ਇਹਨੂੰ ਕਲੀਅਰ ਆਪਾਂ ਕਦੇ ਵੀ ਜਿਨ੍ਹਾਂ ਨੇ ਕਮਰਸ +2 ਤੱਕ ਕੀਤੀ ਹੋਈ ਆ ਤੇ ਉਹ BCom ਕਰ ਰਿਹਾ ਆ, ਤੇ ਜਾਂ ਮਤਲਬ ਕਿ +2 ਤੋਂ ਬਾਅਦ ਵਿੱਚ ਇਹ। ਹਾਂਜੀ ਬੇਟੇ, ਧਿਆਨ ਨਾਲ ਸੁਣ ਲਓ ਸਾਰੇ ਕਿ +2 ਪਹਿਲਾਂ ਕਾਮਰਸ ਨਾਲ ਕੀਤੀ ਹੋਣੀ ਚਾਹੀਦੀ ਆ, ਠੀਕ ਹੈ, ਹੋ ਜਾਂਦਾ +2 ਤੋਂ ਬਾਅਦ ਵੀ, ਲੇਕਿਨ ਉਹਦੀ ਸਟੱਡੀ ਫਿਰ ਤੁਹਾਨੂੰ ਪਤਾ ਐਗਜ਼ਾਮ ਤੁਸੀਂ ਕਰਨਾ ਕਲੀਅਰ ਹੈ ਨਾ, ਉਹ ਸੈਂਟਰ ਲੈਵਲ ਦਾ ਪੇਪਰ ਹੁੰਦਾ। ਤੇ ਜੇ ਤੁਸੀਂ BCom ਤੋਂ ਬਾਅਦ ਕਰਦੇ ਆ ਹੈ ਨਾ, ਫਿਰ ਤਾਂ ਤੁਸੀਂ ਗ੍ਰੈਜੂਏਟ ਹੋ ਜਾਂਦੇ BCom ਦੇ ਵਿੱਚ, ਹੈ ਨਾ, ਤੁਹਾਨੂੰ ਕਨਸੈਪਟ ਕਲੀਅਰ ਹੋ ਜਾਂਦੇ ਆ। ਹੁਣ ਜਿੱਦਾਂ ਮੈਂ ਬੋਲਿਆ ਬਿਜ਼ਨਸ ਕਮਿਊਨੀਕੇਸ਼ਨ, ਉਹ ਤੁਸੀਂ ਅਗਰ BCom ਕੀਤੀ ਹੈ ਤੁਸੀਂ ਬਹੁਤ ਅੱਛੇ, ਕਿਉਂਕਿ ਤੁਸੀਂ ਉੱਥੇ ਫਿਰ ਬੈਚਲਰ ਲੈਵਲ ਦੇ ਟੌਪਿਕ ਕਰ ਲਿਆ ਨਾ ਕਲੀਅਰ, ਤੁਹਾਡੇ ਲਈ ਫਿਰ ਉਹ ਟੈਸਟ ਜਿਹੜਾ ਕਰਨਾ ਉਨਾ ਹੀ ਆਸਾਨ ਹੋ ਜਾਊਗਾ। ਜੀ ਬਿਲਕੁਲ ਜੀ। ਤੇ ਕਿਉਂਕਿ BCom ਦੇ ਵਿੱਚ ਸਾਰੇ ਸਬਜੈਕਟ ਸਾਰੇ ਤਰ੍ਹਾਂ ਦੇ ਆ, ਭਾਵ ਕਿ ਉਹਦੇ ਵਿੱਚ ਬਿਜ਼ਨਸ ਵਾਸਤੇ ਵੀ ਹੈ ਨਾ, ਮਤਲਬ ਕੋਈ ਆਪਣਾ ਬਿਜ਼ਨਸ ਖੋਲਣਾ ਉਹਦੇ ਲਈ ਵੀ ਆ, ਤੇ ਜੇ ਤੁਸੀਂ ਬੈਂਕਿੰਗ ਵਾਸਤੇ ਜਾਣਾ ਆ ਉਹਦੇ ਲਈ ਵੀ ਆ। ਤੇ ਇਹਦੇ ਸਰ ਜੀ ਗਾਂ ਵੱਖਰੇ ਵੱਖਰੇ ਪਾਰਟ ਆ ਜਾਂਦੇ ਨਾ, ਬੜੀ ਗਾਂ ਦੀ ਗਾਂ ਸਟੱਡੀ ਨੂੰ, ਗਾਂ ਦੀ ਗਾਂ ਕੋਰਸ ਆ, ਕੋਈ ਸਾਲ ਦਾ ਵੱਖਰਾ ਹੋ ਜਾਂਦਾ, ਕੋਈ 2 ਸਾਲ ਦਾ ਵੱਖਰਾ ਹੋ ਜਾਂਦਾ ਹੈ। ਇਹਨਾਂ ਕੋਰਸਾਂ ਤੱਕ ਅਪਰੋਚ ਬੱਚਾ ਕਿਵੇਂ ਮੈਮਰੀ 'ਚ ਕਰੇ, ਤੇ ਕਿਵੇਂ ਸਕੂਲ ਲੈਵਲ ਤੋਂ ਜਾਂ ਕਾਲਜ ਲੈਵਲ ਤੋਂ ਕਿਵੇਂ ਬੱਚਿਆਂ ਨੂੰ ਥੋੜਾ ਜਿਹਾ ਆਪਾਂ ਉਹਨਾਂ ਦੀ ਕਾਉਂਸਲਿੰਗ ਉਹਨਾਂ ਨੂੰ ਸਹੀ ਤਰੀਕੇ ਨਾਲ ਦੱਸ ਸਕਦੇ ਹਾਂ। ਇਹਦੇ 'ਚ ਇਦਾਂ ਹੈਗਾ ਆ ਕਿ ਮੋਸਟਲੀ ਨਾ, ਜੇ ਆਪਾਂ ਗੱਲ ਕਰੀਏ +2 ਕਾਮਰਸ ਕਰ ਲਈ, ਹੁਣ BCom ਕਰਨੀ ਹੈ, BCom ਤੋਂ ਬਾਅਦ MCom ਕਰਨੀ, ਬਾਕੀ ਬੱਚਿਆਂ ਨੂੰ ਹੋਰ ਕੁਝ ਨਹੀਂ ਪਤਾ, ਬਸ ਇੰਨਾ ਕਿ ਦੱਸੇ ਬੇਟੇ। ਹਾਂਜੀ, ਮੈਂ ਕਹਿਣਾ ਆ ਕਿ ਸਾਡੀ ਨਾ ਕਿਤੇ ਘਾਟ ਹੈ, ਇਹੋ ਸਾਡੀ ਐਜੂਕੇਸ਼ਨ ਸਿਸਟਮ ਦੇ ਵਿੱਚ ਇੱਕ ਕਮੀ ਆ ਕਿ ਅਸੀਂ ਬੱਚਿਆਂ ਨੂੰ ਦੱਸਦੇ ਨਹੀਂ। ਬਿਲਕੁਲ ਠੀਕ ਹੈ। ਤੇ ਇਸ ਤੋਂ ਇਲਾਵਾ ਵੀ ਬਹੁਤ ਸਾਰੇ ਫੀਲਡ ਹੈਗੇ ਕਾਮਰਸ ਦੇ ਜੀ, ਠੀਕ ਹੈ, ਜਿਵੇਂ ਹੁਣ ਆਪਾਂ ਗੱਲ ਕਰ ਲੈਨੇ ਪਹਿਲਾਂ ਕਿ ਇਹਦੇ ਵਿੱਚ ਹੈਗਾ ਵਾ BCA ਨਾ, ਇੱਕ BCA ਅਗਰ ਕੰਪਿਊਟਰ ਵਾਲਾ ਕੋਰਸ ਆ, ਬੱਚਾ ਉਹ ਵੀ ਕਰ ਸਕਦਾ ਨਾਲ, ਠੀਕ ਹੈ, BCA ਵੀ ਕਰ ਸਕਦਾ, BCA ਆਪਾਂ BA ਆਰਟਸ ਵਾਂਗੂ ਹੁੰਦੀ ਹੈ, ਹਾਂ ਉਹ ਵੀ ਕਰ ਸਕਦਾ, ਹਾਂ ਉਹ ਵੀ ਕਰ ਸਕਦਾ ਆ। ਪਰ ਜੇ ਆਪਾਂ ਦੇਖਿਆ ਜਾਵੇ ਤੇ ਜਿਹੜੇ ਰਿਲੇਟਡ ਟੂ ਕਾਮਰਸ, +2 ਕਾਮਰਸ ਨਾਲ ਰਿਲੇਟਡ ਕੋਰਸ ਹੈਗੇ ਆ, ਉਹ ਸਭ ਤੋਂ ਪਹਿਲੇ ਨੰਬਰ ਤੇ ਹੈਗਾ ਵਾ BAF ਦੀ ਫੁੱਲ ਫਾਰਮ ਨੂੰ, ਹਾਂਜੀ ਦੇਖਿਓ ਜੀ, ਬੈਚਲਰ ਆਫ ਅਕਾਊਂਟੈਂਸੀ ਐਂਡ ਫਾਈਨਾਂਸ। ਹਾਂ ਬਿਲਕੁਲ ਜੀ। ਇਹ ਸਪੈਸ਼ਲ ਬੇਟੇ ਨਾ, ਮੈਂ ਪਹਿਲਾਂ ਵੀ ਸਾਰਿਆਂ ਨੂੰ ਸੁਣਨ ਵਾਲੇ ਜਾਣਦੇ ਆ ਕਿ ਮੈਂ ਬਹੁਤ ਟਾਈਮ ਤੋਂ ਇਹ ਸਾਡਾ ਜਿਹੜਾ ਐਪੀਸੋਡ ਚੱਲਦਾ, ਮੈਂ ਹਰ ਵਾਰੀ ਇਹੀ ਗੱਲ ਕਹਿਣਾ ਹੁੰਦਾ ਕਿ ਅੱਜ ਕੱਲ ਸਪੈਸ਼ਲਾਈਜੇਸ਼ਨ ਦਾ ਜ਼ਮਾਨਾ ਆ, ਤੁਸੀਂ ਆਪਣੇ ਵਿਸ਼ੇ ਵਿੱਚ ਮਾਹਰ ਹੋਣੇ ਚਾਹੀਦੇ ਆ, ਐਕਸਪਰਟ ਹੋਣੇ ਚਾਹੀਦੇ ਆ। ਮਤਲਬ ਇਹ ਨਹੀਂ ਹੈਗਾ ਕਿ ਕੰਮ ਚਲਾਊ ਨਹੀਂ ਹੈਗਾ, ਕਿਉਂਕਿ ਗਵਰਨਮੈਂਟ ਜੌਬ ਸਭ ਨੂੰ ਨਹੀਂ ਮਿਲਣੀਆਂ, ਪ੍ਰਾਈਵੇਟ ਸੈਕਟਰ ਦੇ ਵਿੱਚ ਬਹੁਤ ਅੱਛੀਆਂ ਜੌਬਸ ਆ। ਕਾਮਰਸ ਦੇ ਵਿੱਚ ਬੇਟਾ ਇੰਨੀਆਂ ਅੱਛੀ ਓਪਰਚੁਨਿਟੀ ਹੈ ਤੁਹਾਨੂੰ ਕਿ ਬਹੁਤ ਸਾਰੇ ਕਾਮਰਸ ਵਾਲੇ ਲੋਕ ਜਿਹੜੇ ਆ ਉਹ ਗਵਰਨਮੈਂਟ ਜੌਬ 'ਚ ਨਹੀਂ ਜਾਂਦੇ, ਉਹ ਪ੍ਰਾਈਵੇਟ ਸੈਕਟਰ 'ਚ ਆਉਂਦੇ ਆ, ਕਿਉਂਕਿ ਪ੍ਰਾਈਵੇਟ ਸੈਕਟਰ ਦੇ ਵਿੱਚ ਉਹਨਾਂ ਨੂੰ ਬਹੁਤ ਜ਼ਿਆਦਾ ਫੈਸਿਲਿਟੀਜ਼ ਮਿਲਦੀਆਂ ਹੈ। ਹੁਣ ਜੇ ਆਪਾਂ ਗੱਲ ਕਰੀਏ BAF ਹੈ ਨਾ, BAF ਬੇਟਾ ਇਹ ਨਾ ਮੇਜਰ ਇੰਸਟੀਟਿਊਸ਼ਨ ਹੁੰਦੇ ਆ ਆਪਣੇ ਪੰਜਾਬ ਦੇ ਵਿੱਚ ਵੀ। ਜੇ ਆਪਾਂ ਗੱਲ ਕਰੀਏ ਹਰ ਥਾਂ ਤੁਹਾਨੂੰ ਇਹ ਇੰਸਟੀਟਿਊਸ਼ਨ ਜਾਂ ਕਾਲਜ ਜਾਂ ਯੂਨੀਵਰਸਿਟੀ ਨਹੀਂ ਤੁਹਾਨੂੰ ਮਿਲਣੀ, ਇਹੋ ਬਸ ਪੰਜਾਬ ਦੇ ਵਿੱਚ ਵੀ 4-5 ਥਾਵਾਂ ਤੇ ਇਹ ਕੋਰਸ ਸਾਰੇ ਅਵੇਲੇਬਲ ਹੈਗੇ ਆ। ਪਰ ਮੈਂ ਨਾ ਇਹਦੇ ਨਾਲ ਹੀ, ਹੁਣ ਤੁਸੀਂ ਪਹਿਲੇ ਨੰਬਰ ਤੇ ਇਹਦਾ ਕੋਰਸ ਦਾ ਨਾਮ ਸੁਣ ਕੇ ਬੜਾ ਹੈਰਾਨ ਹੋ ਗਿਆ, ਬੜਾ ਅਜੀਬ ਜਿਹਾ, ਹੁਣ ਮੈਂ ਪਹਿਲੀ ਵਾਰੀ ਕਿਸੇ ਨੇ ਸੁਣਿਆ, ਪਹਿਲਾਂ ਬਿਲਕੁਲ ਜੀ ਹਾਂ, ਬਹੁਤ ਘੱਟ ਲੋਕਾਂ ਨੂੰ ਇਹਨਾਂ ਦੇ ਨਾਮਾਂ ਬਾਰੇ ਪਤਾ ਹੁੰਦਾ ਆ। ਬੇਟੇ ਮੈਂ ਤੁਹਾਨੂੰ ਇੱਕ ਗੱਲ ਰეკਮੈਂਡ ਕਰੂੰਗਾ ਕਿ ਸਾਡੇ ਪੰਜਾਬ ਦੇ ਵਿੱਚ ਵੀ ਬਹੁਤ ਸਾਰੇ ਸਰਕਾਰੀ ਅਦਾਰੇ ਹੈਗੇ ਆ ਜਿਨ੍ਹਾਂ ਦੇ ਵਿੱਚ ਇਹ ਕੋਰਸ ਹੁੰਦੇ ਆ, ਠੀਕ ਹੈ, ਜਿੰਨੀਆਂ ਵੀ ਸਾਡੀਆਂ ਸਰਕਾਰੀ ਯੂਨੀਵਰਸਿਟੀਆਂ ਹੈਗੀਆਂ ਆ ਉਹਨਾਂ ਤੱਕ ਅਪਰੋਚ ਕਰੋ। ਕਾਮਰਸ ਵਾਲੇ ਬੱਚਿਆਂ ਨੂੰ ਮੈਂ ਇੱਕ ਗੱਲ ਖਾਸ ਕਹੂੰਗਾ, ਤੁਸੀਂ ਜਿੰਨੇ ਰਿਪਿਊਟਡ ਅਦਾਰੇ ਤੋਂ, ਜਿੰਨਾ ਵੱਡਾ ਅਦਾਰਾ ਹੋਏਗਾ, ਜਿੰਨਾ ਨਾਮਵਰ ਅਦਾਰਾ ਹੋਏਗਾ ਜਿੱਥੋਂ ਤੁਸੀਂ ਕੋਰਸ ਕਰ ਰਹੇ ਹੋ, ਚਾਹੇ ਡਿਗਰੀ ਕਰ ਰਹੇ ਹੋ, ਬੈਚਲਰ ਡਿਗਰੀ ਕਰ ਰਹੇ ਹੋ, ਚਾਹੇ ਮਾਸਟਰ ਡਿਗਰੀ ਕਰ ਰਹੇ ਹੋ,
ਉਹਦਾ ਇੱਕ ਤੁਹਾਨੂੰ ਬੈਨੀਫਿਟ ਮਿਲਦਾ ਹੈ। ਉਹਦਾ ਇੱਕ ਅਲੱਗ ਬੈਨੀਫਿਟ ਤੁਹਾਨੂੰ ਮਿਲਦਾ ਹੈ। ਠੀਕ ਹੈ, ਹੁਣ ਪਹਿਲੇ ਨੰਬਰ ਤੇ ਮੈਂ ਦੱਸਤਾ BAF, ਦੁਬਾਰਾ ਸੁਣ ਲਓ ਜੀ, ਬੈਚਲਰ ਆਫ ਅਕਾਊਂਟੈਂਸੀ ਐਂਡ ਫਾਈਨਾਂਸ ਜੀ। ਜੇ ਤੁਸੀਂ ਬੈਚਲਰ ਜਿਹੜੀ ਡਿਗਰੀ ਆ ਉਹ ਅਕਾਊਂਟਸ ਦੇ ਵਿੱਚ ਕਰਨਾ ਚਾਹੁੰਦੇ ਆ, ਇਕੱਲੇ ਇੱਕੋ ਵਿਸ਼ੇ ਤੇ, ਇਕੱਲੇ ਇੱਕੋ ਵਿਸ਼ੇ ਦੇ ਵਿੱਚ, ਤੇ ਤੁਸੀਂ ਇਹ ਕੋਰਸ ਕਰ ਸਕਦੇ ਆ BAF। ਫਿਰ ਅੱਗੇ ਹੈਗਾ ਜੀ BFM, ਧਿਆਨ ਨਾਲ ਸੁਣੋ ਜੀ, ਬੈਚਲਰ ਆਫ, ਜਿਹੜੇ ਕੋਰਸ ਨੇ ਇਹ ਸਾਲ ਦੇ ਨਹੀਂ ਜੀ, ਨਹੀਂ ਹਾਂਜੀ, ਇਹ ਡਿਗਰੀ ਬਿਲਕੁਲ ਜੀ, ਹਾਂ ਇਹ ਡਿਗਰੀ ਕੋਰਸ ਜਿਨ੍ਹਾਂ ਬਾਰੇ ਨਾ ਮੈਂ ਹੁਣ ਜਿਹਦੇ ਮੋਰੇ B ਲੱਗਾ ਹੋਇਆ ਆ, ਇਟ ਮੀਨਸ ਉਹ ਬੈਚਲਰ ਲੈਵਲ ਦਾ ਕੋਰਸ ਆ, ਉਹ 3 ਸਾਲ ਦਾ ਹੈ ਨਾ, ਉਹ +2 ਕਾਮਰਸ ਤੋਂ ਬਾਅਦ ਉਹ ਹੋਣਾ ਹੁੰਦਾ ਹੈ ਜੀ। ਠੀਕ ਹੈ, ਇਹ ਯੂਨੀਵਰਸਿਟੀ ਦੇ ਵਿੱਚ ਮੋਸਟਲੀ ਪੰਜਾਬ ਦੇ ਵਿੱਚ ਜਿੰਨੀਆਂ ਵੀ ਯੂਨੀਵਰਸਿਟੀਆਂ ਹੈਗੀਆਂ ਸਾਡੀਆਂ ਸਰਕਾਰੀ, ਸਾਰੀਆਂ 'ਚ ਅਵੇਲੇਬਲ ਹੈਗੇ ਆ ਉਹ। ਠੀਕ ਹੈ, ਪ੍ਰਾਈਵੇਟ ਯੂਨੀਵਰਸਿਟੀਆਂ 'ਚ ਵੀ ਕਈਆਂ 'ਚ ਹੈਗੇ ਆ, ਬਹੁਤ ਸਾਰੀਆਂ ਥਾਵਾਂ ਤੇ ਹੈਗੇ ਆ। ਫਿਰ BFM ਦਾ ਧਿਆਨ ਨਾਲ ਸੁਣ ਲਓ ਜੀ, ਇਹ ਹੈਗਾ ਜੀ ਬੈਚਲਰ ਆਫ ਫਾਈਨਾਂਸ ਮਾਰਕੀਟਿੰਗ। ਜੇ ਤੁਸੀਂ ਫਾਈਨਾਂਸ ਮਾਰਕੀਟਿੰਗ ਦੇ ਬਾਰੇ 'ਚ ਕੋਰਸ ਕਰਨਾ ਚਾਹੁੰਦੇ, ਆਪਣੇ ਆਪ ਨੂੰ ਸਪੈਸ਼ਲ ਬਣਾਉਣਾ ਚਾਹੁੰਦੇ ਉਹਦੇ ਵਿੱਚ, ਇਸ ਵਿੱਚ ਮਹਾਰਤ ਹਾਸਲ, ਹਾਂ ਬਿਲਕੁਲ ਬਿਲਕੁਲ, ਫਿਰ ਤੁਸੀਂ BFM ਦੇ ਵਿੱਚ ਜਾਣਾ ਹੈ। BFM, ਹਾਂ, ਬੈਚਲਰ ਆਫ ਫਾਈਨਾਂਸ ਮਾਰਕੀਟਿੰਗ, ਇਹ ਵੀ 3 ਸਾਲ ਦਾ ਹੈ ਜੀ। ਇਹ ਤੇ ਮਤਲਬ ਸਰ ਜੀ BBIA ਕੁਛ ਇਦਾਂ ਦੇ ਵੀ ਕੋਰਸ ਹੁੰਦੇ ਬਿਲਕੁਲ ਜੀ, ਬਿਲਕੁਲ, ਹਾਂ। ਉਹ ਕੀ ਹੁੰਦੇ ਸਰ ਜੀ? ਇੱਕ ਤੇ ਇਹਨਾਂ ਦੇ ਨਾਂ ਹੀ ਇੰਨੇ ਛੋਟੇ ਜਿਹਾ ਕਰਕੇ ਰੱਖੇ ਹੋਏ, ਤੇ ਕੁਝ ਇਹਦੀ ਬੈਕਗ੍ਰਾਉਂਡ ਵੀ ਥੋੜੀ ਜਿਹੀ ਸੰਖੇਪ ਬਿਲਕੁਲ, ਹਾਂਜੀ। ਜਿੱਦਾਂ ਮੈਂ ਪਹਿਲਾਂ ਦੱਸਿਆ ਤੁਹਾਨੂੰ, ਤੇ ਇਦਾਂ ਹੀ ਇੱਕ BBI ਹੈ ਨਾ, ਬੈਚਲਰ ਆਫ ਬੈਂਕਿੰਗ ਐਂਡ ਇੰਸ਼ੋਰੈਂਸ, ਮਤਲਬ ਜੇ ਤੁਸੀਂ ਬੈਂਕ ਖੇਤਰ ਦੇ ਵਿੱਚ ਜਾਣਾ ਚਾਹੁੰਦੇ ਹੋ। ਬਿਲਕੁਲ ਜੀ, ਹਾਂ ਬਿਲਕੁਲ। ਦੇਖੋ ਜੀ, ਮੈਂ ਪਹਿਲਾਂ ਬੋਲਿਆ ਜਿੱਦਾਂ ਸਪੈਸ਼ਲਾਈਜੇਸ਼ਨ ਦਾ ਦੌਰ ਹੈ ਜੀ, ਤੇ ਉਹਦੇ ਲਈ ਤੁਹਾਨੂੰ BBI ਹੈ ਨਾ, ਇਹ ਵੀ ਮੈਂ ਜਦੋਂ ਬੱਚਿਆਂ ਨਾਲ ਗੱਲ ਕਰਦਾ, ਇਹ ਪਹਿਲੀ ਵਾਰੀ ਸੁਣੇ ਹੁੰਦੇ ਨਾਮ ਉਹਨਾਂ ਨੇ ਨਾ, ਇਹ ਬੇਟੇ ਬ੍ਰਾਂਚਸ ਹੈਗੀਆਂ ਅੱਗੇ ਜਿਨ੍ਹਾਂ ਨੇ ਬੈਚਲਰ ਆਫ ਬੈਂਕਿੰਗ ਐਂਡ ਇੰਸ਼ੋਰੈਂਸ। ਅੱਜ ਕੱਲ ਦੇਖੋ ਹਨਾ, ਗੱਡੀ ਦਾ ਇੰਸ਼ੋਰੈਂਸ ਆ, ਬੰਦੇ ਆਪਣੇ ਤਾਂ ਹੁੰਦੇ ਹੀ ਹੁੰਦੇ ਆ ਹਨਾ, ਹਾਂ, ਜਿੰਨੇ ਵੀ ਤੁਸੀਂ ਸਾਧਨ ਚਲਾ ਰਹੇ ਹੋ ਆਪਣੇ, 4 ਵਹੀਕਲ ਹੈ, 2 ਵਹੀਕਲ ਹੈ, ਸਭ ਦਾ ਇੰਸ਼ੋਰੈਂਸ ਜ਼ਰੂਰੀ ਹੈ। ਜੇ ਨਹੀਂ ਹੋਏਗਾ ਤੇ ਸਾਡਾ ਚਲਾਨ ਕਰ ਦਿੱਤਾ ਜਾਏਗਾ। ਬਿਲਕੁਲ, ਕੋਈ ਸ਼ੱਕ ਨਹੀਂ ਜੀ। ਬਿਲਕੁਲ, ਇਹਦਾ ਇੱਕ ਨਾ ਬ੍ਰੌਡ ਸਕੋਪ ਹੈਗਾ ਬੇਟੇ। ਠੀਕ ਹੈ, ਬੈਂਕਿੰਗ ਐਂਡ ਇੰਸ਼ੋਰੈਂਸ ਦੇ ਵਿੱਚ ਜੇ ਤੁਸੀਂ ਜਾਣਾ ਹੋਵੇ ਜੀ। ਇੱਕ ਤੁਸੀਂ ਹੋਰ ਪੁੱਛਿਆ ਨਾ BBA ਜੀ, ਤੇ ਇਹ ਵੀ ਇੱਕ ਬਹੁਤ ਵਧੀਆ ਹੈਗਾ। ਇਹ ਹੈਗਾ ਜੀ ਬੈਚਲਰ ਆਫ ਬਿਜ਼ਨਸ ਐਡਮਿਨਿਸਟ੍ਰੇਸ਼ਨ, ਇਹ ਵੀ ਡਿਗਰੀ ਕੋਰਸ ਹੈ, 3 ਸਾਲ ਦਾ ਆ। ਠੀਕ ਹੈ, ਇਹ ਆਪਣੇ ਜਿਹੜਾ BBA ਆ, ਇਹ ਆਪਣੇ ਏਰੀਏ ਵਿੱਚ ਵੀ ਹੋ ਜਾਂਦਾ। ਬਹੁਤ ਸਾਰੇ ਇੰਸਟੀਟਿਊਸ਼ਨ ਹੈਗੇ ਆ, ਜਿੱਦਾਂ ਆਪਣੇ ਮਿੱਠੜਾ ਕਾਲਜ ਹੈ ਨਾ, ਬੀਬੀ ਨਾਨਕੀ ਯੂਨੀਵਰਸਿਟੀ ਕਾਲਜ ਮਿੱਠੜਾ ਹੈ ਨਾ, ਤੇ ਹੋਰ ਵੀ ਕਪੂਰਥਲਾ ਡਿਸਟ੍ਰਿਕਟ, ਹਾਂਜੀ ਕਪੂਰਥਲਾ ਡਿਸਟ੍ਰਿਕਟ, ਰੇਲ ਕੋਚ ਫੈਕਟਰੀ ਦੇ ਬਿਲਕੁਲ ਨੇੜੇ ਪਿੰਡ ਹੈ ਮਿੱਠੜਾ। ਫਿਰ ਹੋਰ ਵੀ ਜਿੰਨੇ ਸਾਡੇ ਲਾਗੇ ਸਰਕਾਰੀ ਅਦਾਰੇ ਹੈਗੇ, ਕਾਲਜ ਹੈਗੇ, ਉਹਨਾਂ ਸਾਰਿਆਂ 'ਚ BBA ਅਵੇਲੇਬਲ ਆ, ਤੁਸੀਂ ਕਰ ਸਕਦੇ ਆ। BBA ਬਹੁਤ ਅੱਛਾ ਕੋਰਸ ਹੈ BBA, ਉਹ ਵੀ ਬਹੁਤ। ਤੁਸੀਂ ਐਡਮਿਨਿਸਟ੍ਰੇਸ਼ਨ ਲੈਵਲ ਤੇ, ਅਗਰ ਬਿਜ਼ਨਸ ਲੈਵਲ ਦੇ ਵਿੱਚ ਤੁਸੀਂ ਐਡਮਿਨਿਸਟ੍ਰੇਸ਼ਨ ਲੈਵਲ ਦੇ ਵਿੱਚ ਜਾਣਾ ਹੈ, ਫਿਰ ਤੁਸੀਂ ਇਹ ਕੋਰਸ ਕਰ ਸਕਦੇ ਆ। ਬਿਲਕੁਲ ਜੀ। ਤੇ ਸਰ ਜੀ ਹੁਣ ਕਲੀਅਰ ਥੋੜਾ ਜਿਹਾ ਕਰ ਦਿਓ ਕਿ ਜੇ ਕੱਲਾ ਬੈਂਕਿੰਗ ਦੇ ਲਈ ਆ ਨਾ, ਤੇ ਉਹ 3 ਸਾਲ ਦਾ ਹੀ ਆ, ਤੇ ਵੈਸੇ ਉਦਾਂ ਸਾਨੂੰ ਇਹ ਕਹਿ ਦਿੰਦਾ ਕਮਰਸ ਕਰ ਲਓ +2, ਬਾਅਦ ਚ BCom ਕਰ ਲਓ, MCom ਕਰ ਲਓ, ਤੇ ਫਿਰ ਜੇ ਤੁਸੀਂ ਗਾਂ ਕੁਝ ਕਰਨਾ ਚਾਹੁੰਦੇ ਤਾਂ ਫਿਰ ਉਹ ਦੇਖ ਲਿਓ ਹਨਾ। ਤੇ ਆ ਕਲੀਅਰ ਨਹੀਂ ਕੀਤਾ ਜਾਂਦਾ ਹੈ ਕਿ +2 ਤੋਂ ਬਾਅਦ ਵਿੱਚ ਆਹ ਵਾਲੇ ਕੋਰਸ ਵੀ ਅਸੀਂ ਬਾਅਦ ਵਿੱਚ ਵੱਖ-ਵੱਖ ਤਰ੍ਹਾਂ ਕਰ ਸਕਦੇ ਜੀ, ਕਰ ਸਕਦੇ। ਜਿੰਨੇ ਵੀ ਸੁਣਨ ਵਾਲੇ ਆ, ਮੈਂ ਤੁਹਾਨੂੰ ਕਲੀਅਰ ਕਰ ਦਵਾਂ ਜੀ ਕਿ ਨਾ ਤੁਸੀਂ ਖੁਦ ਥੋੜਾ ਜਿਹਾ ਅਵੇਅਰ ਹੋਵੋ, ਪਤਾ ਕਰੋ ਮਾਰਕੀਟ। ਇਹ ਬੇਟਾ ਇਹ ਸਾਰੀ ਜਿਹੜੇ ਨਾ ਕੋਸ਼ਿਸ਼ ਤਾਂ ਕਰਦੇ ਆ ਹਨਾ, ਪਰ ਉਹਨਾਂ ਨੂੰ ਕਿਤੇ ਕਿਸੇ ਬੰਨੇ ਵੀ ਕੋਈ ਉਹਨਾਂ ਦੀ ਝੋਲੀ ਦੇ ਵਿੱਚ ਕੁਝ ਨਹੀਂ ਪੈਂਦਾ। ਤੇ ਜਾਂ ਇਹ ਕਹਿ ਲਓ ਕਿ ਇਹਦੇ ਬਾਰੇ ਸਾਡੇ ਜਿੱਥੇ ਅਸੀਂ ਜਿਸ ਲੈਵਲ ਤੇ ਹੈਗੇ ਆ, ਉਹ ਮਤਲਬ ਇੰਨਾ ਗਾਂ ਦੀ ਗਾਂ ਖੋਜ ਨਹੀਂ ਕਰਦੇ, ਸਿਰਫ ਦੂਜੇ ਵਿਸ਼ਿਆਂ ਨੂੰ ਲੈ ਕੇ, ਤੇ ਸਿਰਫ ਆਰਟਸ ਕਮਰਸ ਤੇ ਬਸ MA ਤੇ ਇਹ ਮਾਸਟਰ ਡਿਗਰੀ ਨੂੰ ਨਾ ਵੱਖ-ਵੱਖ, ਇਹ ਤਾਂ ਵੱਡੇ ਕਾਲਜਾਂ ਦੇ ਵਿੱਚ ਕੋਰਸ ਹੋਣਗੇ ਨਾ, ਜਾਂ ਯੂਨੀਵਰਸਿਟੀਆਂ ਦੇ ਵਿੱਚ ਖਾਸ ਕਰਕੇ ਹੋਣਗੇ, ਉੱਥੋਂ ਤੱਕ ਬੱਚਾ ਅਪਰੋਚ ਹੀ ਨਹੀਂ ਕਰਦਾ। ਉਹ ਛੋਟੇ ਲੈਵਲ ਦੇ ਕਾਲਜਾਂ ਤੱਕ ਆਉਂਦਾ ਹੈ, ਤੇ ਸਰਕਾਰੀ ਸਕੂਲ ਦੇ ਵਿੱਚ ਜਾਂਦਾ, ਤੇ ਉੱਥੇ ਬਸ +2 ਆਰਟਸ ਆ, ਕਮਰਸ ਆ, ਤੇ ਜਾਂ ਮੈਡੀਕਲ ਆ ਨਾ। ਤੇ ਇਹ ਚੀਜ਼ਾਂ ਦੇ ਵਿੱਚ ਇੰਨੀਆਂ ਕੁ ਚੀਜ਼ਾਂ ਆ, ਬੜੀਆਂ ਵੱਡੀਆਂ ਚੀਜ਼ਾਂ ਜਿਹੜੀਆਂ ਖੋਜ ਆ, ਮਤਲਬ ਕੋਰਸਿਸ ਆ ਹਨਾ, ਤੇ ਇਹਨਾਂ ਬਾਰੇ ਤਾਂ ਕੋਈ ਦੱਸਦਾ ਹੀ ਨਹੀਂ, ਕੋਈ ਵੀ ਮਤਲਬ ਨਾ ਤਾਂ ਕੋਈ ਕਦੇ ਐਡ ਆਈ ਆ, ਤੇ ਨਾ ਹੀ ਤੇ ਕਿਸੇ ਵੱਡੇ ਮੈਂਬਰ ਨੇ ਕਦੇ ਅੱਜ ਤੱਕ, ਜਿਹੜਾ ਮਤਲਬ ਐਜੂਕੇਸ਼ਨ ਡਿਪਾਰਟਮੈਂਟ ਦੇ ਵਿੱਚ ਆ, ਉਹਨਾਂ ਨੇ ਕਦੇ ਇਹਨਾਂ ਕੋਰਸਾਂ ਬਾਰੇ ਗੱਲ ਕੀਤੀ ਹੈ, ਤਾਂ ਫਿਰ ਬੱਚੇ ਦੀ ਮੈਮਰੀ 'ਚ ਕਿੱਥੇ ਜਾਊਗੀ? ਬਿਲਕੁਲ ਜੀ, ਬਿਲਕੁਲ, ਹਾਂ ਮੈਂ ਤੁਹਾਡੀ ਗੱਲ ਸਮਝਦਾ ਹਾਂ। ਪਹਿਲਾਂ ਵੀ ਮੈਂ ਦੱਸਿਆ ਵੀ ਇਹ ਸਾਡੀ ਤਰਾਸਦੀ ਹੈ ਕਿ ਅਸੀਂ ਬੱਚਿਆਂ ਨੂੰ ਦੱਸ ਦੇਈਏ ਨਾ, ਕਿਉਂਕਿ ਮੈਂ ਇਸ ਮਾਧਿਅਮ ਤੋਂ ਝੂਠ ਨਹੀਂ ਮਾਰਨਾ ਜੀ, ਕਿਉਂਕਿ ਮੇਰੀ ਆਪਣੀ ਨੇਚਰ ਆ ਨਾ, ਮੇਰਾ ਨਿੱਜੀ ਵਿਚਾਰ ਹੈ ਕਿ ਮੈਂ
ਕਦੀ ਵੀ ਵੈਸੇ ਇੱਕ ਜਿਹੜਾ ਨਾ ਰਿਪਿਊਟਡ ਜਾਂ ਇੱਕ ਤੁਸੀਂ ਰਿਸਪੌਂਸਿਬਲ ਚੇਅਰ ਤੇ ਬੈਠੇ ਆ ਫਿਰ ਤੁਸੀਂ ਜਵਾਬਦੇਹ ਹੁੰਦੇ ਹੋ ਉਸ ਚੀਜ਼ ਲਈ, ਬਿਲਕੁਲ ਹੈ ਨਾ? ਜੀ ਠੀਕ ਹੈ। ਪਰ ਜੇ ਆਪਾਂ ਪਤਾ ਸਾਰਿਆਂ ਨੂੰ ਹੀ ਆ ਵੀ ਕਿੰਨਾ ਕੁ ਸਕੂਲਾਂ ਵਾਲੇ ਜਿਹੜੇ ਆ ਜਾਂ ਕਾਲਜਾਂ ਵਾਲੇ ਕਿੰਨਾ ਕੁ ਬੱਚਿਆਂ ਨੂੰ ਅਵੇਅਰ ਕਰਦੇ, ਇਹ ਚ ਕੋਈ ਓਲਾ ਨਹੀਂ ਹੈਗਾ ਨਾ। ਨਹੀਂ ਕਰਦੇ, ਕੁਝ ਹਾਂ, ਨਹੀਂ ਕਰਦੇ। ਮੈਂ ਤਾਂ ਵੀ ਕਹਿੰਦੀ ਕੁਝ ਇਹ ਚ ਨਹੀਂ ਕੋਈ ਕਰਦੇ। ਓਲਾ ਨਹੀਂ ਹੈਗਾ, ਕਿਉਂਕਿ ਮੈਂ ਝੂਠ ਨਹੀਂ ਮਾਰਨਾ ਚਾਹੁੰਦਾ ਇਸ ਮਾਧਿਅਮ ਤੋਂ। ਤੇ ਪਰ ਅਸੀਂ ਕੋਸ਼ਿਸ਼ ਕਰਦੇ ਆ ਕਿ ਬੱਚਿਆਂ ਨੂੰ ਹਰ ਲੈਵਲ ਤੋਂ ਉਹਨਾਂ ਨੂੰ ਦੱਸਿਆ ਜਾਵੇ। ਪਰ ਮੈਂ ਇੱਥੇ ਨਾ ਇੱਕ ਖਾਸ ਟਿਪਸ ਦੇਣਾ ਚਾਹੂੰਗਾ ਬੱਚਿਆਂ ਨੂੰ। ਜੀ ਬੇਟੇ, ਸੋਸ਼ਲ ਮੀਡੀਆ ਦੇ ਵਿੱਚ ਇੱਕ ਸਾਡੇ ਕੋਲ YouTube ਆ, ਤੁਸੀਂ ਇੱਕ ਵਾਰੀ ਖੋਲ ਕੇ ਦੇਖੋ ਉਹਨੂੰ। ਬਿਲਕੁਲ। ਸਾਡੇ ਸਕੂਲ ਦੇ ਵਿੱਚ ਵੀ ਪੇਰੈਂਟਸ ਜਦੋਂ ਆਉਂਦੇ ਆ ਸਾਨੂੰ ਬਹੁਤ ਵਾਰੀ ਕਹਿੰਦੇ ਆ ਕਿ ਸਰ ਬੱਚੇ ਮੋਬਾਈਲ ਬਹੁਤ ਯੂਜ਼ ਕਰਦੇ ਆ। ਮੈਂ ਉਹਨਾਂ ਨੂੰ ਹਮੇਸ਼ਾ ਕਹਿੰਦਾ ਹੁੰਦਾ ਕਿ ਮੋਬਾਈਲ ਸਾਡੀ ਮਜਬੂਰੀ ਬਣ ਗਈ ਆ। ਬਿਲਕੁਲ, ਆ ਲਾਕਡਾਊਨ ਨੇ ਕਰਤਾ। ਹਾਂ, ਸਾਡੀ ਮਜਬੂਰੀ ਆ, ਸਾਡੇ ਕੋਲ ਇਹਦਾ ਕੋਈ ਅਲਟਰਨੇਟਿਵ ਹੈ ਨਹੀਂ, ਹੈਨਾ? ਸਾਡੇ ਕੋਲ ਇਹਦਾ ਕੋਈ ਦੂਜਾ ਬਦਲ ਨਹੀਂ ਹੈਗਾ। ਬਿਲਕੁਲ ਜੀ, ਹੈਨਾ? ਉਹਦੇ ਲਈ ਬਦਲ ਨਾ ਹੋਣ ਕਰਕੇ ਹੁਣ ਬੱਚਿਆਂ ਨੂੰ ਅਸੀਂ ਮੋਟੀਵੇਟ ਕਰਨਾ ਆ ਜੀ। ਅਸੀਂ ਬੱਚਿਆਂ ਨੂੰ ਸਮਝਾਉਣਾ ਆ ਕਿ ਤੁਸੀਂ ਮੋਬਾਈਲ ਨੂੰ ਯੂਜ਼ ਕਿੱਦਾਂ ਕਰਨਾ ਆ ਜੀ। ਚੀਜ਼ ਯੂਜ਼ ਕਰਨੀ ਅਸੀਂ ਬੱਚੇ ਨੂੰ ਸਿਖਾਉਣੀ ਆ। ਮੈਂ ਬੱਚਿਆਂ ਨੂੰ ਕਹਿਣਾ ਚਾਹੂੰਗਾ, ਜਿੰਨੇ ਵੀ ਮਾਪੇ ਜਾਂ ਬੱਚੇ ਸੁਣ ਰਹੇ ਆ, ਤੇ ਤੁਸੀਂ YouTube ਤੇ ਜਾਓ, ਠੀਕ ਹੈ? ਉੱਥੇ ਸਰਚ ਮਾਰੋ ਤੇ ਤੁਹਾਨੂੰ ਬਹੁਤ ਸਾਰੇ ਜਿਹੜੇ ਕੋਰਸ ਆ ਉਹ ਮਿਲ ਜਾਣਗੇ, ਠੀਕ ਹੈ ਜੀ? ਤੁਸੀਂ ਉੱਥੋਂ ਸਰਚ ਕਰ ਸਕਦੇ ਆ। ਜੇ ਆਪਾਂ ਕਹੀਏ ਨਾ ਕਿ ਸਾਨੂੰ ਦੱਸਦਾ ਨਹੀਂ ਕੋਈ ਵੀ ਕਿਸੇ ਨੂੰ। ਸਹੀ ਗੱਲ ਹੈ, ਕੋਈ ਨਹੀਂ ਦੱਸਦਾ। ਨਹੀਂ, ਇਹ ਸੱਚ ਆ, ਬਿਲਕੁਲ ਝੂਠ ਨਹੀਂ। ਬਿਲਕੁਲ, ਇਹ ਸੱਚਾਈ ਹੈ। ਬੜੀ ਅਪਰੋਚ ਕੀਤੀ ਵੀ ਥੋੜਾ ਵੱਖਰਾ ਕੀਤਾ ਜਾਵੇ, ਹਨਾ? ਥੋੜੀ ਵੱਖਰੀ ਸਟੱਡੀ ਕੀਤੀ ਜਾਵੇ, ਕੋਈ ਦੱਸਦਾ ਹੀ ਨਹੀਂ। ਤੇ ਜੇ ਕੋਈ ਦੱਸਣ ਵਾਲਾ ਹੁੰਦਾ ਆ ਤਾਂ ਉਹਦੇ ਤੱਕ ਸਾਡੀ ਪਹੁੰਚ ਨਹੀਂ ਹੁੰਦੀ, ਹਨਾ? ਤੇ ਜਿੱਥੇ ਪਹੁੰਚ ਵਾ ਤੇ ਉੱਥੇ ਉਹ ਕੋਈ ਦੱਸਦਾ ਨਹੀਂ। ਬਸ ਇਹਨਾਂ ਕਹਿੰਦੇ ਕਮਰਸ ਕਰ ਲਓ, ਨੌਕਰੀ ਤਾਂ ਮਿਲਣੀ ਨਹੀਂ। ਮਤਲਬ ਆਏ ਕਰਕੇ ਬੱਚੇ ਦਾ ਮਨੋਬਲ ਡਿੱਗ ਦਿੱਤਾ ਜਾਂਦਾ। ਹਾਂਜੀ, ਮੈਂ ਨਾ ਬਹੁਤ ਸੋਹਣਾ ਤੁਸੀਂ ਕੁਐਸਚਨ ਕੀਤਾ ਭੈਣ ਜੀ। ਮੈਂ ਨਾ ਸਾਰਿਆਂ ਨੂੰ ਇੱਕ ਗੱਲ ਕਹੂੰਗਾ ਕਿ ਏਦਾਂ ਨਹੀਂ ਆਪਾਂ ਕਹਿ ਸਕਦੇ। ਹੁਣ ਜੇ ਮੈਂ ਤੁਹਾਨੂੰ ਕਹਾਂ ਕਿ ਤੁਸੀਂ ਬੇਟੇ CS ਕਰ ਲਓ, ਹਨਾ, ਤੇ ਤੁਹਾਨੂੰ ਇੰਨਾ ਪੈਕੇਜ ਮਿਲੇਗਾ। ਹੁਣ ਜੇ ਮੈਂ ਬੋਲਾਂ ਕਿ ਤੁਹਾਨੂੰ ਸਾਲ ਦਾ ਇੰਨਾ ਮਿਲੇਗਾ, ਤੇ ਮੈਨੂੰ ਲੱਗਦਾ ਇਸ ਪਲੇਟਫਾਰਮ ਤੋਂ ਬਹੁਤ ਸਾਰੇ ਲੋਕ ਕਮੈਂਟ ਕਰ ਦੇਣਗੇ ਕਿ ਸਰ ਤੁਸੀਂ ਝੂਠ ਮਾਰਦੇ ਆ, ਹੈਨਾ? ਹੁਣ ਮੈਂ ਦੱਸਾਂ ਕਿ ਕਿੰਨੀ ਹੁੰਦੀ ਤਨਖਾਹ CS ਦੀ ਜੀ, ਜਿਹੜੇ ਦੱਸਣਾ ਚਾਹੀਦਾ ਬੱਚਿਆਂ ਦੇ ਹੋਰ ਮਨ ਨੂੰ ਕੀਤਾ ਜਾਵੇ ਕਿ ਬੱਚਾ ਇਸ ਬੰਨੇ ਆਵੇ। ਬਿਲਕੁਲ ਜੀ, ਬਿਲਕੁਲ। ਬੇਟੇ, ਮੈਂ ਨਾ ਆਪਣੇ ਸੁਲਤਾਨਪੁਰ ਕਪੂਰਥਲਾ ਦੇ ਵਿੱਚੋਂ ਬਹੁਤ ਸਾਰੇ ਕਮਰਸ ਵਾਲੇ ਬੰਦਿਆਂ ਦੇ ਤੁਹਾਨੂੰ ਨਾਂ ਦੱਸ ਸਕਦਾ ਹੈ ਜਿਹੜੇ ਆਪਣੀਆਂ ਸਰਕਾਰੀ ਜੌਬ ਛੱਡ ਕੇ ਪ੍ਰਾਈਵੇਟੇਸ਼ਨ ਚ ਆਏ ਆ, ਹੈਨਾ? ਹੁਣ ਜੇ ਆਪਾਂ CS ਦੀ ਗੱਲ ਕਰੀਏ, ਕੰਪਨੀ ਸੈਕਟਰੀ, ਠੀਕ ਹੈ ਬੇਟੇ, ਬੈਸਟ ਪੈਕੇਜ ਮਿਲਦੇ ਆ, ਬੈਸਟ ਪੈਕੇਜ। ਜਿਹੜੇ ਬੱਚਿਆਂ ਮਤਲਬ ਸੀਟਾਂ ਬਹੁਤ ਖਾਲੀ ਆ, ਪਰ ਮੈਂਬਰ ਜਿਹੜੇ ਅਵੇਲੇਬਲ ਨਹੀਂ ਹੈਗੇ ਉਹਨਾਂ ਦੇ ਕੋਲ। ਹਰ ਬੇਟੇ ਦੇਖੋ, ਅੱਜ ਦਾ ਜ਼ਮਾਨਾ ਆਨਲਾਈਨ ਜ਼ਮਾਨਾ ਆ। ਬਿਲਕੁਲ, ਹਰ ਕੰਪਨੀ ਪ੍ਰੋਫਿਟ ਲੈਣਾ ਚਾਹੁੰਦੀ ਆ, ਹਰ ਬਿਜ਼ਨਸਮੈਨ ਪ੍ਰੋਫਿਟ ਲੈਣਾ ਚਾਹੁੰਦਾ, ਲੇਕਿਨ ਹਰ ਬਿਜ਼ਨਸਮੈਨ ਜਿਹੜਾ ਅੱਛਾ ਬਿਜ਼ਨਸਮੈਨ ਆ ਉਹ ਕਦੀ ਵੀ ਸਰਕਾਰ ਨਾਲ ਧੋਖਾ ਨਹੀਂ ਕਰਦਾ। ਉਹਨੂੰ ਪਤਾ ਆ ਕਿ ਆਨਲਾਈਨ ਸਿਸਟਮ ਆ, ਠੀਕ ਹੈ, ਮੇਰੀ ਗਲਤੀ ਫੜੀ ਜਾਣੀ ਆ। ਇਸ ਲਈ ਕੋਈ ਵੀ ਬਿਜ਼ਨਸਮੈਨ ਅੱਜ ਦੇ ਜ਼ਮਾਨੇ 'ਚ ਗਲਤੀ ਨਹੀਂ ਕਰਦਾ, ਬਿਲਕੁਲ, ਠੀਕ ਹੈ? ਔਰ ਨਾ ਉਹ ਕਿਸੇ ਗਲਤ ਬੰਦੇ ਨੂੰ ਰੱਖਣਾ ਹੀ ਚਾਹੁੰਦਾ ਆ। ਬਹੁਤ ਅੱਛੀ ਪੇਮੈਂਟ ਮਿਲਦੀ ਆ। ਲੋਕ ਜਿਹੜੇ ਕਮਰਸ ਵਾਲੇ ਬੰਦੇ ਆ ਜਾਂ ਕਮਰਸ ਵਾਲੇ ਬੱਚੇ ਆ, ਉਹ ਸਰਕਾਰੀ ਸੈਕਟਰ 'ਚ ਜਾਣਾ ਹੀ ਨਹੀਂ ਚਾਹੁੰਦੇ ਜੀ। ਹੁਣ ਪਹਿਲਾਂ ਆਪਾਂ ਗੱਲ ਕਰ ਲੈਂਦੇ ਆ ਕਿ ਜਿਹੜੇ ਆਪਾਂ ਨੂੰ ਕਿੰਨਾ ਕੁ ਪਤਾ ਕਮਰਸ ਬਾਰੇ, ਜਿੱਦਾਂ ਹੁਣ ਤੁਸੀਂ ਵੀ ਗੱਲ ਕੀਤੀ ਆ। ਹੁਣ ਕਮਰਸ ਵਾਲੇ ਬੱਚੇ ਜਿਹੜੇ ਆ, ਜਾਂ ਤਾਂ BCom ਕਰ ਲਓ, MCom ਕਰ ਲਓ ਤਾਂ ਤੁਸੀਂ ਕਾਲਜ ਚ ਲੈਕਚਰ ਲੱਗ ਜਾਓਗੇ। ਜੇ ਤੁਸੀਂ BCom ਜਾਂ MCom ਕੀਤੀ ਹੋਈ ਆ, ਫਿਰ ਤੁਸੀਂ B.Ed ਕਰ ਲਓ। B.Ed ਕਰਕੇ ਤੁਸੀਂ ਪੋਸਟ ਗ੍ਰੈਜੂਏਟ ਟੀਚਰ ਬਣ ਜਾਣੇ, ਜਿਹਨਾਂ ਨੂੰ PGT ਅਸੀਂ ਕਹਿ ਦਿੰਦੇ ਆ, ਹੈਨਾ? ਜਿਹੜੇ ਬੰਦੇ ਜਿਹੜੇ ਆ 9ਵੀਂ 10ਵੀਂ ਤੇ 11ਵੀਂ 12ਵੀਂ ਵਾਲੇ ਬੱਚਿਆਂ ਨੂੰ ਪੜਾਉਂਦੇ ਆ, ਉਹ ਟੀਚਰ ਤੁਸੀਂ ਬਣ ਸਕਦੇ ਆ। ਇਹ ਵੀ ਬਹੁਤ ਵਧੀਆ ਕਨਸੈਪਟ ਆ। ਮੈਂ ਆਮ ਲੋਕਾਂ ਨੂੰ ਸੁਣਿਆ ਜੀ ਕਿ BCom ਵਾਲੇ ਨਾ B.Ed ਨਹੀਂ ਕਰ ਸਕਦੇ, ਇਹਨਾਂ ਨੂੰ ਜੌਬ ਨਹੀਂ ਮਿਲਦੀ। ਵੀ ਇਹ ਗੱਲ ਬਿਲਕੁਲ ਗਲਤ ਹੈ। ਸਾਡੀ ਹਾਈਟ ਜਿਹੜੇ ਖਿਆਲੀ ਪਲਾਓ ਬਿਲਕੁਲ ਕਰੋਏ ਜਾਂਦੀ, ਇਹਦਾ ਏਦਾਂ ਨਹੀਂ, ਕਿਸੇ ਨੇ ਏਦਾਂ ਨਹੀਂ ਕਹਿਣਾ ਬੇਟੇ। ਕਿਸੇ ਜਿੰਨੇ ਵੀ ਸੁਣਨ ਵਾਲੇ ਆ ਜਾਂ ਜਿੰਨੇ ਮਾਪੇ ਸੁਣ ਰਹੇ ਆ ਜਾਂ ਸਮਝਦਾਰ ਲੋਕ ਜਿੰਨੇ ਵੀ ਸੁਣ ਰਹੇ ਆ, ਕਦੀ ਕਿਸੇ ਨੂੰ ਏਦਾਂ ਨਾ ਕਹੋ ਵੀ ਤਨਖਾਹ ਨਹੀਂ ਮਿਲਣੀ, ਜੌਬ ਨਹੀਂ ਮਿਲਣੀ, ਏਦਾਂ ਨਾ ਕਰੋ। ਤੇ ਸਰ ਜੀ, ਇਹਦੇ ਵਿੱਚ ਇੱਕ ਹੋਰ ਚੀਜ਼ ਵੀ ਹੈ, ਜੇ ਤੁਸੀਂ BCom ਕਰਦੇ ਹੋ ਕਮਰਸ ਤੋਂ ਬਾਅਦ ਵਿੱਚ, ਤੁਹਾਡੇ ਕੋਲ ਟਿਊਸ਼ਨ ਸਭ ਤੋਂ ਬੈਸਟ ਹੈਗਾ, ਕਿਉਂਕਿ ਤੁਹਾਡੇ ਕੋਲ ਮੈਥ ਦੀ ਪਕੜ ਹੁੰਦੀ, ਤੁਹਾਡੇ ਕੋਲ ਅਕਾਊਂਟ ਦੀ ਪਕੜ ਹੁੰਦੀ ਹੈ, ਤੁਹਾਡੇ ਕੋਲ ਮਤਲਬ ਇੰਗਲਿਸ਼ ਦਾ ਬਹੁਤ ਖਜ਼ਾਨਾ ਹੋ ਜਾਂਦਾ ਹੈ ਨਾ, ਤੇ ਤੁਹਾਡਾ ਆਪਣਾ ਸਟੈਮਿਨਾ ਬਹੁਤ ਮਜ਼ਬੂਤ ਹੋ ਜਾਂਦਾ, ਤੇ ਤੁਸੀਂ ਜੋ ਮਰਜ਼ੀ ਕਰ ਸਕਦੇ ਹੋ। ਹਾਂਜੀ, ਜਿੱਦਾਂ ਹੁਣ ਤੁਸੀਂ ਬੋਲਿਆ ਅਕਾਊਂਟ ਦੀ, ਜੇ ਆਪਾਂ ਗੱਲ ਕਰੀਏ ਨਾ, ਪਹਿਲੇ ਨੰਬਰ ਤੇ ਤੁਸੀਂ ਟਿਊਸ਼ਨ ਵਰਕ ਅੱਜ ਕੱਲ ਬਹੁਤ ਮਿਲ ਜਾਂਦਾ ਕਮਰਸ ਵਾਲਿਆਂ ਨੂੰ ਜੀ, ਹੈਨਾ? ਜਿਹੜੇ ਕਮਰਸ ਟੀਚਰ ਆ, ਹੈਨਾ, ਤੇ ਉਹਨਾਂ ਨੂੰ ਬਹੁਤ ਜ਼ਿਆਦਾ ਟਿਊਸ਼ਨ ਮਿਲ ਜਾਂਦੀ ਹੈ, ਠੀਕ ਹੈ? ਬੜੀ ਡਿਮਾਂਡ ਬਹੁਤ ਆ ਇਹਦੇ ਵਿੱਚ, ਬਹੁਤ ਜ਼ਿਆਦਾ ਡਿਮਾਂਡ ਹੈ। ਬੇਟੇ, ਇੱਕ ਗੱਲ ਦਾ ਖਿਆਲ ਰੱਖਿਓ, ਠੀਕ ਹੈ? ਕਮਰਸ ਕਰਕੇ
ਤੁਸੀਂ ਕੋਰਸ ਬੀਕਾਮ ਕਰਕੇ ਐਮਕਾਮ ਕਰਕੇ ਵੀ ਤੁਸੀਂ ਬੜੇ ਕੋਰਸ ਮੈਂ ਦੱਸਿਆ ਤਾਂ ਢੇਰ ਪਿਆ ਕੋਰਸਾਂ ਦੀ ਨਾ, ਹਜੇ ਗੱਲ ਹੀ ਆਪਣੀ ਦੋ ਤਿੰਨਾਂ ਤੇ ਨਹੀਂ ਤਾਂ ਆਪਾਂ ਫਿਰ ਉਧਰ ਨੂੰ ਵੱਧ ਲਈਏ ਥੋੜਾ ਜਿਹਾ, ਨਾਲ ਦੇ ਨਾਲ ਗੱਲਾਂ ਦੇ ਨਾਲ ਨਾਲ ਹਾਂਜੀ ਬਿਲਕੁਲ ਜੀ, ਬਿਲਕੁਲ ਜੀ, ਬਿਲਕੁਲ ਸਰ ਜੀ। ਇੱਕ ਆਪਣੇ ਇਦਾਂ ਕਿਹਾ ਜਾਂਦਾ ਹੈ ਕਿ ਬੀਕਾਮ ਕਰ ਲਓ ਜਾਂ 1 ਸਾਲ ਦੇ ਡਿਪਲੋਮੇ ਹੁੰਦੇ ਆ ਕਿ ਤੁਸੀਂ ਮੈਥ ਦਾ ਵੱਖਰਾ ਕਰ ਲਓ, ਹਨਾ, ਵੱਖਰਾ ਵੱਖਰਾ ਕਰ ਲਓ, ਕਿ ਇਹੋ ਜਿਹਾ ਵੀ ਕੋਰਸ ਹੈਗਾ ਜਿਹਦੇ ਵਿੱਚ ਮੈਥ ਵੀ ਹੈ, ਕੰਪਿਊਟਰ ਵੀ ਹੈ ਤੇ ਅਕਾਊਂਟ ਵੀ ਹੈ, ਸਾਰਾ ਕੁਝ ਹੈਗਾ ਹੈ, ਕਿ ਮਤਲਬ ਬੱਚਾ ਪਜ਼ਲ ਨਾ ਹੋਵੇ। ਆਪਾਂ ਸਾਰੀਆਂ ਕੈਟਾਗਰੀਆਂ ਜੇ ਦੱਸ ਦਈਏ ਵੀ ਜੇ ਬੱਚਾ ਕੰਪਿਊਟਰ ਦੇ ਵਿੱਚ ਰੁਚੀ ਰੱਖਦਾ ਤੇ ਉਹ ਕੱਲਾ BCA ਕਰ ਸਕਦਾ ਆ ਜਾਂ ਮਤਲਬ ਕੁਝ ਹੋਰ ਕਰ ਸਕਦਾ ਨਾ, ਕਿਉਂਕਿ ਉਹਦੇ ਵਿੱਚ ਥਿਊਰੀ ਤੇ ਪ੍ਰੈਕਟੀਕਲ ਦੋਨੋਂ ਚੀਜ਼ਾਂ ਹੁੰਦੀਆਂ ਨਾ, ਬਿਲਕੁਲ ਸੌਫਟਵੇਅਰ ਤੇ ਦੂਸਰੇ ਹਾਰਡਵੇਅਰ ਦਾ ਵੀ ਹੈ ਨਾ, ਸਾਰਾ ਕੁਝ ਹੁੰਦਾ। ਸਰ ਜੀ ਇਹ ਇੱਕ ਲੈਵਲ ਬੱਚੇ ਦਾ ਬਣਾਉਣਾ, ਆਪਾਂ ਉਹਦੀ ਮਾਨਸਿਕਤਾ ਨੂੰ ਦੇਖਣਾ, ਕਿ ਮਤਲਬ ਇੱਕ ਅਧਿਆਪਕ ਦਾ ਵੀ ਕੰਮ ਹੁੰਦਾ, ਪੇਰੈਂਟਸ ਦਾ ਵੀ ਹੁੰਦਾ, ਬੱਚੇ ਦਾ ਆਪਣਾ ਆਪ ਵੀ ਹੁੰਦਾ ਹੈ ਕਿ ਮੇਰੀ ਪਕੜ ਇਸ ਬੰਨੇ ਨੂੰ ਆ, ਪਰ ਮੈਂ ਆਹ ਸਬਜੈਕਟ ਕਿਉਂ ਰੱਖਿਆ ਤੇ ਇਹ ਚੀਜ਼ ਨੂੰ ਕਿਵੇਂ ਉਹ ਕਵਰ ਕਰੇ, ਦੇਖੋ ਜੀ। ਹਾਂ ਬਿਲਕੁਲ, ਮੈਂ ਤੁਹਾਨੂੰ ਦੱਸਦਾ ਆ ਕਿ ਤੁਸੀਂ ਨਾ ਮੰਨ ਲਓ ਤੁਸੀਂ +2 ਕਰ ਲਈ ਆ ਕਾਮਰਸ ਦੇ ਵਿੱਚ ਜੀ, ਹੈਨਾ, ਤੇ ਤੁਸੀਂ ਡਿਪਲੋਮਾ ਕੋਰਸ ਕਰ ਸਕਦੇ ਆ। ਬਹੁਤ ਸਾਰੇ ਕਾਮਰਸ ਨਾਲ ਰਿਲੇਟਡ ਡਿਪਲੋਮੇ ਵੀ ਹੈਗੇ ਜੀ, ਠੀਕ ਹੈ। ਹੁਣ ਜਦੋਂ ਅਸੀਂ ਇਹ ਗੱਲ ਕਰਦੇ ਆ ਨਾ, ਕਈ ਵਾਰੀ ਸਾਨੂੰ ਬੱਚੇ ਪੁੱਛਦੇ, ਉਹ ਕਹਿੰਦੇ ਅੱਛਾ ਸਰ ਜੀ +2 ਕਾਮਰਸ ਤੋਂ ਬਾਅਦ ਵੀ ਡਿਪਲੋਮੇ ਹੁੰਦੇ ਆ? ਵੀ ਅਸੀਂ ਤਾਂ ਸੁਣਿਆ ਸੀ ਬੀਕਾਮ ਹੀ ਹੁੰਦੀ ਆ। ਮੈਂ ਉਹਨਾਂ ਨੂੰ ਕਿਹਾ, ਮੈਂ ਕਿਹਾ ਬੇਟੇ ਚਲੋ ਤੁਸੀਂ ਸੁਣਿਆ ਹੋਊਗਾ, ਲੇਕਿਨ ਬਹੁਤ ਸਾਰੇ ਡਿਪਲੋਮਾ ਕੋਰਸ ਵੀ ਹੁੰਦੇ ਆ। ਕਈ ਬੱਚੇ ਇਦਾਂ ਦੇ ਹੁੰਦੇ ਆ ਨਾ। ਅੱਜ ਵੀ ਮੇਰੀ 10th ਕਲਾਸ ਨਾਲ ਹੈ ਨਾ ਗੱਲਬਾਤ ਸੀਗੀ, ਅਸੀਂ 10 ਜਾਂ 15 ਦਿਨਾਂ ਬਾਅਦ ਆਪਣੇ ਬੱਚਿਆਂ ਨਾਲ ਮੈਂ ਸਪੈਸ਼ਲੀ ਗੱਲ ਕਰਦਾ ਆ। ਅੱਜ ਵੀ ਮੈਂ ਬਹੁਤ ਸਾਰੇ ਬੱਚਿਆਂ ਨਾਲ ਗੱਲ ਕੀਤੀ। ਮੈਂ ਇਸ ਮਾਧਿਅਮ ਤੋਂ ਦੱਸਣਾ ਚਾਹੁੰਦਾ ਆ ਕਿ ਸਾਡੇ ਬਾਬਾ ਜੀ ਉਹਨਾਂ ਦਾ ਬਹੁਤ ਇੱਕ ਮਹਾਨ ਉਪਰਾਲਾ ਆ ਕਿ ਬਹੁਤ ਸਾਰੇ ਗਰੀਬ ਘਰਾਂ ਦੇ ਬੱਚੇ ਸਾਡੇ ਸਕੂਲ 'ਚ ਪੜ੍ਹਦੇ ਆ। ਉਹ ਜਦੋਂ ਅੱਜ ਮੈਨੂੰ ਪੁੱਛਦੇ ਆ ਨਾ, ਫਿਰ ਮੈਂ ਸਪੈਸ਼ਲੀ ਇਹ ਮਾਰਕ ਕਰਕੇ ਲੈ ਕੇ ਆਇਆ ਕਿ ਮੈਂ ਇਹਨਾਂ ਡਿਪਲੋਮਾਸ ਦੇ ਬਾਰੇ ਬੱਚਿਆਂ ਨੂੰ ਦੱਸਣਾ ਆ। ਇੱਕ ਬੇਟੀ ਆ ਸਾਡੀ, ਉਹਨੇ ਮੈਨੂੰ ਪੁੱਛਿਆ, ਕਹਿੰਦੀ ਸਰ ਜੀ ਕਿ ਮੇਰੇ ਫਾਦਰ ਸਾਹਿਬ ਹੈ ਨਹੀਂਗੇ ਤੇ ਮੈਂ ਨਾ +2 ਕਾਮਰਸ ਤੋਂ ਬਾਅਦ ਕੁਝ ਇਦਾਂ ਦਾ ਕਰਨਾ ਚਾਹੁੰਦੀ ਆ ਕਿ ਜਿਹੜੀ ਮੈਨੂੰ ਸਾਲ 2 ਸਾਲ ਦੇ ਵਿੱਚ ਜੌਬ ਮਿਲ ਜਾਵੇ ਜੀ। ਉਸ ਚੀਜ਼ ਤੋਂ ਮੇਰੇ ਮਾਈਂਡ 'ਚ ਕਨਸੈਪਟ ਆਇਆ ਕਿ ਕਿਉਂ ਨਾ ਮੈਂ ਬੱਚਿਆਂ ਨੂੰ ਇਹ ਦੱਸਾਂ ਵੀ ਬੀਕਾਮ ਤਾਂ ਸਾਰਿਆਂ ਨੂੰ ਪਤਾ ਹੈ ਕਿ +2 ਤੋਂ ਬਾਅਦ ਬੀਕਾਮ ਹੁੰਦੀ ਆ, ਇਹੀ ਦੋ ਚੀਜ਼ਾਂ, ਹਾਂ ਇਹੀ ਬੀਕਾਮ ਤੇ ਐਮਕਾਮ। ਮੈਂ ਕਿਹਾ ਕਿਉਂ ਨਾ ਬੱਚਿਆਂ ਨੂੰ ਇਸ ਮਾਧਿਅਮ ਦੇ ਥਰੂ ਦੱਸਿਆ ਜਾਵੇ ਕਿ +2 ਤੋਂ ਬਾਅਦ ਬਹੁਤ ਸਾਰੇ ਡਿਪਲੋਮਾ ਕੋਰਸ ਵੀ ਹੁੰਦੇ ਆ। ਬਿਲਕੁਲ, ਆਪਾਂ ਉਹਨਾਂ ਤੇ ਚਰਚਾ ਹਾਂ ਆਪਾਂ ਉਹਨਾਂ ਤੇ ਗੱਲ ਕਰਦੇ। ਹੁਣ ਉਹਦੇ ਵਿੱਚ ਪਹਿਲੇ ਨੰਬਰ ਜਾਂਦਾ ਡਿਜੀਟਲ ਮਾਰਕੀਟਿੰਗ। ਇਹ ਨਾ ਇਹ ਆਨਲਾਈਨ ਵੀ ਕੋਰਸ ਹੁੰਦੇ ਬੇਟਾ, ਸਾਰੇ ਸੁਣ ਲਓ ਜੀ। ਪਹਿਲੇ ਨੰਬਰ ਤੇ ਮੈਂ ਚਲੋ ਗੱਲ ਤੁਹਾਨੂੰ ਹੋਰ ਇਹਦੇ ਨਾਲ ਹੀ ਜੋੜ ਦੇਣਾ। ਨਾਲੇ ਕਹਿੰਦੇ ਬੀਕਾਮ ਤੋਂ ਤੁਸੀਂ ਘਰ ਬਹਿ ਕੇ ਕਰ ਹੀ ਨਹੀਂ ਸਕਦੇ। ਨਹੀਂ ਜੀ, ਮੈਂ ਦੱਸਦਾ ਇਹੀ ਚੀਜ਼ਾਂ ਦਾ ਆਪਾਂ ਹੱਲ ਮੈਂ ਦੱਸਦਾ ਤੁਹਾਨੂੰ। ਦੇਖੋ ਬਈ, ਇੱਕ ਹੁੰਦੀ ਆ ਪ੍ਰਾਈਵੇਟੇਸ਼ਨ ਐਜੂਕੇਸ਼ਨ, ਜਿੱਦਾਂ ਨਾ ਪ੍ਰਾਈਵੇਟ ਫਾਰਮ ਭਰ ਲਓ ਤੇ ਪੇਪਰ ਦਿਓ। ਇੱਕ ਹੁੰਦਾ ਆ ਪਾਰਟ ਟਾਈਮ ਐਜੂਕੇਸ਼ਨ ਜੀ, ਤੇ ਉਹਨੂੰ ਨਾ ਡਿਸਟੈਂਸ ਐਜੂਕੇਸ਼ਨ ਵੀ ਕਹਿੰਦੇ ਆ ਜੀ, ਠੀਕ ਹੈ। ਮਤਲਬ ਗੈਪ ਚਲੇ ਗਿਆ। ਹਾਂ, ਵਿੱਚ ਡਿਸਟੈਂਸ ਐਜੂਕੇਸ਼ਨ ਦਾ ਮਤਲਬ ਇਹ ਆ, ਜਾਂ ਪਾਰਟ ਟਾਈਮ ਐਜੂਕੇਸ਼ਨ ਦਾ ਮਤਲਬ ਇਹ ਆ ਕਿ ਤੁਸੀਂ ਕਿਸੇ ਅਦਾਰੇ 'ਚ ਐਡਮਿਸ਼ਨ ਲੈ ਲੈਂਦੇ ਆ। ਮੈਂ ਆਪਣੇ ਪੰਜਾਬ ਦੀ ਪਹਿਲਾਂ ਤਾਂ ਗੱਲ ਕਰਦਾ, ਫਿਰ ਸੈਂਟਰ ਦੀ ਵੀ ਦੱਸੂਗਾ। ਸੈਂਟਰ ਦੇ ਵਿੱਚ ਇੱਕ ਯੂਨੀਵਰਸਿਟੀ ਆ ਜੀ, ਇਗਨੋ ਯੂਨੀਵਰਸਿਟੀ ਉਹਨੂੰ ਕਹਿੰਦੇ ਆ, ਇੰਦਰਾ ਗਾਂਧੀ ਨੈਸ਼ਨਲ ਓਪਨ ਯੂਨੀਵਰਸਿਟੀ ਜੀ। ਉਹਦਾ ਮੀਡੀਅਮ ਹਿੰਦੀ ਤੇ ਅੰਗਰੇਜ਼ੀ ਹੁੰਦਾ ਆ। ਤੁਸੀਂ ਕੋਈ ਵੀ ਕੋਰਸ ਉੱਥੇ ਕਰ ਸਕਦੇ ਆ। ਜੇ ਆਪਾਂ ਜਲੰਧਰ ਦੀ ਗੱਲ ਕਰੀਏ ਤਾਂ ਜਲੰਧਰ ਦੇ ਵਿੱਚ ਦੁਆਬਾ ਕਾਲਜ ਹੈ, ਦੇਵੀ ਤਲਾਬ ਦੇ ਬਿਲਕੁਲ ਸਾਹਮਣੇ, ਬਹੁਤ ਅੱਛਾ ਕਾਲਜ ਹੈ, ਬੜਾ ਰਿਪਿਊਟਡ ਕਾਲਜ ਆ। ਤੁਸੀਂ ਉੱਥੇ ਸੰਡੇ ਨੂੰ ਜਾਓ ਤੇ ਸੰਡੇ ਦੀ ਸੰਡੇ ਉਹਦੀਆਂ ਕਲਾਸਾਂ ਲੱਗਣੀਆਂ ਹੁੰਦੀਆਂ। ਮਤਲਬ ਤੁਸੀਂ ਰੈਗੂਲਰ ਨਹੀਂ ਜਾ ਸਕਦੇ, ਬਾਕੀ ਦਿਨ ਆਪਾਂ ਕੰਮ ਕਾਰੋਬਾਰ ਕਰ ਸਕਦੇ ਆ। ਮੈਂ ਨਾ ਇਹ ਗੱਲ ਤਾਂ ਦੱਸੀ ਆ, ਜਿਹੜੇ ਮੈਂ ਡਿਪਲੋਮਾ ਕੋਰਸ ਦੱਸੂਗਾ, +2 ਤੋਂ ਬਾਅਦ ਮੰਨ ਲਓ ਤੁਸੀਂ ਸਾਲ ਜਾਂ 1.5 ਸਾਲ ਜਾਂ 2 ਸਾਲ ਵਾਲਾ ਡਿਪਲੋਮਾ ਕੋਰਸ ਕਰ ਲਿਆ, ਤੁਹਾਨੂੰ ਜੌਬ ਮਿਲ ਗਈ ਆ, ਹਨਾ, ਪ੍ਰਾਈਵੇਟ ਕਿਤੇ ਤੁਸੀਂ ਜੌਬ ਕਰ ਲਿਆ, ਤੁਹਾਡੇ ਘਰ ਦਾ ਖਰਚਾ ਵੀ ਚੱਲੀ ਜਾਂਦਾ। ਹੁਣ ਤੁਹਾਡਾ ਜੀ ਕਰਦਾ ਕਿ ਮੈਂ ਆਪਣੀ ਬੀਕਾਮ ਤੇ ਐਮਕਾਮ ਵੀ ਕੰਪਲੀਟ ਕਰਨੀ ਹੈ, ਤੁਸੀਂ ਬੇਟਾ ਉਹ ਡਿਸਟੈਂਸ ਲਰਨਿੰਗ ਦੇ ਥਰੂ ਆਪਣੇ ਜਿਹੜੇ ਕੋਰਸ ਉਹਨਾਂ ਨੂੰ ਪੂਰਾ ਕਰ ਸਕਦੇ ਆ ਜੀ। ਹਾਂਜੀ, ਬਹੁਤ ਆਸਾਨ, ਬਹੁਤ ਘੱਟ ਫੀਸਾਂ ਹੁੰਦੀਆਂ ਉਹਨਾਂ ਦੀਆਂ, ਠੀਕ ਹੈ। ਉਹਦੇ 'ਚ ਤੁਹਾਨੂੰ ਟਾਈਮ ਲਿਮਿਟ, ਇੱਕ ਹੋਰ ਗੱਲ ਸੁਣ ਲਓ ਜੀ, ਉਹਦੇ 'ਚ ਟਾਈਮ ਲਿਮਿਟ ਨਹੀਂ ਹੁੰਦੀ ਤੁਹਾਡੇ ਕੋਲ ਜੀ। ਮੰਨ ਲਓ ਕਿ ਬੀਕਾਮ ਜਿਹੜੀ 3 ਸਾਲ ਦੀ ਆ, ਉੱਥੇ ਤੁਹਾਨੂੰ 6 ਸਾਲ ਮਿਲਣੇ ਆ। ਤੁਹਾਡੇ ਤੇ ਕੋਈ ਪ੍ਰੈਸ਼ਰ ਨਹੀਂ। ਜੇ 1 ਸਾਲ ਵਿੱਚ 6 ਪੇਪਰ ਹੁੰਦੇ ਆ, ਤੁਸੀਂ ਭਾਵੇਂ ਸਾਲ 'ਚ 4-4 ਪੇਪਰ ਦੇ ਕੇ ਆਪਣਾ ਕੋਰਸ ਕਲੀਅਰ ਕਰ ਲਓ ਜੀ। ਭਾਵੇਂ ਤੁਸੀਂ 3 ਸਾਲ ਦੇ ਵਿੱਚ ਤਾਂ ਕਰਨਾ ਹੀ ਹੁੰਦਾ। ਅਗਰ ਤੁਸੀਂ ਉਹ ਆਪਣਾ ਜਿਹੜਾ ਬੀਕਾਮ ਹੈਗੀ ਆ ਉਹਨੂੰ 4-4.5 ਸਾਲਾਂ ਦੇ ਵਿੱਚ ਕਰਨਾ, ਉਹ ਕਰ ਸਕਦੇ ਆ ਤੁਸੀਂ, ਹੈ ਨਾ। ਹੁਣ ਆਪਾਂ ਡਿਪਲੋਮਾ ਕੋਰਸ ਤੇ ਆ ਜਾਂਦੇ ਆ। ਪਹਿਲੇ ਨੰਬਰ ਤੇ ਹੈਗਾ ਜੀ ਡਿਜੀਟਲ ਮਾਰਕੀਟਿੰਗ ਜੀ। ਜਿਹੜੀ ਡਿਜੀਟਲ ਮਾਰਕੀਟਿੰਗ ਹੈ ਨਾ, ਦੇਖੋ ਜੀ ਅੱਜ ਕੱਲ ਡਿਜੀਟਲਾਈਜੇਸ਼ਨ ਦਾ ਜ਼ਮਾਨਾ ਆ, ਟੈਕਨੀਕ ਦਾ ਦੌਰ ਆ। ਬਿਲਕੁਲ, ਮਾਰਕੀਟਿੰਗ ਵੀ ਕਰਨੀ ਆ, ਬਜ਼ਾਰੀਕਰਨ ਵੀ ਕਰਨਾ ਤੇ ਡਿਜੀਟਲ ਤਰੀਕੇ ਨਾਲ ਕਰਨਾ। ਹੁਣ ਜਿੰਨੇ ਵੀ ਸੁਣਨ ਵਾਲੇ ਬਿਲਕੁਲ ਨਵੇਂ ਤਰੀਕੇ ਨਾਲ ਕਰਨਾ। ਹਾਂਜੀ, ਤੇ ਉਹਦੇ 'ਚ ਬੜਾ ਅੱਛਾ ਸਕੋਪ ਆ। ਇਹ ਵੀ ਯੂਨੀਵਰਸਿਟੀਆਂ ਦੇ ਵੱਖੋ ਵੱਖਰੇ ਹਿਸਾਬ ਕਿਤਾਬ ਹੈਗੇ ਆ। ਕੋਈ 6 ਮਹੀਨੇ ਦਾ ਵੀ ਕਰਾਉਂਦਾ ਆ,
ਕੋਈ ਸਾਲ ਦਾ ਵੈਸੇ ਸਾਲ ਤੋਂ ਘੱਟ ਨਹੀਂ ਕੋਈ ਵੀ ਕਰਾਉਂਦਾ, ਜੀ ਸਾਲ ਤੱਕ ਤਾਂ ਸਾਰੇ ਕਰਾਉਂਦੇ ਆ, ਕਈ ਉਸ ਤੋਂ ਬਾਅਦ ਪ੍ਰੈਕਟਿਸ ਕਰ ਲੈਂਦੇ ਆ। ਇਹ 18 ਮਹੀਨੇ ਦਾ ਵੀ ਹੈਗਾ ਆ, 2 ਸਾਲਾਂ ਦਾ ਵੀ ਹੈਗਾ ਆ, 1.5 ਸਾਲ ਦਾ ਵੀ ਆ, ਇਸ ਤਰ੍ਹਾਂ ਕਰਕੇ ਵੀ ਮਤਲਬ ਹਰ ਇੱਕ ਅਦਾਰੇ ਨੇ ਵੱਖਰਾ ਵੱਖਰਾ ਟਾਈਮ ਦਿੱਤਾ ਹੋਇਆ, ਕਿਉਂਕਿ ਹਰ ਅਦਾਰਾ ਨਾ ਜਦੋਂ ਵੀ ਇਦਾਂ ਦੇ ਛੋਟੇ ਛੋਟੇ ਡਿਪਲੋਮਾ ਕੋਰਸ ਲਾਂਚ ਕੀਤੇ ਜਾਂਦੇ ਆ, ਉਹਨਾਂ ਦਾ ਮਕਸਦ ਹੁੰਦਾ ਕਿ ਜੇ ਅਸੀਂ ਬੱਚੇ ਨੂੰ ਟ੍ਰੇਨਡ ਕੀਤਾ ਆ ਤੇ ਉਹ ਮਾਰਕੀਟ ਦੇ ਹਿਸਾਬ ਨਾਲ ਟ੍ਰੇਨਡ ਹੋ ਜਾਵੇ। ਜੋ ਮਾਰਕੀਟਿੰਗ ਦੇ ਵਿੱਚ ਟ੍ਰੈਂਡ ਆ, ਉਹ ਜਿਹੜੇ ਕੋਰਸ ਹੁੰਦੇ ਆ ਨਾ, ਉਹਨਾਂ ਦੇ ਜਿਹੜੇ ਸਿਲੇਬਸ ਫਰੇਮ ਕੀਤੇ ਜਾਂਦੇ ਆ, ਇਹ ਕੋਰਸ ਜਿਹੜੇ ਨਾ ਮੋਸਟਲੀ ਪ੍ਰੈਕਟੀਕਲ ਹੁੰਦੇ ਆ, ਕਰੰਟ ਬੇਸਡ ਹੁੰਦੇ ਆ ਕਿ ਜਿਹੜੀਆਂ ਕੰਪਨੀਆਂ ਆ ਜਾਂ ਮਾਰਕੀਟ ਆ ਉਹ ਕਾਹਦੀ ਡਿਮਾਂਡ ਕਰਦੀਆਂ, ਉਸ ਬੇਸ ਨੂੰ ਦੇਖ ਕੇ ਕੋਰਸ ਬਣਾਏ ਜਾਂਦੇ ਆ। ਹੁਣ ਅਗਲਾ ਕੋਰਸ ਹੈਗਾ, ਇੱਕ ਮੈਂ ਤੁਹਾਨੂੰ ਹੋਰ ਦੱਸਦਾ ਜੀ ਕਿ ਕਾਮਰਸ ਵਾਲੇ ਬੱਚੇ ਜਿਹੜੇ ਨਾ ਲੈਂਗੁਏਜ ਕੋਰਸ ਵੀ ਕਰ ਸਕਦੇ ਆ। ਲੈਂਗੁਏਜ ਕੋਰਸ, ਹਾਂ ਦੇਖੋ ਜੀ, ਹੁਣ ਤੁਸੀਂ ਸਵਾਲ ਕਰੋਗੇ ਜਾਂ ਕਈ ਪੁੱਛਦੇ ਹੈ ਕਾਮਰਸ ਵਾਲੇ ਲੈਂਗੁਏਜ ਕੋਰਸ ਕਿਉਂ ਕਰਨਗੇ, ਹੈਨਾ। ਹੁਣ ਲੈਂਗੁਏਜ ਦਾ ਜਦੋਂ ਨਾਂ ਆ ਗਿਆ ਨਾ, ਉੱਥੇ ਸਾਡੇ ਕੀ ਆਉਂਦਾ ਜੀ, ਹਾਂ ਹਿੰਦੀ ਪੰਜਾਬੀ ਅੰਗਰੇਜ਼ੀ, ਬਸ ਇਹ ਤਿੰਨਾਂ ਲੱਗਣ। ਕਾਮਰਸ ਵਾਲੇ ਨੂੰ ਕੀ ਲੋੜ ਪਈ ਪੰਜਾਬੀ ਹਿੰਦੀ ਅੰਗਰੇਜ਼ੀ ਕਰਨ ਦੀ ਜਾਂ ਅੰਗਰੇਜ਼ੀ ਕਰਨ ਦੀ, ਹੈਨਾ। ਤੇ ਹੁਣ ਆਪਾਂ ਅੰਗਰੇਜ਼ੀ ਪੰਜਾਬੀ ਹਿੰਦੀ ਤੇ ਨਹੀਂ ਬੈਠੇ ਰਹਿਣਾ। ਫਾਰ ਐਗਜ਼ਾਮਪਲ ਕੋਈ ਬੱਚਾ ਆ, ਬੜੇ ਕ੍ਰੀਏਟਿਵ ਕਈ ਬੱਚੇ ਹੁੰਦੇ ਆ, ਬਿਲਕੁਲ, ਹੈਨਾ। ਮੰਨ ਲਓ ਰੱਬ ਕਰੇ ਕਿ ਤੁਸੀਂ +2 ਕਾਮਰਸ ਦੇ ਵਿੱਚ ਕਰ ਲਈ ਆ, ਤੁਹਾਡਾ ਜੀ ਕਰਦਾ ਕਿ ਮੈਂ ਫ੍ਰੈਂਚ ਦਾ ਡਿਪਲੋਮਾ ਕਰਨਾ ਹੈ, ਜਰਮਨ ਦਾ ਕਰਨਾ ਹੈ, ਇਟਾਲੀਅਨ ਦਾ ਕਰਨਾ ਹੈ, ਅਗਰ ਤੁਸੀਂ ਅਗਰ ਤੁਸੀਂ ਉਹ ਜਿਹੜਾ ਕੋਰਸ ਕਰ ਲੈਂਦੇ ਹੋ +2 ਦੇ ਨਾਲ, ਤੁਸੀਂ ਕਾਮਰਸ ਕੀਤੀ ਹੋਈ ਆ, +2 ਤੁਸੀਂ ਕਾਮਰਸ ਚ ਕੀਤੀ ਹੋਈ ਆ, ਨਾਲ ਤੁਸੀਂ ਲੈਂਗੁਏਜ ਡਿਪਲੋਮਾ ਕਰ ਲਿਆ, ਉਹ ਵੀ ਸਾਲ ਤੋਂ ਘੱਟ ਕੋਈ ਯੂਨੀਵਰਸਿਟੀ ਨਹੀਂ ਕਰਾਉਂਦੀ ਜਿੰਨੀਆਂ ਵੀ, ਅਗਰ ਤੁਸੀਂ ਕਰ ਲੈਂਦੇ ਹੋ, ਹੈਨਾ। ਹੁਣ ਫਾਰ ਐਗਜ਼ਾਮਪਲ ਕੋਈ ਕੰਪਨੀ ਆ, ਕੰਪਨੀਆਂ ਅੱਜ ਕੱਲ ਮਲਟੀਨੈਸ਼ਨਲ ਆ, ਬਿਲਕੁਲ, ਹੈਨਾ। ਹੁਣ ਕੰਪਨੀ ਦੇ ਵਿੱਚ ਉਹ ਵੀ ਬੰਦੇ ਕਾਮਰਸ ਵਾਲੇ ਬੈਠੇ ਹੁੰਦੇ। ਫਾਰ ਐਗਜ਼ਾਮਪਲ ਕੋਈ ਕੰਪਨੀ ਦੇ ਵਿੱਚ, ਜਾਂ ਤੁਹਾਡੀ ਕੰਪਨੀ ਤੁਹਾਨੂੰ ਦੇਖਣਾ ਚਾਹੁੰਦੀ ਵੀ ਜਾਓ ਜੀ ਜਰਮਨ ਚ ਦੇਖ ਕੇ ਆਓ, ਜਰਮਨ ਚ ਕਿੱਦਾਂ ਕਾਰੋਬਾਰ ਚੱਲਦਾ, ਫਿਰ ਉੱਥੇ ਉਹਨਾਂ ਬੰਦਿਆਂ ਨੂੰ ਪ੍ਰੈਫਰ ਕੀਤਾ ਜਾਊਗਾ ਜਿਸ ਬੰਦੇ ਨੂੰ ਜਰਮਨ ਲੈਂਗੁਏਜ ਆਉਂਦੀ ਹੈ, ਬਿਲਕੁਲ, ਕਿਉਂਕਿ ਕਾਰੋਬਾਰ ਤਾਂ ਫਿਰ ਲੈਂਗੁਏਜ ਦੇ ਹਿਸਾਬ ਨਾਲ, ਕਿਉਂਕਿ ਸਾਡੀ ਲੈਂਗੁਏਜ ਅਗਰ ਸਾਨੂੰ ਉਹਦੀ ਹੁਣ ਤੁਸੀਂ ਸੁਣ ਲਓ ਅੰਗਰੇਜ਼ੀ, ਹੁਣ ਤੁਸੀਂ ਕਹਿਣਾ ਜੀ ਅੰਗਰੇਜ਼ੀ ਤਾਂ ਅੰਗਰੇਜ਼ੀ ਹੁੰਦੀ ਆ, ਤੇ ਮੈਂ ਆਪਣੇ ਬੱਚਿਆਂ ਨੂੰ ਜਦੋਂ ਦੱਸਦਾ ਨਾ, ਉਹ ਕਹਿੰਦੇ ਅੱਛਾ ਸਰ ਇਦਾਂ ਵੀ ਹੁੰਦਾ ਆ। ਹੁਣ ਅੰਗਰੇਜ਼ ਹੋਰ ਕੰਪਨੀ ਦੇ ਨਾਲ, ਫੋਰਨ ਦੀ ਕੋਈ ਕੰਪਨੀ ਆ, ਜਰਮਨ ਦੀ ਕੰਪਨੀ ਆ ਜਾਂ ਫਰਾਂਸ ਦੀ ਕੰਪਨੀ ਆ, ਉੱਥੇ ਫਿਰ ਜਿਸ ਬੰਦੇ ਨੂੰ ਉਹ ਲੈਂਗੁਏਜ ਆਉਂਦੀ ਆ, ਉਸ ਬੰਦੇ ਨੂੰ ਹਾਇਰ ਕੀਤਾ ਜਾਂਦਾ ਹੈ। ਬਿਲਕੁਲ, ਇਹ ਵੀ ਇੱਕ ਬਹੁਤ ਵੱਡਾ ਔਰ ਬਹੁਤ ਜਲਦੀ ਬੈਨੀਫਿਟ ਵਾ ਸਾਡੇ, ਬਹੁਤ ਜ਼ਿਆਦਾ ਜੀ, ਬਹੁਤ ਜ਼ਿਆਦਾ, ਕਿਉਂਕਿ ਸਾਡੇ ਬੱਚੇ ਤਾਂ ਬਾਹਰ ਜਾਣ ਦੀ ਤਾਕ ਦੇ ਵਿੱਚ ਰਹਿੰਦੇ ਆ। ਚਲੋ ਫਿਰ ਪੜ੍ਹਾਈ ਕਰਕੇ ਕੁਝ ਨਵਾਂ ਸਿੱਖ ਕੇ ਜਾਓ, ਇੱਕ ਨੰਬਰ ਤੇ ਜਾਓ, ਬਿਲਕੁਲ, ਇੱਕ ਗਲਤ ਨਾ ਕਦੀ ਵੀ ਜਾਓ। ਜਦੋਂ ਮੈਂ ਨਾ ਕਿਸੇ ਬੱਚੇ ਨੂੰ ਏਦਾਂ ਦੱਸਾਂ, ਕਹਿੰਦੇ ਅੱਛਾ ਸਰ ਜੀ ਇਹ ਤਾਂ 2 in 1 ਹੋ ਗਿਆ, ਮੈਂ ਕਿਹਾ ਦੇਖੋ ਨਾਲੇ ਪੁੰਨ ਨਾਲੇ ਫਲੀਆਂ, ਬਿਲਕੁਲ, 12ਵੀਂ ਤੋਂ ਬਾਅਦ ਲੈਂਗੁਏਜ ਕੋਰਸ ਕਰੋ, ਠੀਕ ਹੈ, ਜੌਬ ਤੇ ਲੱਗੋ, ਨਾਲੇ ਤੁਹਾਨੂੰ ਕੰਪਨੀ ਰੱਖੋਗੀ, ਤੁਸੀਂ ਇਕੱਲੇ, ਹੁਣ ਮੰਨ ਲਓ ਫ੍ਰੈਂਚ ਵਾਲਾ ਬੰਦਾ ਕੰਪਨੀ ਚ ਇਕੱਲਾ ਹੀ ਫ੍ਰੈਂਚ ਵਾਲਾ ਬੰਦਾ ਜੀ, ਹੈਨਾ। ਹੁਣ ਤੁਸੀਂ ਕੰਪਨੀ ਦੇ ਪੈਸੇ ਤੇ ਬਾਹਰ ਜਾਣਾ, ਨਾਲੇ ਪੁੰਨ ਨਾਲੇ ਫਲੀਆਂ, ਹਾਂ ਬਿਲਕੁਲ, ਨਾਲੇ ਤੁਹਾਨੂੰ ਜੌਬ ਦੇ ਰਹੀ ਕੰਪਨੀ, ਨਾਲੇ ਤੁਸੀਂ ਬਾਹਰ ਘੁੰਮ ਫਿਰ ਰਹੇ ਹੋ। ਇਹ ਬਹੁਤ ਅੱਛਾ ਇੱਕ ਕੋਰਸ ਹੈਗਾ, ਕਰੈਸ਼ ਕੋਰਸ ਅਸੀਂ ਇਹਨੂੰ ਕਹਿੰਦੇ ਆ। ਸਾਲ ਦਾ ਹੁੰਦਾ, ਸਾਲ ਤੋਂ ਜ਼ਿਆਦਾ ਵੀ ਹੁੰਦਾ ਆ। ਉਹ ਤੁਹਾਡੀ ਪਕੜ, ਤੁਸੀਂ ਕਿੱਡੀ ਛੇਤੀ ਪਕੜ, ਬਿਲਕੁਲ ਜੀ, ਬਿਲਕੁਲ। ਬਹੁਤ ਸਾਰੀਆਂ ਯੂਨੀਵਰਸਿਟੀਆਂ ਸਾਡੀਆਂ, ਸਰਕਾਰੀ ਵੀ ਪ੍ਰਾਈਵੇਟ ਵੀ, ਸਾਰੀਆਂ ਕਰਾਉਂਦੀਆਂ ਆ, ਤੇ ਬੇਟੇ ਜਰੂਰ ਜਾਓ ਇਸ ਫੀਲਡ ਦੇ ਵਿੱਚ ਵੀ ਸਾਰੇ। ਬਿਲਕੁਲ ਬਿਲਕੁਲ। ਤੇ ਸਰ ਜੀ ਆਹ ਤੇ ਇੱਕ ਨਵੀਂ ਚੀਜ਼ ਆ ਕਿ ਮਤਲਬ ਤੁਸੀਂ ਪੜ੍ਹਾਈ ਦੇ ਨਾਲ ਨਾਲ ਇੱਕ ਲੈਂਗੁਏਜ, ਹੈ ਨਾ, ਪੰਜਾਬੀ ਹਿੰਦੀ ਨਹੀਂ, ਭਾਵ ਕਿ ਹੋਰ ਬਾਹਰਲੀਆਂ ਕੰਟਰੀਆਂ ਦੇ ਵੱਖ-ਵੱਖ ਭਾਸ਼ਾਵਾਂ ਦੇ ਵਿੱਚ ਤੁਸੀਂ 1 ਸਾਲ ਦੇ ਵਿੱਚ ਉਹਨਾਂ ਦੀ ਲੈਂਗੁਏਜ ਸਿੱਖ ਕੇ ਤੇ ਗਾਂ ਵੀ ਜਾ ਸਕਦੇ ਹੋ, ਅਪਰੋਚ ਕਰ ਸਕਦੇ ਹੋ। ਸਰ ਜੀ ਇਹ ਚੀਜ਼ਾਂ ਜਦੋਂ ਬਰੀਕੀ ਦੇ ਨਾਲ ਅਸੀਂ ਬੱਚਿਆਂ ਨੂੰ ਦੱਸਾਂਗੇ, ਉਹਨਾਂ ਦੇ ਚਿਹਰੇ ਤੇ ਸਮਾਈਲ ਤਾਂ ਆਊਗੀ, ਤੇ ਕੁਝ ਵੱਖਰਾ ਕਰਨ ਦੀ ਕੋਸ਼ਿਸ਼, ਕਿਉਂਕਿ ਕਮਰਸ, +2 ਕਮਰਸ, BCom ਤੇ ਗਾੜੀ MCom, ਇਹ ਤਿੰਨਾਂ ਚੀਜ਼ਾਂ ਤੋਂ ਗਾੜੀ ਵੀ ਬਹੁਤ ਕੁਝ ਆ ਨਾ। ਤੇ ਉਹ ਅਸੀਂ ਕਾਲਜ ਦੇ ਵਿੱਚ ਜਾਂਦੇ, ਜਦੋਂ ਸਾਡੇ ਸਾਹਮਣੇ ਏਦਾਂ ਲਿਸਟ ਰੱਖਦੇ ਆ ਨਾ, ਫਿਰ ਦੇਖੀਦਾ ਹੁੰਦਾ ਵੀ ਆਹ ਚੀਜ਼ਾਂ ਮੈਨੂੰ ਤਾਂ ਕਦੇ ਦੱਸੀਆਂ ਨਹੀਂ, ਹਨਾ, ਤੇ ਵੀ ਇਹ ਕੀ ਹੋਣਗੇ। ਇੱਕ ਤਾਂ ਉਹ ਨਾ ਪੜ੍ਹ ਕੇ ਬੰਦੇ ਦੇ ਜਿਹਨ ਦੇ ਵਿੱਚ ਡਰ ਜਿਹਾ ਬਣਨਾ ਸ਼ੁਰੂ ਹੋ ਜਾਂਦਾ, ਤੇ ਬਾਕੀ ਸਾਰੇ ਵੀ ਤੁਸੀਂ ਕਾਉਂਸਲਿੰਗ ਜਦੋਂ ਜਿੰਨਾ ਚਿਰ ਅਸੀਂ ਸਹੀ ਤਰ੍ਹਾਂ ਨਹੀਂ ਜਾਣ ਪਾਉਂਦੇ, ਉਦੋਂ ਇਹ ਚੀਜ਼ਾਂ ਕਿਸੇ ਵੀ ਤੁਸੀਂ ਵਿਸ਼ੇ 'ਚ ਜਾਣਾ ਆ, ਕੋਈ ਵੀ ਤੁਸੀਂ ਪੜ੍ਹਾਈ ਕਰਨੀ ਹੈ, ਤੁਸੀਂ ਸਰ ਦੇ ਨਾਲ ਕੰਟੈਕਟ ਕਰ ਸਕਦੇ ਹੋ, ਤੇ ਤੁਹਾਨੂੰ ਬਰੀਕੀ ਦੇ ਨਾਲ ਦੱਸ ਦੇਣਗੇ ਕਿ ਤੁਸੀਂ ਜੇ ਇਸ ਫੀਲਡ ਨੂੰ ਜਾਣਾ ਹੈ ਤੇ ਕਿਹੜੀ ਸਟੱਡੀ ਕਰਨੀ ਹੈ। ਕਿਉਂਕਿ ਹੁਣ ਸਮਾਂ ਆਪਣੇ ਕੋਲ ਫ੍ਰੀ, ਆਪਾਂ ਕੁਝ ਸੋਚ ਸਕਦੇ ਹਾਂ, ਹਨਾ, ਤੇ ਅਗਲੇ ਸਾਲ ਤੋਂ ਸਟੱਡੀ ਸ਼ੁਰੂ ਹੋ ਰਹੀ ਆ ਇੱਕ ਹਿਸਾਬ ਦੇ ਨਾਲ, ਆਪਾਂ ਜੇ ਕਹਿ ਲਈਏ ਨਾ, ਕਿਉਂਕਿ ਇਸ ਵਾਰ ਤਾਂ ਸਾਰਾ ਆਨਲਾਈਨ ਦਾ ਸਿਸਟਮ ਕਈਆਂ ਦੇ ਪੱਲੇ ਪੈ ਰਿਹਾ, ਕੁਝ ਕਈਆਂ ਦੇ ਨਹੀਂ ਪੈ ਰਿਹਾ। ਮੈਂ ਇਹ ਚੀਜ਼ ਮਤਲਬ ਸਾਰਿਆਂ ਦੇ ਲਈ ਹੈ, ਕੋਈ ਦੱਸਦਾ ਕੋਈ ਨਹੀਂ ਦੱਸਦਾ, ਪਰ ਕੁਝ ਪੱਲੇ ਪੈ ਰਿਹਾ, ਕੁਝ ਨਹੀਂ ਕਰ ਰਿਹਾ। ਜਿਹੜਾ ਸਕੂਲ ਦੇ ਨਾਲ ਰਹਿ ਕੇ, ਕਾਲਜ ਦੇ ਨਾਲ ਰਹਿ ਕੇ ਟੱਚ ਦੇ ਵਿੱਚ ਜਿਹੜਾ ਬੱਚਾ ਪੜ੍ਹਦਾ ਨਾ, ਉਹੀ ਅਸਲੀ ਪੜ੍ਹਾਈ ਆ। ਇਹ ਆਨਲਾਈਨ ਪੜ੍ਹਾਈ ਨੂੰ ਮੈਂ ਕੁਝ ਮਾਇਨੇ ਨਹੀਂ ਦਿੰਦੀ। ਦੇਖੋ ਜੀ ਨਾ, ਮੈਂ ਐਜ਼ ਏ ਪ੍ਰਿੰਸੀਪਲ ਇਸ ਮਾਧਿਅਮ ਤੋਂ ਇਹ ਗੱਲ ਦੱਸਣੀ ਚਾਹੂੰਗਾ
ਕਿ ਬੱਚੇ ਤੇ ਬੱਚੇ ਆ ਬਿਲਕੁਲ ਹੈਨਾ, ਮਾਪੇ ਬਹੁਤੇ ਮਾਪੇ ਅਵੇਅਰ ਨਹੀਂ ਹੈਗੇ, ਮੇਰੇ ਵਰਗੇ ਵੀ ਨਹੀਂ। ਤੇ ਚਲੋ ਮੈਂ ਇਸ ਮਾਧਿਅਮ ਤੋਂ ਕਹਿਣਾ ਚਾਹੂੰਗਾ ਕਿ ਸਾਰੇ ਅਵੇਅਰ ਹੋਵੋ, ਇਸ ਸਮੇਂ ਦੀ ਡਿਮਾਂਡ ਹੈ। ਜੀ ਹੁਣ ਆਪਾਂ ਨਾਲ ਹੀ, ਮੈਂ ਹੁਣ ਆਨਲਾਈਨ ਐਜੂਕੇਸ਼ਨ ਦੀ ਗੱਲ ਹੋਈ ਹੈ ਨਾ, ਹੁਣ ਦੇਖੋ ਜੀ ਡਿਪਲੋਮਾ ਕੋਰਸ ਆਨਲਾਈਨ ਮਾਰਕੀਟਿੰਗ, ਆ ਜਾਓ ਫਿਰ। ਹਾਂਜੀ ਤੁਸੀਂ +2 ਕਮਰਸ ਕਰ ਲਈ ਆ, ਬਿਲਕੁਲ ਕਰ ਲਈ ਜੀ, ਕਰ ਲਈ ਜੀ। ਹੁਣ 1 ਸਾਲ ਦਾ ਤੁਸੀਂ ਆਨਲਾਈਨ ਮਾਰਕੀਟਿੰਗ ਹੂੰ ਡਿਪਲੋਮਾ ਕੋਰਸ ਕਰਨਾ, ਜੀ ਬੜਾ ਵਧੀਆ। ਜੀ ਤੁਸੀਂ ਨਾ ਇੱਕ ਚੀਜ਼ ਦਾ ਦੇਖਿਓ, ਇਹਦੇ ਮੈਂ ਨਾਲ ਹੀ ਇੱਕ ਚੀਜ਼ ਹੋਰ ਜੋੜ ਦਿੰਦਾ ਹੈ ਜੀ ਕਿ ਵੈਬ ਡਿਜ਼ਾਈਨਿੰਗ, ਵੈਬ ਡਿਜ਼ਾਈਨਿੰਗ, ਜੀ ਡਿਪਲੋਮਾ ਆਫ ਵੈਬ ਡਿਜ਼ਾਈਨਿੰਗ, ਤੇ ਆਪਾਂ ਆਨਲਾਈਨ ਮਾਰਕੀਟਿੰਗ ਤੇ ਵੈਬ ਡਿਜ਼ਾਈਨਿੰਗ ਦੋਨਾਂ ਬਾਰੇ ਗੱਲ ਕਰ ਲੈਂਦੇ ਹਾਂ। ਕਿਉਂਕਿ ਮਾਰਕੀਟ ਜੇ ਡਿਜ਼ਾਈਨਿੰਗ ਕਰੋਗੇ ਤਾਂ ਮਾਰਕੀਟ ਦੇ ਵਿੱਚ ਨਾ ਬਿਲਕੁਲ, ਵੇਚਣਾ ਕਿਵੇਂ ਹੈ ਨਾ। ਹੁਣ ਦੇਖੋ ਮੰਨ ਲਓ ਤੁਸੀਂ ਕਮਰਸ ਕੀਤੀ ਹੈ ਨਾ, +2 ਕਮਰਸ, ਤੁਸੀਂ ਵੈਬ ਡਿਜ਼ਾਈਨਿੰਗ ਦਾ ਕੋਰਸ ਕਰ ਸਕਦੇ ਹੋ ਜੀ, ਠੀਕ ਹੈ। ਉਹ ਵੀ ਹੈ ਨਾ, ਇਹ ਜਿਹੜੇ ਕੋਰਸ ਹੈਗੇ ਆਨਲਾਈਨ ਮਾਰਕੀਟਿੰਗ ਤੇ ਵੈਬ ਡਿਜ਼ਾਈਨਿੰਗ, ਇਹ ਵੀ ਮਾਰਕੀਟ ਨੂੰ ਦੇਖ ਕੇ ਫਰੇਮ ਕੀਤੇ ਜਾਂਦੇ, ਇਹਨਾਂ ਦਾ ਕੋਈ ਇਦਾਂ ਨਹੀਂ ਹੁੰਦਾ ਕਿ ਜਿੱਦਾਂ ਹੁਣ ਆਮ ਯੂਨੀਵਰਸਿਟੀਆਂ ਦੇ ਵਿੱਚ ਕੋਰਸ ਹੈਗੇ ਜੀ, ਉਹ ਜਿਹੜੇ ਮੈਂ ਪੜ੍ਹਾਏ ਉਹੀ ਗਾਂ ਮੇਰੇ ਬੱਚੇ ਪੜ੍ਹਦੇ, ਜੋ ਮੈਂ ਪੜ੍ਹਿਆ ਸੀ ਯੂਨੀਵਰਸਿਟੀ 'ਚ ਉਹੀ ਗਾਂ ਮੇਰੇ ਬੱਚੇ ਪੜ੍ਹਦੇ ਉਹ ਤਾਂ ਫਿਰ ਚੇਂਜ ਹੋਇਆ ਹੈ ਨਾ, ਉਹ ਚੇਂਜ ਨਹੀਂ ਹੋਏ। ਜਿਹੜੇ ਇਹ ਕੋਰਸ ਹੈਗੇ ਨਾ ਮੈਨੇਜਮੈਂਟ ਦੇ ਜਾਂ ਕਾਮਰਸ ਨਾਲ ਰਿਲੇਟਡ, ਇਹ ਸਾਰੇ ਕੋਰਸ ਜਿਹੜੇ ਆ ਇਹ ਮਾਰਕੀਟ ਦੀ ਡਿਮਾਂਡ ਨੂੰ ਦੇਖ ਕੇ ਫਰੇਮ ਕੀਤੇ ਜਾਂਦੇ ਵੀ ਕਿਹੜਾ ਹੁਣ ਚੱਲ ਰਿਹਾ ਕਿ ਕਿਵੇਂ। ਜਿੱਦਾਂ ਹੁਣ ਦੇਖੋ ਜੀ, ਅੱਜ ਤੁਸੀਂ ਕੁਝ ਵੀ ਕੋਈ ਵੈਬਸਾਈਟ ਖੋਲੋ ਹੈਨਾ, ਕੋਈ ਵੀ ਤੁਸੀਂ YouTube ਤੇ ਜਾਂ ਫੇਸ ਆਪਾਂ ਦੇਖਦੇ ਕਿੰਨੀਆਂ ਮਸ਼ਹੂਰੀਆਂ ਆ ਰਹੀਆਂ ਨਾ, ਬਿਲਕੁਲ ਨਾਲ ਅਸੀਂ ਦੇਖਣੀਆਂ ਨਹੀਂ ਚਾਹੁੰਦੇ ਤਾਂ ਵੀ ਆ ਰਹੀਆਂ। ਉਹ ਇੱਕ ਵੈਬ ਡਿਜ਼ਾਈਨਰ, ਬਿਲਕੁਲ ਅਸੀਂ ਦੇਖਣਾ ਨਹੀਂ ਚਾਹੁੰਦੇ, ਸਾਨੂੰ ਅਗਲੇ ਧੱਕੇ ਨਾਲ ਦਿਖਾਉਂਦੇ ਆ, ਬਿਲਕੁਲ ਉਹ ਬਿਜ਼ਨਸ ਆ, ਉਹ ਬਿਜ਼ਨਸ ਆਨਲਾਈਨ ਬਿਜ਼ਨਸ ਆ, ਬਿਲਕੁਲ ਆਨਲਾਈਨ ਆ ਵੀ ਮਤਲਬ ਬੈਠੇ ਬੈਠੇ। ਬਿਲਕੁਲ ਜੀ। ਮੈਂ ਨਾ ਖਾਸ ਕਰਕੇ ਮੈਂ ਬਹੁਤ ਸਾਰੇ ਬੱਚਿਆਂ ਨੂੰ ਹਮੇਸ਼ਾ ਆਪਣੀ ਲਾਈਫ 'ਚ ਇਹੀ ਕਿਹਾ ਆ ਕਿ ਬੇਟੇ ਤੁਸੀਂ ਸਾਰੇ ਨਾ ਕਰੰਟ ਦੇਖਿਆ ਕਰੋ ਕਿ ਸੋਸਾਇਟੀ ਦੀ ਕੀ ਡਿਮਾਂਡ ਹੈ। ਹੁਣ ਇਹਦੇ ਮੈਂ ਨਾਲ ਇੱਕ ਹੋਰ ਗੱਲ ਦੱਸ ਦਿੰਦਾ ਹੈ ਨਾ, ਇਹ ਸਾਈਬਰ ਕ੍ਰਾਈਮ ਸਿਕਿਉਰਿਟੀ ਹੈ ਨਾ, ਇੱਕ ਜਿਹੜੇ ਹੁਣ ਇਹ ਜਿਹੜੇ ਸ਼ਬਦ ਸਾਰੇ ਹੈ ਨਾ ਇਹੀ ਫਿਲਮਾਂ ਦੇ ਵਿੱਚ ਜਾਂ ਮਤਲਬ ਟੀਵੀ ਤੇ ਜ਼ਿਆਦਾ ਸੁਨੇ ਆ, ਆਮ ਜ਼ਿੰਦਗੀ ਦੇ ਵਿੱਚ ਨਹੀਂ ਸੁਨੇ। ਹਾਂਜੀ ਦੇਖੋ ਹੁਣ ਮੰਨ ਲਓ ਇੱਕ ਕੰਪਨੀ ਆ ਜੀ, ਕਿੰਨੇ ਕੰਪਿਊਟਰ ਪਏ ਉੱਥੇ ਨਾ, ਕਿੰਨਾ ਸਿਸਟਮ ਲੱਗਾ ਆਨਲਾਈਨ, ਸਾਰਾ ਅਲੱਗ-ਅਲੱਗ ਡਿਪਾਰਟਮੈਂਟ ਦੇ ਨਾਲ ਸਾਡਾ ਨਾਤਾ ਹੈ ਹਨਾ। ਬਿਲਕੁਲ। ਤੇ ਹੁਣ ਉੱਥੇ ਕੰਪਿਊਟਰਾਈਜ਼ ਕੰਮ ਹੋ ਰਿਹਾ, ਔਰ ਆਪਾਂ ਪਹਿਲਾਂ ਗੱਲ ਕੀਤੀ ਨਾ ਕਿ ਹਰ ਬੰਦਾ ਅੱਜ ਕੱਲ ਸਰਕਾਰ ਤੋਂ ਡਰਦਾ ਹੈ ਹੈਨਾ, ਕਿਉਂਕਿ ਜਿੱਦਾਂ ਸਰਕਾਰ ਦੇ ਹੱਥ ਚੜ ਗਿਆ, ਜੇ ਕੋਈ ਗਲਤ ਕੰਮ ਹੋ ਗਿਆ ਅਗਲੇ ਨੇ ਤੁਹਾਡਾ ਸਾਰਾ ਕੁਝ ਸੀਲ ਕਰ ਜਾਣਾ ਜੀ। ਅੱਛਾ ਬਿਜ਼ਨਸਮੈਨ ਜਿਹੜਾ ਬੰਦਾ ਆ ਉਹ ਹਮੇਸ਼ਾ ਸਰਕਾਰ ਦੇ ਕਾਇਦੇ ਕਾਨੂੰਨਾਂ ਦੇ ਵਿੱਚ ਰਹਿ ਕੇ ਕੰਮ ਕਰਦਾ। ਆਪਾਂ ਕਾਨੂੰਨਾਂ ਬਾਰੇ ਵੀ ਗੱਲ ਕਰਦੇ ਹਾਂ ਕਿ ਕਮਰਸ ਵਾਲੇ ਕਾਨੂੰਨ 'ਚ ਵੀ ਆ ਸਕਦੇ ਆ ਜੀ। ਹੁਣ ਗੱਲ ਕਰਦੇ ਆ ਜੀ ਕਿ ਜਿਹੜੀ ਸਾਈਬਰ ਕ੍ਰਾਈਮ ਆ ਹੈਨਾ, ਸਾਈਬਰ ਆਪਾਂ ਨੂੰ ਪਤਾ ਕਿ ਅੱਜ ਕੱਲ ਆਨਲਾਈਨ ਹੀ ਦੇਖੋ, ਆਨਲਾਈਨ ਬਿਜ਼ਨਸ ਚੱਲਣਾ, ਵੈਬ ਡਿਜ਼ਾਈਨਿੰਗ ਦੇ ਥਰੂ ਬਿਜ਼ਨਸ ਚੱਲਣਾ ਹੈਨਾ, ਕੰਪਿਊਟਰਾਈਜ਼ ਸਾਰਾ ਕੁਝ ਹੋ ਗਿਆ, ਆਨਲਾਈਨ ਅਸੀਂ ਸਾਰਾ ਕੁਝ ਭੇਜਣਾ ਸਰਕਾਰ ਨੂੰ। ਹੁਣ ਸਾਡੇ ਅਸੀਂ ਪੇਮੈਂਟਾਂ ਵੀ ਕਰਨੀਆਂ, ਆਪਣੇ ਅਸੀਂ ਵਰਕਰਾਂ ਨੂੰ ਵੀ ਕਰਨੀਆਂ ਪੇਮੈਂਟਾਂ ਹੈਨਾ, ਸਾਨੂੰ ਪੇਮੈਂਟ ਆਉਣੀ ਵੀ ਆ। ਹੁਣ ਉੱਥੇ ਕ੍ਰਾਈਮ ਵੀ ਹੋ ਸਕਦਾ ਹੈਨਾ, ਘਪਲਾ ਵੀ ਹੋ ਸਕਦਾ। ਹੁਣ ਉਸ ਘਪਲੇ ਨੂੰ ਰੋਕਣ ਦੇ ਲਈ, ਸਾਈਬਰ ਕ੍ਰਾਈਮ ਨੂੰ ਰੋਕਣ ਦੇ ਲਈ ਹਰ ਇੱਕ ਕਾਰੋਬਾਰ ਅਦਾਰੇ ਦੇ ਵਿੱਚ ਸਾਈਬਰ ਕ੍ਰਾਈਮ ਸਿਕਿਉਰਿਟੀ ਅਫਸਰ ਹੁੰਦਾ ਹੈ ਜੀ, ਠੀਕ ਹੈ। ਅੱਗੇ ਜਿੱਦਾਂ ਅਸੀਂ ਗੇਟ ਤੇ ਬਾਹਰ ਆਸੇ ਪਾਸੇ CCTV ਕੈਮਰੇ ਲਾ ਲਏ, ਹੁਣ ਇੱਕ ਸਾਨੂੰ ਅੰਦਰ ਵੀ ਕੈਮਰਾ ਫਿੱਟ ਕਰਨਾ ਪੈਂਦਾ ਜੀ। ਇਹਨੂੰ ਮੈਂ ਕੈਮਰਾ ਹੀ ਕਹੂੰਗਾ, ਇਹ ਸਾਡਾ ਕੈਮਰਾ ਹੀ ਹੁੰਦਾ, ਸਿਕਿਉਰਿਟੀ ਅਫਸਰ ਜਿਹੜਾ ਹੁੰਦਾ। ਸਾਈਬਰ ਕ੍ਰਾਈਮ ਸਿਕਿਉਰਿਟੀ ਕੋਰਸ ਇਹ ਵੀ 1 ਸਾਲ ਦਾ ਹੁੰਦਾ, ਔਰ ਇਹ ਵੀ ਕੋਰਸ ਕਰਕੇ ਖਾਸ ਕਰਕੇ ਮੁੰਡੇ ਜਿਹੜੇ ਆ, ਕੁੜੀਆਂ ਵੀ ਕਰ ਸਕਦੀਆਂ, ਨੋ ਡਾਊਟ, ਇਦਾਂ ਦੀ ਗੱਲ ਨਹੀਂ ਹੈਗੀ ਵੀ ਉਹ ਸਪੈਸ਼ਲ ਮੁੰਡਿਆਂ ਲਈ ਆ, ਸਾਰੇ ਕਰ ਸਕਦੇ ਆ। ਪੁੱਤ ਬਹੁਤ ਅੱਛਾ ਤੁਸੀਂ ਪੈਸਾ ਕਮਾ ਸਕਦੇ ਹੋ, ਠੀਕ ਹੈ। ਹੁਣ ਨਾਲ ਹੀ ਇੱਕ ਹੋਰ ਆਪਾਂ ਗੱਲ ਕਰ ਲੈਂਦੇ ਆ ਤੇ ਸਰ ਜੀ ਇਹ ਸਾਰਾ ਕੁਝ ਤਾਂ ਹੋ ਸਕਦਾ ਪਹਿਲਾਂ ਦਿਮਾਗ ਦੇ ਵਿੱਚ ਹੋਏ ਤਾਂ ਕੀੜਾ ਗੱਡੀ ਵੀ ਤੁਸੀਂ ਕਿਹੜਾ ਜੱਜ ਲੱਗਣਾ ਆ, ਹਾਂ ਨਹੀਂ ਹਾਂ ਬਿਲਕੁਲ। ਮੈਨੂੰ ਨਾ ਮੈਂ ਕਿਉਂਕਿ ਆਪਾਂ ਪਿੰਡਾਂ ਵਾਲੇ ਨਾ, ਆਪਾਂ ਨੂੰ ਤਾਂ ਪਤਾ ਕਿ ਇਹ ਚੀਜ਼ਾਂ ਆਪਾਂ ਮੈਂ ਵੀ ਫੇਸ ਕੀਤੀਆਂ, ਤੁਸੀਂ ਵੀ ਕੀਤੀਆਂ, ਸਾਡੇ ਬੱਚਿਆਂ ਨੇ ਵੀ ਫੇਸ ਕੀਤੀਆਂ ਨਾ। ਮੈਂ ਕਈ ਵਾਰੀ ਬਹੁਤ ਸਾਰੇ ਲੋਕਾਂ ਦੇ ਕੋਲ ਸੁਣਦਾ ਵੀ ਹੁੰਦਾ ਵਾ, ਇਹਨੇ ਕਿਹੜਾ ਪੜ੍ਹ ਕੇ DC ਲੱਗਣਾ ਵਾ, ਜੱਜ ਲੱਗਣਾ ਤੇ DC ਲੱਗਣਾ, ਏਦਾਂ ਨਹੀਂ ਆਪਾਂ ਕਹਿਣਾ। ਆਪਾਂ ਮਨੋਬਲ ਵਧਾਉਣਾ, ਬੱਚਿਆਂ ਦਾ ਮਨੋਬਲ ਵਧਾਉਣਾ, ਡਿੱਗਣਾ ਨਹੀਂ। ਬੇਟੇ ਬਹੁਤ ਸਾਰੇ ਆਪਸ਼ਨ ਹੈਗੇ ਆ, ਅਗਰ ਤੁਸੀਂ ਕੰਡੀਸ਼ਨ ਜਿਹੜੀ ਤੁਹਾਡੀ ਜਿੱਦਾਂ ਦੀ ਵੀ ਹੈਗੀ ਆ, ਬਹੁਤ ਸਾਰੇ ਕੋਰਸ ਅਵੇਲੇਬਲ ਆ, ਤੁਸੀਂ ਬਹੁਤ ਅੱਛਾ ਕੰਮ ਕਰ ਸਕਦੇ ਆ। ਹੁਣ ਦੇਖੋ ਜੀ ਇੱਕ ਹੋਰ ਗੱਲ ਦੱਸਦਾ ਤੁਹਾਨੂੰ, ਡਿਪਲੋਮਾ ਆਫ ਬੈਂਕਿੰਗ। ਦੱਸੋ ਜਲਦੀ ਜਲਦੀ। ਬਿਲਕੁਲ ਹਾਂ, ਬੱਚੇ ਜਿੱਦਾਂ ਪਹਿਲੀ ਵਾਰੀ ਵੀ ਇੱਕ ਬੱਚੇ ਨੇ ਪੁੱਛਿਆ ਸੀ, ਸਰ ਜੀ ਮੈਂ ਬੈਂਕ ਵਿੱਚ ਜਾਣਾ ਆ, ਮੈਂ ਕੀ ਕਰਾਂ ਜੀ ਹੈਨਾ। ਅਗਰ ਤੁਸੀਂ +2 ਕੀਤੀ ਆ, ਤੁਸੀਂ ਡਿਪਲੋਮਾ ਆਫ ਬੈਂਕਿੰਗ, ਜੇ ਕਮਰਸ ਦੀ ਕੀਤੀ ਹੈ ਫਿਰ ਹਾਂ, ਜੇ ਤੁਸੀਂ +2 ਕਮਰਸ ਵਿੱਚ ਕੀਤੀ ਆ ਜੀ, ਇਹਦੇ ਨਾਲ ਤੁਹਾਨੂੰ ਆਰਾਮ ਦੇ ਨਾਲ ਆਪਸ਼ਨ ਇਹ ਵੀ ਹੈ ਕਿ +2 ਕਮਰਸ ਦੇ ਵਿੱਚ 80% ਦੇ ਲਗਭਗ ਮਾਰਕਸ ਹੋਣੇ ਚਾਹੀਦੇ। ਅੱਛੇ ਮਾਰਕਸ ਹੋਣਗੇ ਤਾਂ ਬੇਟੇ ਪ੍ਰਾਈਵੇਟ ਬੈਂਕਸ ਜਿਹੜੀਆਂ ਹੈ ਨਾ,
ਉਹ ਉਹ ਬਹੁਤ ਤਾਂ ਅੱਛੀ ਮੈਂਬਰ ਸੈਲਰੀ ਲੱਭਦੇ ਦਿੰਦੇ ਨੇ। ਲੱਭਦੇ ਆ, ਬਿਲਕੁਲ। ਬੱਚੇ ਬੇਟੇ ਲੱਭਦੇ ਆ। ਮਾਰਕੀਟ ਜਿਹੜੀ ਨਾ ਬੈਂਕਿੰਗ ਸੈਕਟਰ ਹੈਗਾ ਵਾ, ਇਹਦੇ ਵਿੱਚ ਟ੍ਰੇਨਡ ਬੰਦਿਆਂ ਦੀ ਲੋੜ ਆ। ਠੀਕ ਹੈ ਨਾ। ਹੁਣ ਉਹ ਪੁਰਾਣਾ ਜ਼ਮਾਨਾ ਚਲੇ ਗਿਆ, ਹੁਣ ਤਾਂ ਬੇਟੇ ਕਸਟਮਰ ਜਿਹੜਾ ਹੈਗਾ ਜੀ ਇੱਕ ਜਿਹੜੀ ਬੈਂਕ ਹੈਗੀ ਆ, ਬੈਂਕ ਇੰਨੇ ਟ੍ਰੇਨਡ ਬੰਦੇ ਉਹਨਾਂ ਨੂੰ ਚਾਹੀਦੇ ਆ ਜੀ ਕਿ ਕਸਟਮਰ ਨੂੰ ਖੜਾ ਨਹੀਂ ਹੋਣ ਦੇਣਾ। ਜੀ ਬਿਲਕੁਲ ਮਤਲਬ ਜਿਹੜਾ ਕਸਟਮਰ ਆਇਆ ਉਹਦਾ ਕੰਮ ਆਟੋਮੈਟਿਕਲੀ ਉਸੇ ਟਾਈਮ ਹੋਣਾ ਚਾਹੀਦਾ, ਜੀ ਕਿਉਂਕਿ ਪ੍ਰਾਈਵੇਟੇਸ਼ਨ ਦਾ ਜ਼ਮਾਨਾ ਆ, ਤੇ ਇਹ ਨਾਲੇ ਮੁਕਾਬਲੇ ਦਾ ਦੌਰ ਆ। ਮੁਕਾਬਲੇ ਦਾ ਦੌਰ ਆ। ਜਿਹੜੀ ਬੈਂਕ ਦੀ ਸਰਵਿਸ ਅੱਛੀ ਹੋਊਗੀ, ਹੂੰ। ਲੋਕਾਂ ਨੂੰ ਟਾਈਮ ਘੱਟ ਲੱਗਦਾ, ਲੋਕਾਂ ਨੂੰ ਪ੍ਰੋਬਲਮ ਘੱਟ ਆਉਂਦੀਆਂ, ਲੋਕ ਉਸ ਬੈਂਕ 'ਚ ਜਾਣਗੇ। ਬਿਲਕੁਲ। ਹੁਣ ਇਹ ਨਹੀਂ ਹੈਗਾ ਇੱਕੋ ਹੀ ਬੈਂਕ ਆ ਜੀ ਸਾਡੇ ਪਿੰਡ ਵਾਂਗੂ ਤਲਵੰਡੀ ਮਾਦ ਵਾਂਗੂ ਹੂੰ। ਇੱਕੋ ਹੀ ਬੈਂਕ ਆ, ਏਦਾਂ ਨਹੀਂ। ਹੁਣ ਤਾਂ ਥਾਂ ਥਾਂ ਤੇ ਬੈਂਕਾਂ ਆ, ਹਰ ਪਿੰਡ 'ਚ ਲੋਕਾਂ ਕੋਲ ਬੈਂਕ ਆ। ਓਪਰਚੁਨਿਟੀ ਹੈਗੀ ਆ। ਅਗਰ ਜੀ। ਤੁਹਾਡੀ ਬੈਂਕ ਅੱਛੀ ਨਹੀਂ ਹੈਗੀ, ਲੋਕ ਅਗਲੀ ਬੈਂਕ 'ਚ ਚਲ ਜਾਣਗੇ। ਬਿਲਕੁਲ ਇਧਰੋਂ ਖਾਤਾ ਕੱਟ। ਹਾਂ, ਖਾਤਾ ਉਸੇ ਟਾਈਮ ਖਾਤਾ ਕਟਾ ਕੇ। ਹੂੰ ਠੀਕ ਹੈ, ਇਸ ਲਈ ਤੁਸੀਂ ਉਹਦੇ ਵਿੱਚ ਵੀ ਜਾ ਸਕਦੇ ਆ। ਹੁਣ ਮੈਂ ਨਾਲ ਹੀ ਇੱਕ ਗੱਲ ਹੋਰ ਕਰਨਾ, ਤੁਸੀਂ ਜਿਹੜੇ ਬੱਚੇ ਛੋਟੇ ਮੇਰੀ ਗੱਲ ਸੁਣ ਰਹੇ ਆ, ਤੁਸੀਂ ਸੁਣਿਆ ਹੋਣਾ ਆਮ ਖਬਰਾਂ ਦੇ ਵਿੱਚ ਸ਼ੇਅਰ ਮਾਰਕੀਟ ਡਿੱਗ ਗਈ ਹੈ ਜੀ, ਸ਼ੇਅਰ ਮਾਰਕੀਟ ਡਾਊਨ ਚੱਲ ਗਈ ਇਹਨੂੰ ਹੈ। ਥੋੜਾ ਕਲੀਅਰ ਕਰ ਦਿਓ, ਕਿਉਂਕਿ ਹਾਂ। ਸਾਰਿਆਂ ਨੇ ਇਹ ਬਾਅਦ ਵਿੱਚ ਪੁੱਛਣਾ ਆ ਸਰ ਜੀ ਸ਼ੇਅਰ ਬਿਲਕੁਲ। ਮਾਰਕੀਟਿੰਗ ਹੁੰਦੀ ਹੁੰਦੀ ਕੀ ਕੀ ਆ? ਆ? ਜੀ। ਤੇ ਸ਼ੇਅਰ ਮਾਰਕੀਟ ਦੇ ਨਾਲ ਰਿਲੇਟਡ ਜਿਹੜਾ ਕਾਰੋਬਾਰ ਆ ਉਹਨੂੰ ਸਟਾਕ ਮਾਰਕੀਟਿੰਗ ਕੋਰਸ ਅਸੀਂ ਕਹਿੰਦੇ ਆ। ਸਟਾਕ ਮਤਲਬ ਸਟਾਕ ਮਾਰਕੀਟ ਜੀ ਹੈਨਾ। ਤੇ ਜਿਹੜੇ ਬੱਚਿਆਂ ਦਾ ਅਕਾਊਂਟਸ ਅੱਛਾ ਆ, ਉਹਨਾਂ ਦੀ ਇੰਗਲਿਸ਼ ਲੈਂਗੁਏਜ ਅੱਛੀ ਆ, ਉਹਨਾਂ ਨੇ +2 ਕਾਮਰਸ ਦੇ ਵਿੱਚੋਂ ਅੱਛੇ ਨੰਬਰ ਗੇਨ ਕੀਤੇ ਆ, ਜੀ ਤੇ ਉਹ ਬੱਚੇ ਜਿਹੜੇ ਬੇਟਾ ਇਹ ਕੋਰਸ ਕਰ ਸਕਦੇ ਆ, ਸਟਾਕ ਮਾਰਕੀਟਿੰਗ ਡਿਪਲੋਮਾ ਕੋਰਸ। ਇਹ ਵੀ ਸਾਲ ਦਾ ਹੁੰਦਾ, ਜੀ। 2 ਸਾਲ ਦਾ ਵੀ ਹੁੰਦਾ ਆ। ਠੀਕ ਹੈ, ਇਹਦੀ ਪ੍ਰੈਕਟਿਸ ਵੀ ਕਈ ਬੱਚੇ ਕਰ ਲੈਂਦੇ ਆ। ਸ਼ੇਅਰ ਵੇਚਣੇ, ਖਰੀਦਣੇ, ਸੇਲ ਕਰਨੇ। ਸਰ ਜੀ ਸ਼ੇਅਰ ਹੁੰਦੇ ਕੀ ਇਹ ਆ? ਜਿਹੜੇ- ਸ਼ੇਅਰ ਸ਼ਬਦ ਸੁਣਿਆ ਬਹੁਤ ਹੈ, ਸ਼ੇਅਰ ਇਹਨੂੰ ਥੋੜਾ ਬਰੀਕੀ ਦੇ ਵਿੱਚ ਬੱਚਿਆਂ ਨੂੰ ਸਮਝਾਓ। ਦੇਖੋ ਜੀ, ਦੇਖੋ ਬੇਟੇ, ਸ਼ੇਅਰ ਦਾ ਚਲੋ ਮੈਂ ਹੁਣ ਇਹਨੂੰ ਹੁਣ ਜੇ ਇਹ ਮੈਂ ਸ਼ੇਰ ਚਿੜੀਆਂ ਨਹੀਂ ਗੀਆਂ ਹਾਂ, ਨਾ। ਇਹ ਉਹ ਨਹੀਂ ਹੈਗੇ ਗਾਉਣ ਵਾਲੇ ਸ਼ੇਰ ਨਹੀਂ ਹੈਗੇ। ਜੀ ਜਦੋਂ ਮੈਂ ਨਾ ਬੱਚਿਆਂ ਨੂੰ ਸਮਝਾਉਣਾ ਹੁੰਦਾ ਆ, ਚਲੋ ਮੈਂ ਕਿਹੜਾ ਕਮਰਸ ਟੀਚਰ ਆ, ਜੀ। ਹੈਨਾ, ਹੁਣ ਵਾਹ ਪੈ ਗਿਆ ਤੇ ਕਰਨਾ ਪੈਂਦਾ ਨਾ। ਜਿਹੜੇ ਹੈਗੇ ਆ ਸ਼ੇਅਰ ਹੁੰਦੇ ਆ, ਹੂੰ ਇਹ ਬੇਟਾ ਕੋਈ ਕੰਪਨੀ ਆ, ਹੂੰ ਉਹਨੂੰ ਲਗਾਉਣ ਦੇ ਲਈ ਜਿਹੜੀ ਕੈਪੀਟਲ ਚਾਹੀਦੀ ਹੈ। ਹੂੰ ਹੈਨਾ, ਹੁਣ ਤੁਸੀਂ ਕਹੋਗੇ ਕੈਪੀਟਲ ਕੀ ਹੁੰਦਾ? ਅਮਾਉਂਟ ਅਮਾਉਂਟ, ਪੈਸੇ, ਹੂੰ ਪੂੰਜੀ ਹੂੰ ਕਿੰਨੀ ਚਾਹੀਦੀ ਹੈ। ਜੀ ਹੈਨਾ, ਮੰਨ ਲਓ ਇੱਕ ਕੰਪਨੀ ਲਗਾਉਣੀ ਹੈ, ਹੈਨਾ, ਉਹਦੇ ਲਈ ਸਾਨੂੰ 2 ਕਰੋੜ ਦਾ ਬਜਟ ਆ ਸਾਡਾ। ਉਹਦੇ ਵਿੱਚ ਜਿੰਨਾ ਕੋਈ ਹਿੱਸਾ ਪਾਊਗਾ ਉਸ ਹਿਸਾਬ ਨਾਲ ਉਹਨਾਂ ਨੂੰ ਪ੍ਰੋਫਿਟ ਵੰਡਿਆ ਜਾਂਦਾ। ਮਤਲਬ ਜਿੱਦਾਂ ਆ ਅਦਾਰਾ ਹੈ, ਇਹਦੇ ਨਾਲ ਹੋਰ ਅਦਾਰਾ ਆ, ਉਹ ਵੀ ਵਿੱਚ ਇਹਦੇ ਵਿੱਚ ਪੈਸੇ ਲਾ ਕੇ ਤੇ ਹਾਂ। ਇਹਨੂੰ ਅਪਰੋਚ ਕਰਨ ਦੀ ਬਿਲਕੁਲ ਜੀ, ਹਾਂ, ਉਹਦੇ ਇਹਨੂੰ ਪਿੱਛੇ ਆਪਾਂ- ਨਾ ਹਾਂ, ਉਹਨਾਂ ਦਾ ਵੀ ਤੁਹਾਡਾ ਵੀ ਬਿਲਕੁਲ ਜੀ, ਹਾਂ, ਹੋਊਗਾ। ਉਹਨੂੰ ਆਪਾਂ ਉੱਪਰ ਚੱਕਣਾ ਹੈ ਨਾ ਹੂੰ। ਅਦਾਰੇ ਨੂੰ, ਤੇ ਉਹਦੇ ਲਈ ਉਹਨੂੰ ਅਸੀਂ ਸ਼ੇਅਰ ਕਹਿ ਦਿੰਨੇ ਆ। ਹੂੰ। ਉਹਨਾਂ ਨੂੰ ਵੇਚਣਾ, ਖਰੀਦਣਾ, ਉਹਨਾਂ ਨੂੰ ਅਪ ਡਾਊਨ ਦੇ ਬਾਰੇ ਚ ਤਾਂ ਜਿਹੜੀ ਨੌਲੇਜ ਆ, ਉਹ ਜਿਹੜਾ ਸਾਡਾ ਹੈਗਾ ਸਟਾਕ ਮਾਰਕੀਟਿੰਗ ਜੀ ਕੋਰਸ ਜਿਹੜਾ ਹੁੰਦਾ ਉਹਦੇ ਚ ਹੁੰਦਾ ਹੈ। ਜੀ ਤੇ ਤੁਸੀਂ ਸਾਰਿਆਂ ਨੇ ਖਿਆਲ ਰੱਖਣਾ ਵੀ ਇਹਨਾਂ ਦਾ। ਇਦੋਂ ਇਲਾਵਾ ਵੀ ਬਹੁਤ ਸਾਰੇ ਕੋਰਸ ਜੇ ਆ ਬੇਟਾ। ਨਹੀਂ ਕੁਝ ਵਿਸਰ ਗਿਆ ਹੈ, ਕੁਝ ਖਿਆਲ ਇੱਧਰ ਉੱਧਰ ਹੋ ਗਿਆ, ਤੇ ਇੱਕ ਤੁਹਾਨੂੰ ਨਾਲ ਲਾਸਟ ਵਿੱਚ ਨੰਬਰ ਬੋਲ ਦਾਂਗੇ ਸਰ ਦਾ। ਠੀਕ ਹੈ ਜੀ, ਤੁਸੀਂ ਸਰ ਦੇ ਨਾਲ ਕਾਲ ਕਰਕੇ ਸਿੱਧੀ ਜਾਣਕਾਰੀ ਲੈ ਸਕਦੇ ਜੇ ਅੱਧੀ ਅਧੂਰੀ ਗੱਲ ਸਮਝ ਆਈ, ਕਿਉਂਕਿ ਜੇ ਅਸੀਂ ਇੰਨੀ ਫਾਸਟ ਪਹਿਲੀ ਵਾਰੀ ਕਿਸੇ ਨੇ ਸੁਣੇ, ਅੱਧੇ ਸ਼ਬਦ ਤੋਂ ਜਿਹੜੀ ਸਮਝ ਤੇ ਨਹੀਂ ਪੈਣੇ ਬਿਲਕੁਲ, ਨਾ। ਹਾਂ ਬਿਲਕੁਲ ਤੇ ਜੀ। ਤੁਸੀਂ ਇਹ ਸਾਰੀ ਜਿਹੜੀ ਜਾਣਕਾਰੀ ਸਰ ਦੇ ਨਾਲ ਦੁਬਾਰਾ ਵੀ ਕੰਟੈਕਟ ਕਰ ਸਕਦੇ ਹੋ, ਕਿਉਂਕਿ ਅਸੀਂ ਚਾਹੁੰਦੇ ਕਿ ਸੰਖੇਪ ਦੇ ਵਿੱਚ ਹਰ ਬੱਚੇ ਨੂੰ ਉਹ ਜਾਣਕਾਰੀ ਮਿਲੇ, ਤੇ ਕਿ ਮਤਲਬ ਉਹਨਾਂ ਦੀ ਮੈਮਰੀ ਦੇ ਵਿੱਚ ਵਧੇ ਕਿ ਕੱਲੀ +2 ਕਮਰਸ, ਬੀਕਾਮ ਤੇ ਐਮਕਾਮ ਨਹੀਂ ਹੁੰਦੀ, ਤੇ ਕਮਰਸ ਦੇ ਵਿੱਚ ਹੋਰ ਵੀ ਬੜੀਆਂ ਕੈਟਾਗਰੀਆਂ ਹੁੰਦੀਆਂ, ਜਿੱਦਾਂ ਆਰਟਸ ਦੇ ਵਿੱਚ ਬੜੀਆਂ ਫੀਲਡ ਹੈ ਨਾ ਗਾਂ ਦੀ ਬਿਲਕੁਲ ਜੀ, ਗਾਂ। ਬਿਲਕੁਲ, ਇਸੇ ਤਰ੍ਹਾਂ ਕਮਰਸ ਦੇ ਵਿੱਚ ਵੀ ਬਹੁਤ ਸਾਰੀਆਂ ਫੀਲਡ ਆ ਗਾਂ ਦੀ ਗਾਂ, ਤੇ ਉਹ ਕੋਰਸ ਵੱਖਰੇ ਵੱਖਰੇ ਅਦਾਰੇ ਨੂੰ ਜਾਣ ਦੇ ਲਈ, ਵੱਖਰੇ ਵੱਖਰੇ ਕਾਰੋਬਾਰ ਖੋਲਣ ਲਈ ਵੱਖਰੀ ਵੱਖਰੀ ਲਾਈਨ ਆ, ਤੇ ਇਹ ਤੁਸੀਂ ਸਾਰਾ ਕੁਝ ਕਰ ਸਕਦੇ ਹੋ। ਤੇ ਉਹਦੇ ਲਈ ਥੋੜਾ ਜਿਹਾ ਮੈਮਰੀ ਨੂੰ ਇੱਧਰ ਨੂੰ ਲੈ ਕੇ ਆਓ। ਅਸੀਂ ਇਹ ਨਹੀਂ ਕਿ ਇਕੱਲੇ ਸਰਕਾਰੀ ਨੌਕਰੀ, ਪ੍ਰਾਈਵੇਟ ਅਦਾਰਿਆਂ ਦੇ ਵਿੱਚ ਵੀ ਬਹੁਤ ਕੁਝ ਸਾਡੇ ਕੋਲ ਲਈ ਪੈਕੇਜ ਪਿਆ ਆ, ਬਸ ਲੋੜ ਆ ਸਾਨੂੰ ਥੋੜਾ ਜਿਹਾ ਮੈਮਰੀ ਨੂੰ ਇੱਧਰਲੇ ਬੰਨੇ ਲੈ ਕੇ ਆਉਣ ਦੀ। ਸਰ ਬਿਲਕੁਲ ਜੀ ਇੱਕ ਚੀਜ਼ ਹੋਰ ਇਹਦੇ ਵਿੱਚ ਹੁੰਦੀ ਹੈ ਕਿ ਜਦੋਂ ਆਪਾਂ ਕੋਰਸਾਂ ਦੇ ਬਾਰੇ ਹੁੰਦੇ ਨਾ, ਬੜੀ ਵੱਡੀ ਲਿਸਟ ਹੁੰਦੀ ਹੈ ਨਾ, ਦੇਖਣ ਨੂੰ ਤਾਂ ਬੜੇ ਸੋਹਣੇ ਲੱਗਦੀ ਆ ਉਹ ਕੈਟਾਗਰੀਆਂ ਹਨਾ, ਪਰ ਉਹਦੇ ਅੰਦਰ ਕੀ ਆ ਕਿ ਸਾਡੀ ਜੋ ਸਾਨੂੰ ਆਉਂਦਾ ਹੈ ਉਹਦੇ ਅਕੋਰਡਿੰਗ ਆ ਕੀ ਸਾਡਾ ਇਧਰਲੇ ਬੰਨੇ ਰੁਝਾਨ ਬਣ ਸਕਦਾ ਕੀ ਨਹੀਂ ਹਨਾ। ਬੱਚੇ ਇਸ ਚੀਜ਼ ਤੋਂ ਵੀ ਬੜਾ ਡਰਦੇ ਸਰ ਜੀ, ਕਮਰਸ ਦੇ ਨਾਂ ਤੋਂ ਵੀ ਬੜਾ ਡਰਦੇ ਨੇ, ਹੁਣ ਇੱਥੇ ਦੱਸੋ। ਹਾਂ ਬਿਲਕੁਲ ਜੀ। ਇਹਨੇ ਇੱਕ ਇਹ ਜਿਹੜੀ ਤੁਸੀਂ ਬੜਾ ਸੋਹਣਾ ਗੱਲ ਕੀਤਾ, ਐਵੇਂ ਨਹੀਂ ਡਰਨਾ ਚਾਹੀਦਾ ਕਮਰਸ ਤੋਂ, ਕੋਈ ਚੀਜ਼ ਔਖੀ ਨਹੀਂ ਹੁੰਦੀ। ਠੀਕ ਹੈ ਨਾ, ਸਾਰੀਆਂ ਚੀਜ਼ਾਂ ਜਦੋਂ ਵਾਹ ਪਵੇ ਆਪੇ ਆ ਜਾਂਦੀਆਂ। ਨਾਲੇ ਵਾਹ ਪਿਆ, ਨਾਲੇ ਸ਼ੌਂਕ ਬਣਨਾ ਚਾਹੀਦਾ। ਬਿਲਕੁਲ ਸ਼ੌਕ ਹੋਣਾ ਚਾਹੀਦਾ। ਜਿੱਦਾਂ ਤੁਸੀਂ ਕਿਹਾ ਵੀ ਕਈ ਵਾਰੀ ਪਤਾ ਨਹੀਂ ਹੁੰਦਾ, ਉਹਦਾ ਮੈਂ ਹੱਲ ਦੱਸ ਦਿੰਦਾ ਆ। ਜਿਹੜੀਆਂ ਤੇ ਫੇਮਸ ਯੂਨੀਵਰਸਿਟੀਜ਼ ਹੈਗੀਆਂ ਜਾਂ ਰੈਪਿਊਟਡ ਕਾਲਜ ਇਹ ਤਾਂ ਵੱਡੀ ਲੈਵਲ ਦੀ ਗੱਲ ਹੋ ਗਈ। ਹਾਂ, ਜਿਹੜੇ ਵਧੀਆ ਅਦਾਰੇ ਹੈਗੇ ਆ, ਠੀਕ ਹੈ,
ਉਹ ਦੱਸਦੇ ਆ ਵੀ ਹੁਣ ਮੰਨ ਲਓ ਵੈਸੇ ਵੀ ਅੱਜ ਕੱਲ ਬੱਚੇ ਇੰਨੇ ਕੁ ਟ੍ਰੇਨਡ ਹੈਗੇ ਹੀ ਆ। ਜੇ ਹੁਣ ਮੰਨ ਲਓ ਆਪਾਂ ਗੱਲ ਕਰਦੇ ਆ ਸਾਈਬਰ ਕ੍ਰਾਈਮ ਸਿਕਿਉਰਿਟੀ ਕੋਰਸ ਜੀ ਹੈਨਾ, ਬੱਚੇ ਨੂੰ ਪਤਾ ਕਿ ਇਹਦੇ ਵਿੱਚ ਸਾਈਬਰ ਕ੍ਰਾਈਮ ਬੱਚਿਆਂ ਨੂੰ ਪਤਾ ਸਾਰੀਆਂ, ਹਾਂ ਦੇਖਦੇ ਆ ਨਾ ਟੀਵੀ ਹਾਂ, ਉਹਨਾਂ ਨੂੰ ਟੀਵੀ ਤੋਂ ਕਾਫੀ ਚੀਜ਼ਾਂ ਇਹਨਾਂ ਦੀਆਂ ਜਿਹੜੀ ਨੌਲੇਜ ਸੱਚੀ ਇਹ ਚੀਜ਼ ਹੈਗੀ ਕੁਝ ਸੀਰੀਅਲ ਦੇ ਵਿੱਚ ਬੜੀਆਂ ਚੀਜ਼ਾਂ ਬਰੀਕੀ ਦੇ ਨਾਲ ਦਿਖਾਈਆਂ ਜਾਂਦੀਆਂ ਫਿਲਮ ਦੇ ਵਿੱਚ, ਅਸੀਂ ਉਹ ਸੀਨ ਤਾਂ ਦੇਖਦੇ ਨਹੀਂ, ਅਸੀਂ ਹੋਰ ਲੈਵਲ ਤੇ ਚਲੇ ਜਾਂਦੇ ਆ, ਤਾਂ ਕਰਕੇ ਸਾਡੇ ਕੋਲ ਵਿਸਰ ਜਾਂਦੀ ਹੈ। ਬਿਲਕੁਲ ਜੀ ਬਿਲਕੁਲ, ਹਾਂ ਜੀ ਬਹੁਤ ਸਾਰੇ ਨਾ ਤੁਹਾਡੀ ਗੱਲ ਸਹੀ ਹੈ ਕਿ ਬਹੁਤ ਸਾਰੇ ਸਾਡੇ ਚੈਨਲਸ ਤੋਂ ਵੀ ਇਦਾਂ ਦੀਆਂ ਸਾਨੂੰ ਗੱਲਾਂ ਮਿਲਦੀਆਂ, ਦੇਖਣ ਨੂੰ ਮਿਲਦੀਆਂ, ਠੀਕ ਹੈ। ਤੇ ਬਹੁਤ ਅੱਛਾ ਆ, ਤੁਸੀਂ ਹਰ ਚੀਜ਼ ਨੂੰ ਕਦੀ ਵੀ ਮਾਈਂਡ 'ਚ ਇਹ ਨਾ ਸੋਚੋ ਇਹ ਚੀਜ਼ ਨਹੀਂ ਹੋ ਸਕਦੀ। ਤੁਸੀਂ ਕੋਸ਼ਿਸ਼ ਕਰੋ ਕਿ ਜਿਹੜਾ ਕਿ ਤੁਸੀਂ ਉਸ ਸਮਝਣਾ ਉਸ ਚੀਜ਼ ਨੂੰ, ਘਬਰਾਉਣਾ ਨਹੀਂ, ਉਸ ਚੀਜ਼ ਨੂੰ ਸਮਝ ਕੇ ਕਰਨਾ ਹੈ, ਠੀਕ ਹੈ। ਹੁਣ ਸਰ ਜੀ ਸਮਝਣ ਦੀ ਗੱਲ ਕੀਤੀ ਹੈ, ਮੇਰੇ ਕੋਲ ਜਿਹੜੀਆਂ ਲਿਸਟਾਂ ਪਈਆਂ ਹੁਣ ਇੱਥੇ ਬੜੇ ਸਾਰੇ ਕੋਰਸ ਪਏ ਨੇ ਨਾ, ਇਹਨਾਂ ਸਾਰਿਆਂ ਕੋਰਸਾਂ ਦੇ ਵਿੱਚ ਇੱਕ ਸੀਏ ਕੋਰਸ ਕੀ ਹੁੰਦਾ, ਸੀਏ ਕੋਰਸ ਨੂੰ ਆਪਾਂ ਦੁਬਾਰਾ ਸ਼ੁਰੂ ਕਰਦੇ ਹਾਂ ਕਿਉਂਕਿ ਇੱਕ ਸੀਐਸਸੀ ਸੀਗਾ ਨਾ, ਹਾਂਜੀ ਬਿਲਕੁਲ, ਤੇ ਇੱਕ ਸੀਏ ਕੋਰਸ ਨੂੰ ਆਪਾਂ ਕਿਵੇਂ ਮੇਨਟੇਨ ਕਰਦੇ ਹਾਂ, ਹਾਂਜੀ ਦੇਖੋ ਜੀ ਕੀ ਹੁੰਦਾ ਇਹਦੇ ਵਿੱਚ ਖਾਸ, ਬੱਚੇ ਦੀ ਰੁਚੀ ਕਿਵੇਂ ਇਸ ਬੰਨੇ ਪੈਦਾ ਕੀਤੀ ਜਾ ਸਕਦੀ, ਇਹ ਵੀ ਨਾਲ ਦੀ ਨਾਲ ਦੱਸੋ। ਹਾਂਜੀ, ਜਿਹੜੇ ਬੱਚੇ ਨਾ ਬੀਕਾਮ ਵਾਲੇ ਹੁੰਦੇ ਆ ਉਹ ਸੀਏ ਦਾ ਕੋਰਸ ਕਰ ਸਕਦੇ ਆ, ਚਾਰਟਰਡ ਅਕਾਊਂਟੈਂਟ ਜੀ, ਠੀਕ ਹੈ। ਬੇਟੇ ਮੇਰੀ ਗੱਲ ਸੁਣਿਓ, ਮੈਂ ਤੁਹਾਨੂੰ ਨਾ ਇਹਨੂੰ ਬੜੇ ਇੱਕ ਸਿੰਪਲ ਜਿਹੀ ਉਦਾਹਰਨ ਨਾਲ ਦੱਸਦਾ ਆ, ਹੈਨਾ। ਹੁਣ ਆਪਾਂ ਜੇ ਆਪਣੇ ਪਰਿਵਾਰ ਦੀ ਗੱਲ ਕਰੀਏ, ਆਪਣੇ ਘਰਾਂ ਦੇ ਵਿੱਚ ਆਪਣੇ ਮੰਮੀ ਜਾਂ ਆਪਣੇ ਡੈਡੀ ਜਾਂ ਆਪਣੀ ਦਾਦੀ ਹਿਸਾਬ ਕਿਤਾਬ ਰੱਖਦੀ ਆ, ਬਿਲਕੁਲ ਉਹਨਾਂ ਦੇ ਹੱਥੀਂ ਹੁੰਦਾ ਕਿੱਥੇ ਇੰਨੇ ਕੁ ਪੈਸੇ ਆ ਗਏ ਆ ਤੇ ਇੰਨੇ ਕੁ ਲੱਗਣੇ ਆ। ਜੇ ਆਪਾਂ ਘਰ ਨਾਰਮਲੀ ਗੱਲ ਆ ਬੇਟਾ, ਸਿੰਪਲ ਜੀ ਗੱਲ ਆ, ਨਾਰਮਲ ਜੀ ਗੱਲ ਆ ਕਿ ਆਪਾਂ ਖਿਆਲ ਰੱਖਣਾ ਵੀ ਕਿੰਨੇ ਕੁ ਪੈਸੇ ਸਾਡੇ ਕੋਲ ਆ ਗਏ। ਹੁਣ ਏਦਾਂ ਹੀ ਚਾਰਟਰਡ ਅਕਾਊਂਟੈਂਟ ਜਿਹੜਾ ਹੁੰਦਾ ਨਾ ਬੇਟੇ, ਉਹਨੇ ਸਾਰੀ ਡਿਟੇਲ ਜਿਹੜੀ ਬਣਾ ਕੇ ਦੇਣੀ ਹੁੰਦੀ ਤੁਹਾਨੂੰ ਕਿਸੇ ਵੀ ਅਦਾਰੇ ਦੇ ਵਿੱਚ, ਅਦਾਰੇ ਦੀ। ਹੁਣ ਫਾਰ ਐਗਜ਼ਾਮਪਲ ਮੈਂ ਤੁਹਾਨੂੰ ਦੱਸਦਾ, ਸਾਡਾ ਸਕੂਲ ਹੈ, ਹੁਣ ਅਸੀਂ ਸਰਕਾਰ ਨੂੰ ਡਿਟੇਲ ਦੇਣੀ ਪਿਛਲੇ ਸਾਲ ਦੀ ਕਿ ਸਾਡੇ ਸਕੂਲ ਨੇ ਕੀ ਖੱਟਿਆ, ਕੀ ਸਾਨੂੰ ਘਾਟਾ ਪਿਆ, ਕੀ ਸਾਨੂੰ ਵਾਧਾ ਪਿਆ, ਕੀ ਸਾਨੂੰ ਬਜਟ ਹੋਇਆ, ਕਿੱਥੋਂ ਕਿੰਨਾ ਪੈਸਾ ਆਇਆ। ਇੱਕ ਸਰਕਾਰ ਨੂੰ ਰਿਪੋਰਟ ਜਮ੍ਹਾਂ ਕਰਵਾਉਣੀ ਹੁੰਦੀ, ਉਹਨੂੰ ਅਸੀਂ ਸੀਏ ਰਿਪੋਰਟ, ਡੋਨੇਟ ਹੋਇਆ ਕਿ ਸਕੂਲ ਦੇ ਵਿੱਚੋਂ ਇਨਕਮ ਸੋਰਸ ਹੋਇਆ ਆ ਕਿੰਨੇ, ਹਾਂ ਜਾਂ ਮਤਲਬ ਅਸੀਂ ਆਪਣੇ ਵੱਲੋਂ ਕਿੰਨਾ ਫੰਡ ਇਕੱਠਾ ਕੀਤਾ, ਹਾਂ ਬਿਲਕੁਲ ਇਦਾਂ ਹੀ ਹਰ ਅਦਾਰੇ ਦੀ ਇੱਕ ਸੀਏ ਰਿਪੋਰਟ ਬਣਦੀ ਆ, ਹਰ ਕੰਪਨੀ ਦੀ। ਇਹ ਵੱਖਰੇ ਮਤਲਬ ਉਸ ਅਦਾਰੇ ਦੇ ਵਿੱਚ ਇੱਕ ਵੱਖਰੀ ਪੋਸਟ ਹੁੰਦੀ ਬਿਲਕੁਲ ਜੀ, ਹਾਂ। ਤੇ ਜਿਹੜੇ ਵੱਡੀਆਂ ਵੱਡੀਆਂ ਫਰਮਾਂ ਦੇ ਵਿੱਚ ਉਹਨਾਂ ਨੇ ਆਪਣੇ ਹਾਇਰ ਕੀਤੇ ਹੁੰਦੇ ਆ ਜੀ, ਨਹੀਂ ਤਾਂ ਮਤਲਬ ਪ੍ਰਾਈਵੇਟ ਤੌਰ ਤੇ ਵੀ ਸਕੂਲਾਂ ਕਾਲਜਾਂ ਨੇ ਆਪਣੇ ਜਿਹੜੇ ਉਹ ਸੀਏ ਰੱਖੇ ਹੁੰਦੇ ਆ। ਤੇ ਮੈਂ ਤੁਹਾਨੂੰ ਸਾਰਿਆਂ ਨੂੰ ਇੱਕ ਗੱਲ ਦੱਸੂਗਾ ਜੀ, ਜਿਹੜੇ ਨਾ ਸੀਏ, ਮੰਨ ਲਓ ਤੁਸੀਂ ਬੀਕਾਮ ਜਾਂ ਐਮਕਾਮ ਕੀਤੀ ਆ, ਤੁਸੀਂ ਸੀਏ ਵੀ ਕੀਤੀ ਹੋਈ ਹੈ, ਹੈਨਾ, ਸੀਏ ਕੀਤੀ ਆ, ਤੇ ਮੈਂ ਬਹੁਤ ਸਾਰੇ ਇਦਾਂ ਦੇ ਕਮਰਸ ਦੇ, ਕਿੰਨੇ ਚਿਰ ਦਾ ਆ, ਹਾਂ ਇਹ ਵੀ ਇੱਕ ਕੋਰਸ ਹੈ ਜੀ, ਕਿੰਨੇ ਸਾਲ ਦਾ, ਹਾਂ ਇਹ ਵੀ ਅਲੱਗ-ਅਲੱਗ ਟਾਈਮ ਹੁੰਦਾ ਹਰ ਯੂਨੀਵਰਸਿਟੀ ਦੇ ਵਿੱਚ ਜੀ, ਹਾਂ। ਤੇ ਇਹ ਅਗਰ ਤੁਸੀਂ ਕੀਤਾ ਹੈ ਤੇ ਬਹੁਤ ਅੱਛੀ ਇਹਦਾ ਸਕੋਪ ਹੈ। ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦੱਸਦਾ ਜੀ, ਬਹੁਤ ਸਾਰੇ ਮੈਂ ਕਾਮਰਸ ਵਾਲੇ ਲੈਕਚਰਰ ਇਦਾਂ ਦੇ ਦੇਖੇ ਆ ਜੀ, ਜਿਹੜੇ ਬਤੌਰ ਐਜ਼ ਲੈਕਚਰਰ ਵੀ ਕੰਮ ਕਰਦੇ ਆ, ਬਤੌਰ ਐਜ਼ ਅਕਾਊਂਟੈਂਟ ਵੀ ਕੰਮ ਕਰਦੇ ਆ। ਕਿਉਂਕਿ ਅਕਾਊਂਟੈਂਟ, ਜੇ ਮੈਂ ਤੁਹਾਨੂੰ ਸਕੂਲਾਂ ਕਾਲਜਾਂ ਦੀ ਗੱਲ ਦੱਸਾਂ ਤੇ ਮੇਰੇ ਖਿਆਲ ਚ ਅਕਾਊਂਟੈਂਟ ਮਹੀਨੇ 'ਚ ਇੱਕ ਦਿਨ ਹੀ ਆਉਂਦਾ ਹੁੰਦਾ, ਤੇ ਹਰ ਸਕੂਲ ਘੱਟੋ ਘੱਟ ਰਾਉਂਡ ਫਿਗਰ ਦੀ ਜੇ ਗੱਲ ਕਰੀਏ 5 ਤੋਂ 6,000 ਰੁਪਇਆ ਪਰ ਮਹੀਨਾ ਨੂੰ ਦਿੰਦਾ ਹੈ। ਸਰ ਜੀ ਫਿਰ ਤੁਸੀਂ ਹਾਂ ਗੱਲ ਕਹਿ ਕੇ ਵਿਹਲੇ ਰਹਿਣਾ, ਚਲੋ ਇਹ ਕੋਰਸ ਕਰ ਲਓ, ਨਹੀਂ ਇਹ ਚੀਜ਼ ਮੰਗਣੀ ਆ, ਇਸ ਸ਼ਬਦ ਦਾ ਇੱਥੇ ਅਰਥ ਨਿਕਲ ਜਾਣਾ ਨਹੀਂ। ਚਲੋ ਮੈਨੂੰ ਕਲੀਅਰ ਕਰ ਦੇਣਾ, ਇਹਦਾ ਅਰਥ ਇਹ ਨਹੀਂ ਹੈਗਾ ਵੀ ਸੀਏ ਨੇ ਇੱਕ ਦਿਨ ਸਕੂਲੇ ਆਉਣਾ ਹੈ, ਹੈਨਾ। ਸਾਡੇ ਸਕੂਲ ਇੱਕੋ ਹੀ ਦਿਨ ਆਉਂਦਾ ਹੈ, ਦੂਜੇ ਸਕੂਲਾਂ 'ਚ ਵੀ ਜਾਂਦਾ, ਫਿਰ ਉਹਨੇ ਆਪਣੇ ਬੇਟੇ ਘਰ ਬੈਠ ਕੇ ਸਾਰਾ ਕੰਮ ਕਰਨਾ ਹੁੰਦਾ, ਮਤਲਬ ਉਥੋਂ ਡਿਟੇਲ ਲੈ ਆਉਣੀ ਹੈ, ਉਹਨੇ ਸਾਰਾ ਸਾਲ ਤੁਸੀਂ ਦਫ਼ਤਰ ਦੇ ਵਿੱਚ ਵੀ ਕਰ ਸਕਦੇ ਹੋ, ਉਹਨੇ ਆਪਣੇ ਦਫ਼ਤਰ ਦੇ ਵਿੱਚ ਜਿਹੜਾ ਉਹਦਾ ਆਪਣਾ ਪਰਸਨਲ ਹੁੰਦਾ। ਹੁਣ ਦੇਖੋ ਸੀਏ ਨੂੰ ਕੋਈ ਵੱਖਰਾ ਦਫ਼ਤਰ ਬਣਾਉਣ ਦੀ ਲੋੜ ਨਹੀਂ, ਅਗਲਾ ਆਪਣੇ ਘਰੇ ਵੀ ਕੰਮ ਕਰ ਸਕਦਾ। ਤੁਸੀਂ ਬਾਹਰੋਂ ਸਮਾਨ ਆਪਣਾ ਲੈ ਆਉਣਾ, ਜਿੰਨੀ ਡਿਟੇਲ ਆ, ਅੱਜ ਕੱਲ ਤਾਂ ਆਉਣ ਦੀ ਵੀ ਲੋੜ ਨਹੀਂ, ਸੀਏ ਆਉਂਦੇ ਨਹੀਂ, ਮੇਲ ਸਿਸਟਮ ਬੜਾ ਅੱਛਾ ਅੱਜ ਕੱਲ ਚੱਲ ਪਿਆ, ਅਗਲੇ ਮੇਲ ਲੈ ਲੈਂਦੇ ਆ, ਉਹਨਾਂ ਨੇ ਡਾਟਾ ਆਪਣਾ ਮੇਨਟੇਨ ਕਰਨਾ ਹੁੰਦਾ। ਫਿਰ ਜਦੋਂ ਹੁਣ ਅਸੀਂ ਵੀ ਕਰਵਾ ਰਹੇ ਆਪਣੇ ਸੀਏ ਦੇ ਕੋਲ, ਸਾਡੇ ਕੋਲ ਰਿਪੋਰਟ ਮੰਗੀ ਗਵਰਨਮੈਂਟ ਨੇ, ਅਸੀਂ ਪਿਛਲੇ ਸਾਲ ਦੀ ਰਿਪੋਰਟ ਜਿਹੜੀ ਗਵਰਨਮੈਂਟ ਨੂੰ ਸੈਂਡ ਕਰਨੀ ਹੈ, ਠੀਕ ਹੈ। ਇੱਕ ਮੈਂ ਹੋਰ ਦੱਸ ਦਿੰਦਾ ਨਾਲ ਹੀ, ਡਿਪਲੋਮਾ ਕੋਰਸ ਚ ਰਹਿ ਗਿਆ, ਇਨਕਮ ਟੈਕਸ ਡਿਪਲੋਮਾ ਕੋਰਸ, ਟੈਕਸ ਕੱਟਣ ਵਾਲੇ ਆ ਜੀ, ਹਾਂਜੀ ਬਿਲਕੁਲ ਜੀ। ਹੁਣ ਹਰ ਕੰਪਨੀ ਨੇ ਸਰਕਾਰ ਦੇ, ਦੇਖੋ ਜੀ ਅਸੀਂ ਜਿੰਨੇ ਪੜ੍ਹੇ ਲਿਖੇ ਲੋਕ ਹੁੰਦੇ ਆ ਨਾ, ਹੁਣ ਮੈਂ ਇੱਥੇ ਤੁਹਾਨੂੰ ਸਾਰਿਆਂ ਨੂੰ ਦੱਸ ਦੇਣਾ ਚਾਹੁੰਦਾ, ਅਸੀਂ ਇੱਕ ਰਿਟਰਨ ਫਾਈਲ ਕਰਦੇ ਆ ਜੀ, ਹੈਨਾ, ਸਾਰੇ ਕਰਦੇ ਆ, ਤਾਂ ਰਿਟਰਨ ਫਾਈਲ ਕਰਨੀ ਵੀ ਚਾਹੀਦੀ ਹੈ। ਸਾਨੂੰ ਸਰਕਾਰ ਨੂੰ ਦੱਸਣਾ ਚਾਹੀਦਾ ਕਿ ਸਾਡੀ ਆਮਦਨ ਇੰਨੀ ਆ, ਇੰਨੀ ਅਸੀਂ ਕਮਾਈ ਕਰ ਰਹੇ ਆ, ਆਹ ਸਾਡੇ ਖਰਚੇ ਆ, ਠੀਕ ਹੈ। ਜਿੱਥੋਂ ਬੇਟੇ ਯੋਜਨਾਵਾਂ ਬਣਦੀਆਂ ਜੀ,
ਸਰਕਾਰ ਨੇ ਯੋਜਨਾਵਾਂ ਤਾਂ ਹੀ ਬਣਾਉਣੀਆਂ ਹੁੰਦੀਆਂ ਜਦੋਂ ਉਹਨੂੰ ਪਤਾ ਲੱਗਦਾ ਕਿ ਲੋਕਾਂ ਦੀ ਇਨਕਮ ਇੰਨੀ ਆ। ਇਹ ਸਾਡੇ ਵਰਗਿਆਂ ਨੂੰ ਤਾਂ ਕਿਸੇ ਨੂੰ ਨਹੀਂ ਪਤਾ, ਜਿਹੜਾ ਉਸ ਡਿਪਾਰਟਮੈਂਟ ਦੇ ਵਿੱਚ ਗਿਆ ਸਿਰਫ ਉਹਨੂੰ ਹੀ ਇਹਨਾਂ ਚੀਜ਼ਾਂ ਬਾਰੇ ਪਤਾ ਨਾ। ਬਿਲਕੁਲ ਜੀ ਬਿਲਕੁਲ, ਹਾਂ ਉਹਨੂੰ ਪਤਾ ਹੁੰਦਾ। ਤੇ ਇਸ ਲਈ ਤੁਸੀਂ ਨਾ ਟੈਕਸ ਤੇ ਵੀ ਜਿਹੜਾ ਇਨਕਮ ਟੈਕਸ ਹੁੰਦਾ ਵਾ ਉਹਦੇ ਆਧਾਰ ਤੇ ਵੀ ਇੱਕ ਡਿਪਲੋਮਾ ਕੋਰਸ ਹੁੰਦਾ, ਤੇ ਪਲੱਸ ਜਿਹੜੇ ਕਾਮਰਸ ਵਾਲੇ ਬੱਚੇ ਆ ਉਹ ਇਹ ਕੋਰਸ ਕਰਕੇ ਵੀ ਅੱਛੀ ਜਿਹੜੀ ਆ ਜੌਬ ਆ ਜਾਂ ਅੱਛੀ ਸੈਲਰੀ ਆ ਉਹ ਗੇਨ ਕਰ ਸਕਦੇ। ਬਹੁਤ ਅੱਛੀ ਗੱਲ ਹੈ, ਬਿਲਕੁਲ ਜੀ, ਬੜਾ ਵਧੀਆ ਇਹ ਕਨਸੈਪਟ ਹੈਗਾ। ਹਾਂਜੀ ਜੇ ਮਤਲਬ ਇਹ ਕਹਿ ਸਕਦੇ ਆ ਕੱਲਾ ਕਮਰਸ ਬੀਕਾਮ ਤੇ ਐਮਕਾਮ ਨਹੀਂ, ਕਮਰਸ ਦੇ ਵਿੱਚ ਹੋਰ ਬਹੁਤ ਸਾਰੀਆਂ ਲਾਈਨਾਂ, ਇੰਨੀਆਂ ਕੁ ਲਾਈਨਾਂ ਆ, ਤੁਸੀਂ ਸੋਚੋ ਕਿ ਤੁਸੀਂ ਕਿੱਧਰ ਨੂੰ ਜਾਣਾ ਹੈ ਨਾ। ਤੇ ਬਾਕੀ ਕਾਉਂਸਲਿੰਗ ਕਰਦੇ ਰਿਹਾ ਕਰੋ, ਇੱਕ ਦੂਸਰੇ ਦੇ ਨਾਲ ਵਿਚਾਰ ਵਟਾਂਦਰਾ ਕਰਦੇ ਰਿਹਾ ਕਰੋ। ਜੇ ਤੁਸੀਂ ਖੁਦ ਨਹੀਂ ਕਰਦੇ ਕੋਈ ਕਿਸੇ ਮੈਂਬਰ ਦੇ ਨਾਲ, ਸਰ ਜੀ ਤੁਸੀਂ ਆਪਣਾ ਫੋਨ ਨੰਬਰ ਮੈਂ ਕਹੂੰਗੀ ਬਕਾਇਦਾ ਦੇ ਦਿਓ, ਕਿਉਂਕਿ ਅੱਧੀਆਂ ਅਧੂਰੀਆਂ ਜਿਹੜੀਆਂ ਗੱਲਾਂ ਉਹਨਾਂ ਨੂੰ ਪੂਰਾ ਕੀਤਾ ਜਾ ਸਕੇ ਕਿ ਮੈਂ +2 ਕੀਤੀ ਜਾਂ ਮੈਂ +2 ਕਮਰਸ ਦੀ ਕੀਤੀ, ਮੈਂ ਆਰਟਸ ਦੀ ਕੀਤੀ ਤੇ ਮੈਂ ਹੁਣ ਬੀਕਾਮ ਕਰਨਾ ਚਾਹੁੰਦਾ ਤੇ ਕਿਵੇਂ ਕਰਾਂ, ਹਨਾ। ਮਤਲਬ ਇਹ ਵੀ ਚੀਜ਼ਾਂ ਇੱਕ ਜਾਲ ਨੂੰ ਕਿਵੇਂ ਕਲੀਅਰ ਕੀਤਾ ਜਾਵੇ। ਬਿਲਕੁਲ ਬਿਲਕੁਲ, ਹਾਂਜੀ 9915 84045, ਇੱਕ ਵਾਰੀ ਹੋਰ ਸੁਣ ਲਓ ਜੀ 9915 84045, ਜਦੋਂ ਮਰਜ਼ੀ ਕਾਲ ਕਰੋ। ਹਾਂ ਕਿਸੇ ਵੈਬੀਨਾਰ ਚ ਹੋਈਏ ਤਾਂ ਭਾਵੇਂ ਨਾ ਚੱਕੀਏ ਫੋਨ ਜੀ, ਨਹੀਂ ਤਾਂ ਆਲਰੇਡੀ 24 ਘੰਟੇ ਬਾਬਾ ਜੀ ਮੈਸੇਜ WhatsApp ਮੈਸੇਜ ਕਰ ਸਕਦੇ, ਬਾਅਦ ਵਿੱਚ ਤੁਹਾਨੂੰ ਰਿਪਲਾਈ ਜ਼ਰੂਰ ਕਰਨਗੇ। ਸਰ ਜੀ ਮਤਲਬ ਮੈਂ +2 ਆਰਟਸ ਦੀ ਕੀਤੀ, ਮੈਂ ਹੁਣ ਬੀਕਾਮ ਕਰਨਾ ਚਾਹੁੰਦੀ, ਕਰ ਸਕਦੀ ਏਦਾਂ? ਭਾਵ ਮੇਰਾ ਨਹੀਂ ਕੁਐਸਚਨ, ਬੱਚੇ ਵੱਲੋਂ ਮੈਨੂੰ ਪਤਾ ਵਾ ਜੀ, ਨਹੀਂ ਕਰ ਸਕਦੇ ਆ ਜੀ, ਹਾਂ ਕਰ ਸਕਦੇ ਹੋ। ਕੁਝ ਯੂਨੀਵਰਸਿਟੀਆਂ ਹੈਗੀਆਂ ਇਦਾਂ ਦੀਆਂ ਜੀ, ਕਰ ਸਕਦੇ ਆ। ਫਿਰ ਤਾਂ ਵੈਸੇ ਜੇ ਮੈਂ ਕਹਾਂ, ਜੇ ਮੈਂ ਐਜ਼ ਅ ਪ੍ਰਿੰਸੀਪਲ ਰეკਮੈਂਡ ਕਰਾਂ, ਫਿਰ ਨਹੀਂ ਮੈਂ ਕਹੂੰਗਾ ਕਿ ਤੁਹਾਡਾ ਬੇਸ ਪਹਿਲਾਂ ਬਣਿਆ ਹੋਣਾ। ਹਾਂ, ਕਿਉਂਕਿ ਫਿਰ ਆਪਾਂ ਡਿਗਰੀ ਦੇ ਵਿੱਚ ਨੰਬਰ ਵੀ ਫਿਰ ਤੁਹਾਨੂੰ, ਕਿਉਂਕਿ ਤੁਹਾਨੂੰ ਸਮਝ ਨਹੀਂ ਲੱਗਣੀ ਉੱਥੇ ਬੇਸਿਕ ਕਨਸੈਪਟ ਜਿਹੜੇ ਉਹਦੀ, ਉਹ ਤੁਹਾਨੂੰ ਸਮਝ ਨਹੀਂ ਲੱਗਣੀ ਹੈ ਨਾ। ਮੈਂ ਇਹੀ ਰეკਮੈਂਡ ਕਰੂੰਗਾ ਕਿ +1 2 ਜਿਹੜੀ ਆ ਉਹ ਕਮਰਸ ਵਿੱਚ ਕਰੋ, ਫਿਰ ਤੁਸੀਂ ਅੱਗੇ ਕਰ ਸਕਦੇ। ਇੱਕ ਮੈਂ ਕਿਸੇ ਬੱਚੇ ਦੇ ਮੈਮਰੀ ਚ ਹੋ ਸਕਦਾ ਨਾ ਪ੍ਰਸ਼ਨ ਵੀ ਮੈਂ ਇਦਾਂ ਕਰ ਸਕਦਾ, ਇਦਾਂ ਨਾ ਕਰੋ, ਅੱਛਾ ਨਹੀਂ ਲੱਗਦਾ, ਕਿ ਤੁਹਾਨੂੰ ਕਨਸੈਪਟ ਨਹੀਂ ਉਹ ਕਲੀਅਰ ਹੋਣਾ ਜੀ। ਬਿਲਕੁਲ, ਕਿਉਂਕਿ ਉਹਦੇ ਵਿੱਚ +2 ਦੇ ਵਿੱਚ ਬੜਾ ਕਲੀਅਰ ਕੀਤਾ ਜਾਂਦਾ, 2 ਸਾਲ ਦੇ ਵਿੱਚ, ਉਹ 2 ਸਾਲ ਦੇ ਵਿੱਚ ਬੱਚੇ ਨੇ ਸਮਝਣਾ, ਉਹੀ ਗਾਂ ਜਾ ਕੇ ਗ੍ਰੈਜੂਏਸ਼ਨ ਦੇ ਵਿੱਚ ਆਉਂਦਾ। ਹਾਂਜੀ, ਇੱਕ ਡਿਪਲੋਮਾ ਕੋਰਸ ਹੋਰ ਰਹਿ ਗਿਆ ਵੀ, ਦੱਸੋ ਜੀ ਦੱਸੋ ਜਰੂਰ, ਅਸੀਂ ਰਹਿਣ ਛੱਡਣਾ। CFP ਸੁਣ ਲਓ ਵੀ, ਸਰਟੀਫਿਕੇਟ ਫਾਈਨੈਂਸ਼ੀਅਲ ਪਲੈਨਰ। ਮਤਲਬ ਸਰਟੀਫਿਕੇਟ ਕਿਵੇਂ ਤਿਆਰ ਕਰਨੇ ਆ? ਨਹੀਂ ਜੀ, ਹਾਂ ਇੱਕ ਨਾ ਫਾਈਨਾਂਸ ਨੂੰ ਪਲਾਨ ਕਰਨ ਦਾ ਜੀ, ਫਾਈਨਾਂਸ ਨੂੰ ਕਿੱਦਾਂ ਪਲਾਨ ਕਰਨਾ। ਇੱਕ ਨਾ ਕੋਈ ਵੀ ਅਦਾਰਾ ਜਦੋਂ ਹੁੰਦਾ ਉੱਥੇ ਨਾ ਜਿਹੜੀ ਫਾਈਨਾਂਸ ਇਕੱਠੀ ਹੁੰਦੀ ਆ ਉਹ ਕਿੱਥੋਂ ਹੋਣੀ ਆ, ਕਿਵੇਂ ਹੋਣੀ ਆ, ਮਤਲਬ ਖਰਚਾ ਪਾਣੀ ਕਿਵੇਂ, ਖਰਚਾ ਪਾਣੀ ਬਿਲਕੁਲ ਕਿੱਧਰ ਆਉਣਾ ਵਾ ਤੇ ਕਿੱਥੇ ਲੱਗਣਾ ਆ, ਉਹ ਪਲੈਨਰ ਹੁੰਦੇ ਉਹਨਾਂ ਦੇ ਜੀ। ਹਾਂ, ਫਾਈਨੈਂਸ਼ੀਅਲ ਡਿਪਾਰਟਮੈਂਟ ਚ ਉਹਨਾਂ ਦੇ ਮੇਨ ਤੇ ਤੁਸੀਂ ਛੱਡ ਹੀ ਦਿੱਤਾ ਸਾਰਾ, ਕਿਉਂਕਿ ਘਰ ਦੇ ਜੜ ਨੇ ਕਿੱਦਾਂ ਮੈਨੇਜ ਕਰਨਾ ਉਹ ਦੱਸਣਾ ਆ। ਹਾਂ ਬਿਲਕੁਲ ਜੀ, ਉਹ ਉਹਦੇ ਕੋਲ ਹੋਣਾ ਚਾਹੀਦਾ। ਫਿਰ ਇੱਕ ਹੋਰ ਆਪਾਂ ਨਾਲ ਕਰ ਲੈਨੇ ਆ ਕਿ ਜਿੱਦਾਂ ਮੈਂ ਪਹਿਲਾਂ ਕਿਹਾ ਸੀ ਨਾ ਕਿ ਕੋਈ ਵੀ ਬਿਜ਼ਨਸਮੈਨ ਸਰਕਾਰ ਤੋਂ ਕੋਈ ਚੀਜ਼ ਲੁਕਾਉਂਦਾ ਨਹੀਂ, ਅਸਲੀ ਬਿਜ਼ਨਸਮੈਨ ਜਿਹੜਾ ਹੁੰਦਾ ਬਿਲਕੁਲ ਸਹੀ ਬਿਜ਼ਨਸਮੈਨ, ਕਿਉਂਕਿ ਜੇ ਲੁਕਾਊਗਾ ਤਾਂ ਫਿਰ ਉਹ ਜੇ ਫਸ ਗਿਆ, ਬਿਲਕੁਲ ਤੁਹਾਨੂੰ ਪਤਾ ਫਿਰ ਈਡੀ ਵਰਗੇ ਛਾਪੇ ਵੀ ਮਾਰਦੇ ਆ ਹਨਾ, CBI ਛਾਪੇ ਮਾਰਦੀ ਆ, ED ਛਾਪੇ ਮਾਰਦੀ ਆ, ਇਨਕਮ ਟੈਕਸ ਛਾਪੇ ਮਾਰਦਾ, ਫਿਰ ਲੋਕਾਂ ਦੇ ਕੰਮ ਕੀ ਕਰੋਗੇ, ਹਾਂ ਫਿਰ ਬਿਲਡਾਂ ਦੇ ਵਿੱਚੋਂ ਉਹਨਾਂ ਦੀਆਂ ਟੈਂਕੀਆਂ ਦੇ ਵਿੱਚੋਂ ਨੋਟ ਨਿਕਲਦੇ ਆ, ਫਿਰ ਲੁਕ ਕੇ ਨਹੀਂ ਰਹਿ ਸਕਦੇ ਉਹ ਹਨਾ। ਬਿਲਕੁਲ, ਹਾਂ ਦੇਖੋ ਜੀ ਉਹਦੇ ਲਈ ਤੁਸੀਂ ਨਾ ਇਹ LLB ਹੁੰਦੀ ਆ ਜੀ, ਉਹ ਤੁਸੀਂ ਬਿਜ਼ਨਸ ਲਾਅ ਹੁੰਦਾ ਆ, ਜਿੱਦਾਂ ਜਦੋਂ ਬੱਚੇ BCom ਕਰਦੇ ਆ, BCom ਦੇ ਵਿੱਚ ਵੀ ਤੁਸੀਂ 3 ਸਾਲਾਂ 'ਚ ਤੁਹਾਨੂੰ ਕੰਪਨੀ ਲਾਅ ਪੜ੍ਹਾਏ ਜਾਂਦੇ ਆ। ਜੇ ਤੁਸੀਂ LLB ਤੁਸੀਂ ਕਹਿ ਦਿੱਤਾ ਹੈ ਤਾਂ ਵਕੀਲ ਦੀ ਪੜ੍ਹਾਈ ਦੇ ਨਾਲ ਹੁੰਦਾ ਹੈ। LLB ਜਦੋਂ ਤੁਸੀਂ ਵਕੀਲ ਬਣ ਜਾਂਦੇ ਆ, ਵਕੀਲ ਦੀਆਂ ਵੀ ਗਾੜੀ ਹੈ ਨਾ ਬੜੀਆਂ ਕੈਟਾਗਰੀਆਂ ਹੁੰਦੀਆਂ, ਉਹ 'ਚ ਤੁਸੀਂ ਨਾ ਜਿੱਦਾਂ ਕਮਰਸ਼ੀਅਲ ਵਾਲੇ ਜਿਹੜੇ ਆ, ਕਮਰਸ ਤੁਸੀਂ ਬਿਜ਼ਨਸ ਲਾਅ ਜਿਹੜਾ ਹੁੰਦਾ ਹੈ ਉਹ ਤੁਸੀਂ ਪੜ੍ਹ ਸਕਦੇ ਆ। ਕੰਜ਼ਿਊਮਰ ਹੈ ਨਾ, ਮੰਨ ਲਓ ਤੁਸੀਂ ਕੋਈ ਚੀਜ਼ ਗਲਤ ਲੈ ਲਈ ਆ ਹਨਾ, ਜਾਂ ਤੁਹਾਡੀ ਚੀਜ਼ ਖਰਾਬ ਹੋ ਗਈ, ਉਹ ਜਿਸ ਬੰਦੇ ਨੇ ਤੁਹਾਡਾ ਕੇਸ ਲੜਨਾ ਉਹਨੂੰ ਉਸ ਚੀਜ਼ ਬਾਰੇ ਪਤਾ ਹੋਣਾ ਚਾਹੀਦਾ। ਤੇ ਵੱਡੀਆਂ ਵੱਡੀਆਂ ਕੰਪਨੀਆਂ, ਵੱਡੀਆਂ ਵੱਡੀਆਂ ਫਰਮਾਂ, ਹੁਣ ਤਾਂ ਵੈਸੇ ਫ੍ਰੀ ਆਫ ਕਾਸਟ ਵੀ ਕਰਦੇ, ਪਰ ਗਵਰਨਮੈਂਟ ਪੇ ਕਰਦੀ ਉਹਨਾਂ ਨੂੰ। ਹਾਂਜੀ, ਉਹਨਾਂ ਦਾ ਗਵਰਨਮੈਂਟ ਪੇ ਕਰਦੀ ਆ, ਤੇ ਉਹਦੇ ਲਈ ਵੱਡੀਆਂ ਵੱਡੀਆਂ ਫਰਮਾਂ ਜਿਹੜੀਆਂ ਆ ਉਹ ਆਪਣੇ ਲਈ ਇਸ ਤਰ੍ਹਾਂ ਦੇ ਬੰਦੇ ਹਾਇਰ ਕਰਦੀਆਂ ਜਿਨ੍ਹਾਂ ਨੂੰ ਦੇਖੋ, ਹੁਣ ਮੰਨ ਲਓ ਹੁਣ ਤੁਹਾਡੇ ਦਿਮਾਗ 'ਚ ਆ ਤੁਸੀਂ ਕੀ ਜਾ ਕੇ ਗੁਜਰਾਤ 'ਚ ਉੱਦਾਂ ਫੈਕਟਰੀ ਲਾ ਦੋਗੇ? ਮੰਨ ਲਓ ਜਾਂ ਤੁਸੀਂ ਹਿਮਾਚਲ 'ਚ ਫੈਕਟਰੀ ਲਾਉਣੀ ਆ, ਤੁਸੀਂ ਉੱਦਾਂ ਜਾ ਕੇ ਲਾ ਦੋਗੇ? ਤੁਹਾਨੂੰ ਉੱਥੋਂ ਦੇ ਕਾਇਦੇ ਕਾਨੂੰਨ ਪਤਾ ਹੋਣੇ ਚਾਹੀਦੇ ਆ ਕਿ ਮੈਂ ਫੈਕਟਰੀ ਲਾਉਣੀ ਆ ਤੇ ਕਿੱਦਾਂ ਲਾਉਣੀ ਹੈ ਹੈਨਾ। ਉੱਥੋਂ ਦੇ ਸਾਰੇ ਜਿਹੜੇ ਐਡਮਿਨਿਸਟ੍ਰੇਸ਼ਨ ਪਾਵਰਸ, ਤੁਹਾਨੂੰ ਲਾਅ ਪਤਾ ਹੋਣੇ ਚਾਹੀਦੇ ਆ। ਹੁਣ ਮੰਨ ਲਓ ਕਿ ਤੁਸੀਂ ਕੋਈ ਕੰਪਨੀ ਲਾਉਣੀ ਏਦਾਂ ਦੀ ਜਿਹੜੀ ਜਿਸ 'ਚ ਧੂਆਂ ਉਹ ਨਿਕਲ ਰਿਹਾ, ਫਿਰ ਉੱਥੇ ਤੁਹਾਨੂੰ ਐਕਸਪਰਟ ਹੀ ਦੱਸੇਗਾ ਨਾ ਕਿ ਜਿਹੜਾ ਪੋਲਿਊਸ਼ਨ ਕੰਟਰੋਲ ਆ
ਉਹਦੇ ਕੀ ਲਾਅ ਆ, ਜੀ ਜੀ ਸਾਨੂੰ ਉਹਨਾਂ ਨੂੰ ਕਿੱਦਾਂ ਕੰਟਰੋਲ ਕਰਨਾ ਪੈਣਾ। ਉਹ ਕਰਦੇ ਨਹੀਂ ਕਰਦੇ ਉਹ ਵੱਖਰੀ ਗੱਲ ਆ, ਬਿਲਕੁਲ। ਬਹੁਤ ਸਾਰੇ ਨਹੀਂ ਕਰਦੇ ਪਰ ਬਹੁਤ ਸਾਰੇ ਕਰਦੇ ਵੀ ਹੈ ਨਾ, ਆਪਾਂ ਸਾਰਿਆਂ ਨੂੰ ਇੱਕੋ ਰਸਤੇ ਨਹੀਂ ਦਿਖਾ ਜੀ ਸਕਦੇ। ਜੀ 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 ਹਾਂ ਤੇ ਬਹੁਤ ਅੱਛਾ ਹੈ ਬੇਟੇ, ਤੁਸੀਂ MBA ਕਰ ਸਕਦੀ ਹੈ ਜੀ, ਮਾਸਟਰ ਆਫ ਬਿਜ਼ਨਸ ਐਡਮਿਨਿਸਟ੍ਰੇਸ਼ਨ। ਸਾਰਾ ਕੁਝ ਹੈਗਾ ਆ, ਪਰ ਥੋੜਾ ਜਿਹਾ ਮੈਮਰੀ ਨੂੰ ਇੱਧਰ ਕਲੀਅਰ ਕਰ ਬਿਲਕੁਲ ਲਓ ਜੀ, ਹਾਂ। ਤੇ ਕਿਉਂਕਿ ਕੋਰਸ ਆਪਣੇ ਕੋਲ ਬਹੁਤ ਜ਼ਿਆਦਾ ਕੋਰਸ ਨੇ, ਤੇ ਜਿੰਨੇ ਆਪਾਂ ਗਾਂ ਦੀ ਗਾਂ ਗਹਿਰਾਈ ਦੇ ਵਿੱਚ ਜਾਈ ਜਾਵਾਂਗੇ ਇਹਦੀਆਂ ਗਾਂ ਦੀ ਗਾਂ ਲਾਈਨਾਂ ਹੋਰ ਨਿਕਲਦੀਆਂ ਜਾਣਗੀਆਂ ਬਿਲਕੁਲ ਪੁੱਤਰ ਜੀ, ਜੀ। ਹਾਂਜੀ, ਇਸ ਲਈ ਤੁਸੀਂ ਆਪਣਾ ਮਨ ਬਣਾਓ ਕਿ ਤੁਸੀਂ ਕਰਨਾ ਕੀ ਚਾਹੁੰਦੇ ਹੋ, ਹਨਾ। ਤੇ ਜੇ ਤੁਸੀਂ ਕੁਝ ਹੋਰ ਵੱਖਰਾ ਕਰਨਾ ਚਾਹੁੰਦੇ ਹੋ ਤਾਂ ਸਾਨੂੰ ਕੁਐਸਚਨ ਭੇਜ ਸਕਦੇ ਹੋ, ਅਸੀਂ ਉਹਦੇ ਤੇ ਵੀ ਵਿਚਾਰ ਬਿਲਕੁਲ ਜੀ, ਚਰਚਾ ਜਿਹੜੀ ਬਿਲਕੁਲ, ਜ਼ਰੂਰ ਹਾਂ। ਕਰਾਂਗੇ ਕਿ ਵੀ ਮਤਲਬ ਆ ਜੇ ਕਰਨਾ ਚਾਹੁੰਦੇ ਤਾਂ ਉਹਦੇ ਲਈ ਕੀ ਕੀ ਕਰਨਾ ਚਾਹੀਦਾ ਆ, ਤਿਆਰੀ ਕਦੋਂ ਕਿੱਦਾਂ ਸ਼ੁਰੂ ਕਰੀਏ, ਅਸੀਂ ਉਸ ਤਿਆਰੀ ਨੂੰ ਗਾਂ ਪ੍ਰੋਪਰ ਕਿਵੇਂ ਲੈ ਕੇ ਜਾਈਏ, ਸਾਰੀਆਂ ਚੀਜ਼ਾਂ ਬਰੀਕੀ ਦੇ ਨਾਲ। ਹੁਣ ਸਾਨੂੰ ਸਾਰਿਆਂ ਨੂੰ ਇਹ ਪਤਾ ਹੈ ਕਿ +2 ਕਮਰਸ, BCom ਤੇ MCom ਹਨਾ, ਤੇ ਗਾਂ ਵਾਲੀਆਂ ਬਰੀਕੀਆਂ ਦੇ ਵਿੱਚ ਵੀ ਕਮਰਸ ਦੇ ਵਿੱਚ ਕਿੰਨੇ ਗਾਂ ਦੀ ਗਾਂ ਕੋਰਸ ਆ ਹਨਾ, ਆਰਟਸ ਦੇ ਵਿੱਚ ਤਾਂ ਪਤਾ ਸੀ, ਹੁਣ ਕਮਰਸ ਦਾ ਵੀ ਬਰੀਕੀ ਦੇ ਨਾਲ ਪਤਾ ਲੱਗ ਗਿਆ। ਇਸੇ ਤਰ੍ਹਾਂ ਹੀ ਜਿੰਨਾ ਅਸੀਂ ਗਾਂ ਸਿੱਖਣਾ ਚਾਹੁੰਦੇ ਹਾਂ ਉਹਦੇ ਵਿੱਚ ਗਾਂ ਹੋਰ ਬਹੁਤ ਗਹਿਰਾਈ ਆ, ਤੁਸੀਂ ਕਿਹੜੀ ਲਾਈਨ ਨੂੰ ਜਾਣਾ ਚਾਹੁੰਦੇ ਹੋ ਉਹਦੇ ਲਈ ਕਿਹੜੇ ਕਿਹੜੇ ਕੋਰਸ ਨੇ। ਸਾਡਾ ਇਹੀ ਮਿਸ਼ਨ ਹੈ ਕਿ ਸਾਡੇ ਬੱਚੇ ਜਿਹੜੇ ਫ੍ਰੀ ਨਾ ਰਹਿਣ, ਉਹਨਾਂ ਦੇ ਮਨ ਦੇ ਜਿਹੜੇ ਬਲਬਲੇ ਨੇ ਕਿ ਮੈਂ ਕੁਝ ਬਣਨਾ ਚਾਹੁੰਦਾ ਆ ਪਰ ਮੈਨੂੰ ਸਮਝ ਨਹੀਂ ਆ ਰਹੀ ਮੈਂ ਕਿਹੜੀ ਸਟੱਡੀ ਕਰਾਂ। ਕਈ ਵਾਰ ਹੁੰਦਾ ਕਿ ਆਪਾਂ ਸਿੱਧੀ ਆਰਟਸ ਕਰ ਲੈਂਦੇ ਆ ਨਾ, ਤੇ ਉਹਦੇ ਵਿੱਚ ਹੀ ਆਪਣੇ BA ਕੰਪਲੀਟ ਹੋ ਜਾਂਦੀ ਆ, ਪਰ ਬਾਅਦ ਵਿੱਚ ਮੈਮਰੀ ਚ ਆਉਂਦਾ ਕਿ ਇਹਦੇ ਨਾਲ ਮੈਨੂੰ ਕੋਈ ਫਾਇਦਾ ਨਹੀਂ, ਮੈਂ ਹੋਰ ਕੁਝ ਵੱਖਰਾ ਕੋਰਸ ਕਰਾਂ ਜਿਹਦੇ ਨਾਲ ਮੈਨੂੰ ਇਨਕਮ ਸੋਰਸ ਵੀ ਹੋਵੇ, ਮੈਂ ਕੁਝ ਨਵਾਂ ਵੀ ਸਿੱਖ ਪਾਵਾਂ ਹਨਾ। ਤੇ ਗਾਂ ਵੀ ਕਿਸੇ ਬੱਚੇ ਨੂੰ ਤੇ ਜਦੋਂ ਤੁਸੀਂ ਕੁਝ ਨਵਾਂ ਸਿੱਖਦੇ ਹੋ ਤਾਂ ਗਾਂ ਵੀ ਕੋਸ਼ਿਸ਼ ਕਰਿਆ ਕਰੋ ਕਿ ਉਸ ਚੀਜ਼ ਨੂੰ ਵੰਡਿਆ ਕਰੋ ਕਿ ਕਿਸੇ ਹੋਰ ਦਾ ਵੀ ਭਲਾ ਜਿਹੜਾ ਹੋ ਸਕੇ। ਸਰ ਜੀ ਬਹੁਤ ਬਰੀਕੀ ਦੇ ਨਾਲ ਆਪਾਂ ਚੀਜ਼ਾਂ ਇਸ ਚੀਜ਼ ਇਹ ਅੱਜ ਦੇ ਐਪੀਸੋਡ ਦੇ ਵਿੱਚ BCom ਦਾ ਕੰਪਲੀਟ ਨਹੀਂ ਹੋਇਆ, ਇਹਨੂੰ ਅਗਲੇ ਭਾਗ ਦੇ ਵਿੱਚ ਆਪਾਂ ਰੱਖ ਲਈਏ। ਬਿਲਕੁਲ ਜੀ, ਬਿਲਕੁਲ ਬਿਲਕੁਲ। ਤੇ ਅਗਲੇ ਭਾਗ ਦੇ ਵਿੱਚ ਇਹਨੂੰ ਥੋੜਾ ਹੋਰ ਕਲੀਅਰ ਕਰਾਂਗੇ। ਜਿਨ੍ਹਾਂ ਨੇ ਅੱਜ ਸੁਣਿਆ ਉਹਨਾਂ ਦਾ ਵੀ ਬਹੁਤ ਬਹੁਤ ਸ਼ੁਕਰੀਆ, ਤੇ ਅਗਲੇ ਭਾਗ ਦੇ ਵਿੱਚ ਅਸੀਂ ਕੁਝ ਨਵਾਂ ਉਹਨਾਂ ਦੇ ਲਈ ਲੈ ਕੇ ਆਵਾਂਗੇ, ਪਰ ਉਹਦੇ ਲਈ ਤੁਹਾਨੂੰ ਸਾਡੇ ਮਾਧਿਅਮ ਦੇ ਨਾਲ ਜੁੜੇ ਰਹਿਣਾ ਜ਼ਰੂਰੀ ਹੈ। ਤੇ ਤੁਸੀਂ ਫੇਸਬੁੱਕ ਦੇ ਪੇਜ ਤੇ ਸਾਡੇ ਅਵਤਾਰ ਰੇਡੀਓ ਦੇ ਫੇਸਬੁੱਕ ਪੇਜ ਤੇ ਵੀ ਤੁਸੀਂ ਸੁਣ ਸਕਦੇ ਹੋ, ਦੇਖ ਸਕਦੇ ਹੋ। ਬਾਕੀ ਤੁਸੀਂ ਜੇ ਦੂਰ ਦਰਾਡੇ ਹੋ, ਜਿੱਥੋਂ ਇੱਕ ਵਾਰੀ ਸੁਣ ਲਿਆ ਤੇ ਰੇਡੀਓ ਤੁਹਾਡੇ ਏਰੀਆ 'ਚ ਨਹੀਂ ਚੱਲਦਾ, ਤਾਂ ਤੁਸੀਂ ਐਪ ਵੀ ਆਪਣੇ ਐਂਡਰਾਇਡ ਫੋਨ ਤੇ ਅਵਤਾਰ ਰੇਡੀਓ ਸਿਚਵਾਲ ਲਿਖ ਕੇ ਐਪ ਡਾਊਨਲੋਡ ਕਰ ਲੈ ਸਕਦੇ ਹੋ, ਤੇ ਉਹਦੇ ਤੇ ਵੀ ਤੁਸੀਂ ਲਗਾਤਾਰ ਅਵਤਾਰ ਰੇਡੀਓ ਦੇ ਨਾਲ ਜੁੜੇ ਰਹਿ ਸਕਦੇ ਹੋ। ਤੇ ਇਸ ਅਦਾਰੇ ਦੇ ਨਾਲ ਹੋਰ ਵੀ ਬੜੀ ਵੈਬਸਾਈਟ ਆ, ਉਹ ਵੀ ਤੁਹਾਨੂੰ ਅਸੀਂ ਗਾਂ ਦੀ ਗਾਂ ਦੱਸਾਂਗੇ ਕਿ ਇਹਨਾਂ ਦੇ ਕਾਰਜਾਂ ਬਾਰੇ ਵੀ ਬਰੀਕੀ ਦੇ ਨਾਲ ਦੱਸਾਂਗੇ। ਸਰ ਜੀ ਅੱਜ ਲਈ ਬਹੁਤ ਬਹੁਤ ਸ਼ੁਕਰੀਆ ਜੀ, ਤੁਸੀਂ ਆਏ ਤੇ ਬੱਚਿਆਂ ਨੂੰ ਇੰਨੀਆਂ ਪਿਆਰੀਆਂ ਗੱਲਾਂ ਸਮਝਾਈਆਂ, ਇੰਨੇ ਪਿਆਰੇ ਕੋਰਸ ਜਿਹੜੇ ਆ ਸਾਡੇ ਬੱਚਿਆਂ ਨੂੰ ਸਮਝਾਏ, ਬੱਚੇ ਵੀ ਬੜੇ ਉਤਸ਼ਾਹਿਤ ਆ। ਪਰਸਨਲੀ ਮੈਨੂੰ ਮੈਸੇਜ ਆਉਂਦੇ ਨੇ ਕਿ ਸਰ ਨੂੰ ਕਹੋ ਕਿ ਸਰ ਜੀ ਇਹ ਕੜੀ ਨੂੰ ਲਗਾਤਾਰ ਜਾਰੀ ਰੱਖਿਓ, ਕੁਝ ਨਵਾਂ ਸਿੱਖ ਪਾਵਾਂਗੇ ਅਸੀਂ। ਥੈਂਕ ਯੂ ਜੀ, ਬਹੁਤ ਬਹੁਤ ਧੰਨਵਾਦ ਜੀ। ਜੀ ਥੈਂਕ ਯੂ, ਬਹੁਤ ਬਹੁਤ ਸ਼ੁਕਰੀਆ ਜੀ, ਜਿੰਨਾ ਸਾਡਾ ਪਰਿਵਾਰ ਆਇਆ ਉਹਨਾਂ ਸਾਰਿਆਂ ਦਾ ਹੀ ਬਹੁਤ ਬਹੁਤ ਸ਼ੁਕਰੀਆ। ਜਿਉਂਦੇ ਵਸਦੇ ਰਹੋ, ਤੇ ਸਾਨੂੰ ਹੁਣ ਇੱਥੇ ਹੀ ਆਗਿਆ ਦਿਓ, ਤੇ ਆਓ ਤੁਹਾਨੂੰ ਛੱਡ ਕੇ ਸਾਰੇ ਇੱਕ ਬਹੁਤ ਹੀ ਖੂਬਸੂਰਤ ਕਵਿਸ਼ਰੀ ਦੇ ਨਾਲ ਅਗਲੇ ਭਾਗ ਦੇ ਵਿੱਚ ਮਿਲਦੇ ਹਾਂ। ਤਦ ਤੱਕ ਦੇ ਲਈ ਜੀ ਸਤਿ ਸ਼੍ਰੀ ਅਕਾਲ।